ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ 1159 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਜੀ। ਕੱਲ੍ਹ ਵਾਲਾ ਸ਼ਬਦ ਜਿਹੜਾ ਕਬੀਰ ਜੀ ਨੇ ਜਿਹੜਾ ਆਪਾਂ ਨੂੰ ਵਿਚਾਰ ਬੰਦ ਕਰਕੇ ਜਿਹੜਾ ਹੈਗਾ ਦਸਮ ਦੁਆਰ 'ਤੇ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ ਪ੍ਰਾਣ ਸ਼ਕਤੀ ਜਿਹੜੀ ਹੈਗੀ ਉਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਮੂਲਾਧਾਰ ਚੱਕਰ ਤੋਂ ਉੱਪਰ ਲੈ ਕੇ ਜਾਣਾ ਹੈ ਔਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਹੈਗਾ ਇਹਦੇ ਵਿੱਚੋਂ ਪ੍ਰਾਣ ਸ਼ਕਤੀ ਨੂੰ ਕੱਢਣਾ ਹੈ ਔਰ ਮੈਕਸੀਮਮ ਜਿਹੜੀ ਪ੍ਰਾਣ ਸ਼ਕਤੀ ਹੈਗੀ ਉਹ 80% ਕਾਮ ਦੇ ਵਿੱਚ ਚਲੇ ਜਾਂਦੀ ਹੈ। ਇਹ ਦੋਨੋਂ ਸ਼ਬਦ ਇਕੱਠੇ ਲਵਾਂਗੇ ਆਪਾਂ, ਅਗਲਾ ਸ਼ਬਦ ਵੀ ਤੇ ਉਹ ਰਾਹ ਵਾਲਾ ਸ਼ਬਦ ਵੀ। शिव की पुरी बसै बुद्ध सार, तह तुम्हें मिलकर करो विचार। ਕਹਿੰਦੇ ਭਾਈ ਸਾਰ ਬੁੱਧੀ ਆ ਹੈਗੀ ਬਈ ਸ਼ਿਵ ਜਿਹੜਾ ਪਰਮਾਤਮਾ ਹੈਗਾ, ਸ਼ਕਤੀ ਜਿਹੜੀ ਹੈਗੀ ਹੈ ਮਾਇਆ ਪ੍ਰਕਿਰਤੀ ਸ਼ਕਤੀ ਹੈ, ਉਹਦੀ ਮਾਲਕ ਪਰਮਾਤਮਾ ਦੀ ਪਾਵਰ ਹੈ। ਸ਼ਿਵ ਔਰ ਸ਼ਕਤੀ ਇਕੱਠੇ ਹੀ ਹੈ, ਇਹ ਅਲੱਗ-ਅਲੱਗ ਨਹੀਂ ਹੋ ਸਕਦੇ। ਸ਼ਿਵ ਕੀ ਪੁਰੀ ਬਸੈ ਬੁੱਧ ਸਾਰ, ਕਹਿੰਦੇ ਸ਼ਿਵ ਦੀ ਪੁਰੀ ਇਹ ਮਾਇਆ ਤੋਂ ਨਿਕਲਣਾ ਹੈ। ਮਾਇਆ ਮਾਲਕ ਨੇ ਇਹ ਖੇਡ ਪਾਈ ਹੋਈ ਹੈ। ਇਹ ਮਾਇਆ ਮਾਲਕ ਨੇ ਜਿਹੜਾ ਹੈਗਾ ਇਹਦਾ ਐਗਜ਼ਿਸਟੈਂਸ ਨਹੀਂ ਹੈ। ਇਹ ਮਾਲਕ ਦੀ ਤਾਕਤ ਦੇ ਨਾਲ ਮਾਲਕ ਨੇ ਆਪਣਾ ਜਿਹੜਾ ਇਹ ਸਾਰਾ ਚਿੱਤਰ ਜਿਹੜਾ ਹੈਗਾ ਇਹ ਵਿਚਿੱਤਰ ਚਿੱਤਰ ਜਿਹੜਾ ਇਹ ਰਚਨਾ ਕੀਤੀ ਹੈ। ਇਸ ਦੀ ਇਹ ਹੈ ਨਹੀਂ ਗੀ, ਇਹ ਬਣਾਈ ਗਈ ਹੈ। ਇਹ ਜੋ ਦਿਸ ਰਿਹਾ ਰੂਪ ਹੈ ਮਾਇਆ ਦਾ, ਇਹ ਛਲ ਹੈਗਾ, ਇਹ ਧੋਖਾ ਹੈਗਾ। ਜੋ ਵੀ ਸਵਾਦ ਰਸਕਸ ਦੁਨੀਆ ਦੇ ਪਦਾਰਥ ਜੋ ਵੀ ਆਪਾਂ ਨੂੰ ਦਿਸ ਰਹੇ ਆ, ਜਿਹਦੇ ਨਾਲ ਆਪਾਂ ਜਿਹੜੇ ਹੈਗੇ ਅਟੈਚ ਹੈਗੇ ਆ, ਇਹ ਸਾਰਾ ਦਾ ਸਾਰਾ ਆਪਾਂ ਨੂੰ ਤਾਂ ਆਪਾਂ ਧੋਖੇ ਦੇ ਵਿੱਚ ਆ। ਇਹ ਆਪਾਂ ਜਿਹੜੇ ਹੈਗੇ ਇਹੀ ਧੋਖਾ ਹੈ। ਇਸ ਧੋਖੇ ਤੋਂ ਬਾਹਰ ਨਿਕਲਣਾ ਹੀ ਖੇਡ ਹੈਗੀ, ਆਹੀ ਭਗਤੀ ਹੈਗੀ। ਔਰ ਇਸ 'ਚੋਂ ਇਹ ਵਿਚਾਰਾਂ ਦੇ ਨਾਲ ਜਿਹੜੀ ਹੈਗੀ ਸੰਸਾਰ ਆਪਾਂ ਨੂੰ ਅਟਰੈਕਟ ਹੁੰਦਾ ਹੈ ਵਿਚਾਰਾਂ ਦੇ ਨਾਲ। ਇਹ ਵਿਚਾਰਾਂ ਦੇ ਨਾਲ, ਵਿਚਾਰਾਂ ਦੀਆਂ ਤਾਰਾਂ ਹੈਗੀਆਂ, ਮੋਹ ਦੀਆਂ ਤਾਰਾਂ ਜਿਹਨੂੰ ਕਹਿੰਦੇ ਆਪਾਂ। ਇਹ ਵਿਚਾਰ ਜਿਹੜੇ ਹੈਗੇ ਆਪਾਂ ਨੂੰ ਇਹ ਸੰਸਾਰ ਦੇ ਨਾਲ ਜੋੜਦੇ ਆ। ਸ਼ਿਵ ਕੀ ਪੁਰੀ ਬਸੈ ਬੁੱਧ ਸਾਰ, ਸਾਰ ਬੁੱਧੀ ਹੈ, ਤੱਤ ਵਸਤੂ ਹੈਗੀ ਬਈ ਇਹ ਵਿਚਾਰ ਛੱਡ ਕੇ ਤੇ ਸ਼ਿਵ ਦੀ ਪੁਰੀ ਦੇ ਵਿੱਚ ਸੁਰਤ ਜੋੜਨੀ। ਦਸਮ ਦੁਆਰ 'ਤੇ ਜਿਹਨੂੰ ਕਹਿ ਲਓ, ਜਿਹਨੂੰ ਆਪਾਂ ਸਰਮਖੰਡ ਕਹਿ ਲਓ, ਸਰਮਖੰਡ ਕੀ ਬਾਣੀ ਰੂਪ। ਗਿਆਨ ਤੋਂ ਬਾਅਦ ਗਿਆਨ ਲੈ ਕੇ ਉਸ ਦੀ ਕਮਾਈ ਕਰਨੀ ਹੈ, ਧਿਆਨ ਕਰਨਾ ਹੈ। ਆਪਣੇ ਧਿਆਨ ਕਰਨਾ ਕੀ ਹੈ ਵੀ ਮਾਇਆ ਤੋਂ ਧਿਆਨ ਹਟਾਉਣਾ ਆ ਅਤੇ ਬਸ ਆਪਾਂ ਮਾਲਕ ਦੇ ਵਿੱਚ ਆ। ਆਪਾਂ ਹੈ ਹੀ ਮਾਲਕ ਦੇ ਵਿੱਚ ਬੈਠੇ, ਮਾਲਕ ਆਪਣੇ ਨਾਲ ਆ, ਆਪਣੇ ਅੰਦਰ ਆਤਮਾ ਨਾਲ ਆ। ਆਤਮਾ ਦੇ ਨਾਲ ਬੈਠਣਾ ਆਹੀ ਧਿਆਨ ਹੈਗਾ। ਮਾਇਆ ਵੱਲੋਂ ਧਿਆਨ ਹਟਾਉਣਾ ਆ, ਸੰਸਾਰ ਵੱਲੋਂ ਧਿਆਨ ਪਰੇ ਕਰਨਾ ਹੈ। ਸ਼ਿਵ ਕੀ ਪੁਰੀ ਬਸੈ ਬੁੱਧ ਸਾਰ, ਤਹ ਤੁਮ ਮਿਲ ਕੇ ਕਰੋ ਵਿਚਾਰ। ਕਹਿੰਦੇ ਮਿਲ ਕੇ ਭਾਈ, ਨਹੀਂ ਤੇਰੇ ਕੋਲੋਂ ਜਿਹੜਾ ਹੈਗਾ ਗੁਰੂ ਦੀ ਮੱਤ ਨਹੀਂ ਖੁੱਲ੍ਹਦੀ। ਸਾਧ ਸੰਗਤ ਦੇ ਵਿੱਚ ਮਿਲ ਕੇ, ਸਤਸੰਗੀਆਂ ਦੇ ਨਾਲ ਮਿਲ ਕੇ ਗੁਰੂ ਦੀ ਮੱਤ ਦੇ ਨਾਲ ਖੋਲ ਤੇ ਵਿਚਾਰ ਕਰ। ਇਹਦਾ ਗਿਆਨ ਲੈ ਵੀ ਕੀ ਕਹਿ ਰਹੀ ਹੈ, ਕੀ ਕਾਰਵਾਈ ਕਰਨ ਨੂੰ ਕਹਿ ਰਹੀ ਹੈ, ਕਿਹੜੀ ਚੀਜ਼ ਲੈਣ ਨੂੰ ਕਹਿ ਰਹੀ ਹੈ, ਕਿਹੜੀ ਚੀਜ਼ ਛੱਡਣ ਨੂੰ ਕਹਿ ਰਹੀ ਹੈ, ਕੋਈ ਔਰ ਕਿਹੜੀ ਐਕਸ਼ਨ ਕਰਨ ਨੂੰ ਕਹਿ ਰਹੀ ਹੈ। ਇਹ ਪੂਰੀ ਚੰਗੀ ਤਰ੍ਹਾਂ ਵਿਚਾਰ ਕਰ। ਈਤ ਊਤ ਕੀ ਸੋਝੀ ਭਰੈ, ਤਾਂ ਤੈਨੂੰ ਜਿਹੜੀ ਹੈਗੀ ਸੋਝੀ ਪਊਗੀ ਭਾਈ ਬਈ ਇੱਥੇ ਤੂੰ ਦੁਨੀਆ ਦੇ ਵਿੱਚ ਆਇਆ ਆ ਅਤੇ ਦੁਨੀਆ ਦੇ ਵਿੱਚ ਆ ਕੇ ਕਿਹੜੇ ਕੰਮ ਕਰਨ ਵਾਸਤੇ ਆਇਆ, ਕੀ ਕੰਮ ਕਰਨਾ ਇੱਥੇ ਆ ਕੇ, ਕੀ ਤੇਰਾ ਜਿਹੜਾ ਹੈਗਾ ਜਿਹੜਾ ਪਰਲੋਕ ਵੀ ਸਵਰ ਜਾਏ, ਕੀ ਜਿਹੜਾ ਹੈਗਾ ਤੇਰਾ ਇਸ ਲੋਕ ਦੇ ਨਾਲ ਪਰਲੋਕ ਜਿਹੜਾ ਹੈਗਾ ਕਨੈਕਟਡ ਹੈਗਾ। ਆਹ ਚੀਜ਼ ਦੀ ਸੋਝੀ ਪਏ ਬਈ ਇੱਥੇ ਆ ਕੇ ਤੂੰ ਜਿਹੜਾ ਹੈ ਭੋਗ ਵਿਲਾਸ ਕਰ ਲੈ, ਮਾਇਆ ਦੇ ਨਾਲ ਜਿਹੜਾ ਹੈਗਾ ਆਪਣਾ ਸਮਾਂ ਗੁਜ਼ਾਰ ਲਿਆ, ਉਮਰ ਖਤਮ ਹੋ ਗਈ ਔਰ ਚਲਾ ਗਿਆ ਅਤੇ ਇਸ ਤੋਂ ਬਾਅਦ ਜੂਨਾਂ ਦੇ ਵਿੱਚ ਪੈ ਗਿਆ। ਅਤੇ ਇਹਦੇ ਨਾਲ ਤੈਨੂੰ ਮਿਲਿਆ ਕੀ ਆ? ਇਹ ਤਾਂ ਆਪਾਂ ਨੁਕਸਾਨ ਦੇ ਵਿੱਚ ਚਲੇ ਗਏ। ਆਪਾਂ ਨੇ ਆਪਣਾ ਜਿਹੜਾ ਜਨਮ ਮਿਲਿਆ ਸੀ ਹੀਰੇ ਜੈਸਾ ਕੌਡੀਆਂ ਦੇ ਬਦਲੇ ਜਿਹੜਾ ਜੂਏ ਦੇ ਵਿੱਚ ਖੇਡ ਕੇ ਖ਼ਤਮ ਕਰ ਦਿੱਤਾ। ਇਸ ਚੀਜ਼ ਦੀ ਸੋਝੀ ਪਏ ਬਈ ਇੱਥੇ ਵੀ ਜਿਹੜਾ ਹੈਗਾ ਆਪਾਂ ਪਰਮਾਤਮਾ ਦੇ ਨਾਲ ਜੁੜੀਏ, ਮਾਇਆ ਨੂੰ ਭੋਗਦੇ ਹੋਏ ਮਾਇਆ ਤੋਂ ਉਪਰਾਮ ਰਹੀਏ।
ਮਹਾਰਾਜ ਨਹੀਂ ਕਹਿੰਦੇ ਕਿ ਮਾਇਆ ਦੇ ਸਵਾਦ ਦੁਨੀਆ ਦੇ ਪਦਾਰਥ ਨਹੀਂ ਲੈਣੇ, ਕਹਿੰਦੇ ਇਹਨਾਂ ਨੂੰ ਲੈ, ਇਹਨਾਂ ਨੂੰ ਜਿੰਨੇ ਯਾਤਰਾ 'ਚ ਜ਼ਰੂਰੀ ਹੈਗੇ ਇਹਨਾਂ ਨੂੰ ਲੈ ਕੇ ਆਪਣੀ ਯਾਤਰਾ, ਆਪਣੀ ਕਾਰਵਾਈ ਜਾਰੀ ਰੱਖ। ਈ ਤੂਤ ਕੀ ਸੋਝੀ ਪਰੈ, ਕੌਣ ਕਰਮ ਮੇਰਾ ਕਰ ਕਰ ਮਰੈ। ਔਰ ਤੈਨੂੰ ਪਤਾ ਲੱਗੇ ਵੀ ਤੂੰ ਆਇਆ ਕਿਹੜੇ ਕੰਮ ਵਾਸਤੇ ਆਇਆ। ਮਤ ਵਿੱਚ ਰਤਨ ਜੋ ਆਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸ ਕੰਮ ਵਾਸਤੇ ਆਇਆ ਤੂੰ, ਤਾਂ ਆ ਤੇਰਾ ਕਰਮ ਹੈਗਾ ਤੇ ਤੂੰ ਜਿਹੜਾ ਹੈਗਾ ਕਰ ਕਰ ਮਰੈ, ਕਰਮ ਕਰ ਕਰਕੇ ਮਰ ਰਿਹਾ ਹੈ। ਕੋਈ ਕੁਛ ਤੈਨੂੰ ਉਪਲਬਧੀ ਆਏ ਨਹੀਂ। ਅੱਜ ਤੇ ਅੱਜ ਜੇ ਆਪਣਾ ਲਾਸਟ ਡੇ ਹੋਏ ਤੇ ਆਪਾਂ ਦੇਖ ਲਓ ਵੀ ਕੀ ਆਪਣੇ ਪੱਲੇ ਜੋ ਕੁਛ ਆਪਾਂ ਨੇ ਕੀਤਾ ਹੈ, ਕਿ ਇਹਦੇ ਵਿੱਚੋਂ ਕੋਈ ਚੀਜ਼ ਨਾਲ ਲੈ ਕੇ ਜਾ ਸਕਦੇ ਹਾਂ। ਕੋਈ ਚੀਜ਼ ਜਿਹਦੇ ਵਾਸਤੇ ਆਪਾਂ ਨੇ ਆਪਣੇ ਪੂਰੀ ਜਿਹੜੇ ਹੈਗੇ ਜੀਵਨ ਮਨੁੱਖੀ ਜੂਨ ਲਗਾ ਦਿੱਤੀ, ਉਹਦੇ ਵਿੱਚੋਂ ਕੋਈ ਚੀਜ਼ ਆਪਣੇ ਨਾਲ ਜਾ ਸਕਦੀ ਹੈ। ਜਿਹਦੇ ਵਾਸਤੇ ਆਪਾਂ 24/7 ਲੱਗੇ ਰਹਿੰਦੇ ਹਾਂ, ਉਹਦੇ 'ਚੋਂ ਦੱਸ ਦਿਓ ਵੀ ਕੋਈ ਚੀਜ਼ ਜਿਹੜੀ ਹੈਗੀ ਆਪਾਂ ਅੱਗੇ ਨਾਲ ਲਿਜਾ ਸਕਦੇ ਹਾਂ ਮਰਨ ਤੋਂ ਬਾਅਦ। ਕੌਣ ਕਰਮ ਮੇਰਾ ਕਰ ਕਰ ਮਰੈ, ਔਰ ਕਰ ਕਰਕੇ ਮਰ ਰਹੇ ਹਾਂ। ਦੇਖ ਲਓ ਆਪਾਂ ਜਾਨ ਦੇਣ ਨੂੰ ਤਿਆਰ ਹੋ ਜਾਂਦੇ ਹਾਂ ਆਪਾਂ ਮਾਇਆ ਦੀ ਖਾਤਰ। ਨਿਜ ਪਦ ਉੱਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ, ਕਹਿੰਦੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਰਾ ਜਿਹੜਾ ਹੈਗਾ, ਮੈਂ ਤਾਂ ਇਹ ਤ੍ਰਿਗੁਣੀ ਮਾਇਆ ਤੋਂ ਜਿਹੜਾ ਹੈਗਾ ਉੱਪਰ ਜਿਹੜਾ ਹੈਗਾ ਚੌਥੇ ਪਦ ਦੇ ਵਿੱਚ, ਨਿਜ ਪਦ ਦੇ ਵਿੱਚ ਜਿਹੜਾ ਹੈਗਾ ਮੈਂ ਤਾਂ ਜਿਹੜਾ ਹੈਗਾ ਆਪਣੇ ਵਿਚਾਰ ਬੰਦ ਕਰਕੇ ਔਰ ਸੁਰਤ ਜਿਹੜੀ ਹੈਗੀ ਆ ਇਹ ਆਪਣੀ ਆਤਮਾ ਵੱਲ ਨੂੰ ਲੈ ਕੇ ਜਾਣੀ ਸੀ, ਇਨਵਰਡ ਲਿਜਾਣੀ ਸੀਗੀ। ਇਹ ਮਨ ਨੂੰ ਵੇਧਣਾ ਸੀਗਾ, ਇਹ ਮਨ ਨੂੰ ਮਟਾਉਣਾ ਸੀਗਾ। ਇਹ ਸੰਸਕਾਰ ਮਨ ਕੀ ਆ? ਮਨ ਸੰਸਕਾਰ ਹੈਗੇ। ਮਨ ਜਿਹੜਾ ਹੈ ਕਾਰਨਸ਼ੀਲ ਕਹਿ ਦਿਓ, ਮਨ ਜਿਹੜੇ ਹੈਗੇ ਸੰਸਕਾਰ ਜਿਹੜੇ ਆਤਮਾ ਦੇ ਉੱਤੇ ਛਾਏ ਹੋਏ, ਆਤਮਾ ਨੂੰ ਨਹੀਂ ਦੇਖਣ ਦਿੰਦੇ, ਆਪਣੀ ਸੁਰਤ ਨੂੰ ਆਤਮਾ ਵਿੱਚ ਲੀਨ ਨਹੀਂ ਹੋਣ ਦਿੰਦੇ, ਉਹਨੂੰ ਮਨ ਕਹਿੰਦੇ ਆ। ਇਹ ਵਿਚਾਰਾਂ ਦਾ ਐਸਾ ਜਿਹੜਾ ਹੈਗਾ ਜਾਲਾ ਹੈਗਾ, ਇਹਦੇ ਵਿੱਚੋਂ ਦੀ ਕੱਖ ਵੀ ਦਿਸਦਾ ਨਹੀਂ ਆਪਾਂ ਨੂੰ। ਔਰ ਇਹਨੇ ਜਾਣਾ ਆ ਜਦ ਆਪਣੀ ਸੁਰਤ ਜਿਹੜੀ ਇਨਵਰਡ ਹੋਏਗੀ, ਆਪਾਂ ਵਿਚਾਰ ਬੰਦ ਕਰਾਂਗੇ ਤੇ ਆਟੋਮੈਟਿਕਲੀ ਹੌਲੀ ਹੌਲੀ ਇਹ ਚਸ਼ਮਾ ਜਿਹੜਾ ਸਾਫ਼ ਹੁੰਦਾ ਜਾਏਗਾ। ਔਰ ਅੰਦਰ ਕੀ ਨਜ਼ਰ ਆਏਗਾ ਵੀ ਆਤਮਾ ਹੀ ਹੈਗੀ, ਮਨ ਤਾਂ ਹੈ ਹੀ ਨਹੀਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਨਿਜ ਪਦ ਉੱਪਰ ਲਾਗੋ ਧਿਆਨ, ਰਾਜਾ ਰਾਮ ਮੇਰਾ ਮੋਰਾ ਬ੍ਰਹਮ ਗਿਆਨ। ਆਇਆ ਬ੍ਰਹਮ ਗਿਆਨ ਭਾਈ। ਉਹ ਰਾਜਾ ਰਾਮ ਜਿਹੜੀ ਆਤਮਾ ਅੰਦਰ, ਉਹ ਪਰਮਾਤਮਾ, ਔਰ ਆਤਮਾ ਬਸ ਆਤਮਾ ਤੱਕ ਯਾਤਰਾ ਕਰ ਲਈ, ਪਰਮਾਤਮਾ ਆਟੋਮੈਟਿਕਲੀ ਮਿਲ ਜਾਣਾ ਹੈ। ਪਰਮਾਤਮਾ ਦੇ ਵਿੱਚ ਜਦ ਆਪਣੀ ਆਤਮਾ ਨਜ਼ਰ ਆ ਗਈ ਤੇ ਪਰਮਾਤਮਾ ਜਿਹੜਾ ਆਟੋਮੈਟਿਕਲੀ ਇਹ ਬੂੰਦ ਸਾਗਰ ਦੇ ਵਿੱਚ ਹੀ ਹੈ। ਰਾਜਾ ਰਾਮ ਮੋਰਾ ਬ੍ਰਹਮ ਗਿਆਨ ਰਹਾਓ, ਮੂਲ ਦੁਆਰੇ ਬੰਦਿਆ ਬੰਦ। ਇਹਦੇ ਵਾਸਤੇ ਕਹਿੰਦੇ ਪ੍ਰਾਣ ਸ਼ਕਤੀ ਜਿਹੜੀ ਹੈਗੀ, ਮੂਲਾਧਾਰ ਜਿਹੜੀ ਹੈਗੀ, ਸਭ ਤੋਂ ਨੀਵੇਂ ਥੱਲੇ ਜਿਹੜੀ ਹੈਗੀ ਜਨਨ ਇੰਦਰੀ ਦੇ ਵਿੱਚ ਜਿਹੜੀ ਹੈ, ਇਹਦੇ ਨਾਲ ਕਾਮ ਕ੍ਰੋਧ ਦੇ ਵਿੱਚ ਮੈਕਸੀਮਮ ਕਾਮ ਦੇ ਵਿੱਚ ਜਿਹੜੀ ਹੈਗੀ ਆਪਣੀ ਪ੍ਰਾਣ ਸ਼ਕਤੀ ਜਾ ਰਹੀ ਹੈ, ਜਾਇਆ ਹੋ ਰਹੀ ਹੈ। ਔਰ ਉੱਪਰ ਜਿਹੜੀ ਹੈਗੀ ਆ ਨਹੀਂ ਜਾਏਗੀ ਜਦ ਤੱਕ ਕਿ ਆਪਾਂ ਇਸ ਜਗ੍ਹਾ 'ਤੇ ਜਿਹੜੇ ਹੈਗੇ ਆਪਣਾ ਧਿਆਨ ਕੇਂਦਰਿਤ ਨਹੀਂ ਕਰਾਂਗੇ, ਜਦ ਆਹ ਟੂਟੀਆਂ ਬੰਦ ਨਹੀਂ ਕਰਾਂਗੇ, ਜਦ ਇੱਥੇ ਬੰਨ ਨਹੀਂ ਲਾਵਾਂਗੇ। ਮੂਲ ਦੁਆਰੇ ਬੰਦਿਆ ਬੰਦ, ਰਵ ਉੱਪਰ ਗਹਿ ਰਾਖਿਆ ਚੰਦ। ਰਵ ਉੱਪਰ ਗਹਿ ਰਾ ਗਿਆ। ਰਵ ਕੀ ਆ? ਰਵ ਹੈਗਾ ਪ੍ਰਕਾਸ਼, ਉਹਨੂੰ ਕਹਿ ਲਓ ਕਿ ਸੂਰਜ, ਤਪਸ਼। ਇਹ ਜਿਹੜੀ ਪ੍ਰਾਣ ਸ਼ਕਤੀ ਵੇਗ ਦੇ ਨਾਲ ਜਦ ਗੁੱਸਾ ਆਉਂਦਾ ਹੈ, ਦੋਨੋਂ ਦੇਖ ਲਓ ਇਹ ਰਵ ਹੈਗੇ ਦੋਨੋਂ ਦੇ ਦੋਨੋਂ, ਕਾਮ ਔਰ ਕ੍ਰੋਧ। ਕਿਸ ਤਰੀਕੇ ਦੇ ਨਾਲ ਪ੍ਰਾਣ ਸ਼ਕਤੀ ਪੂਰੀ ਦੀ ਪੂਰੀ ਖਿੱਚ ਲੈਂਦੇ ਆ ਆਪਣੀ ਪੂਰੀ ਦੀ ਪੂਰੀ। ਪੂਰਾ ਇਨਸਾਨ ਜਿਹੜਾ ਹੈਗਾ ਹੋਸ਼ ਗਵਾ ਦਿੰਦਾ ਹੈ ਦੋਨੋਂ, ਕਾਮ ਦੇ ਵਿੱਚ ਵੀ ਔਰ ਕ੍ਰੋਧ ਦੇ ਵਿੱਚ ਵੀ। ਇਹ ਹੈਗਾ ਰਵ। ਕਹਿੰਦੇ ਇਹਦੇ ਉੱਤੇ ਚੰਦ ਰੱਖਣਾ ਹੈ, ਇਹਦੇ ਉੱਤੇ ਸਮ ਕਰਨਾ ਹੈ ਇਹਨੂੰ ਚੰਦ ਕਹਿੰਦੇ ਆ ਗਿਆਨ। ਗਿਆਨ ਦੇ ਨਾਲ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਇਹ ਸ਼ਾਂਤੀ ਦੇ ਨਾਲ ਜਿਹੜਾ ਹੈਗਾ ਇਸ ਨੂੰ ਜਿਹੜਾ ਹੈ ਗੁਰੂ ਦੀ ਮੱਤ ਦੇ ਦੁਆਰਾ ਜਿਹੜਾ ਹੈਗਾ ਸਮ ਦ੍ਰਿਸ਼ਟੀ ਆਪਣੇ ਵਿਚਾਰ ਜਿਹੜੇ ਹੈਗੇ ਇਹਨੂੰ ਲਿਜਾਣ ਵਾਲੇ ਵਿਚਾਰ ਹੀ ਆ ਆਪਣੇ। ਇਸ ਪਾਸੇ ਆਪਾਂ ਨੂੰ ਪ੍ਰੇਰਿਤ ਕਰਨ ਵਾਲੇ ਵਿਚਾਰ ਆ। ਆਪਾਂ ਨੇ ਆਪਣੇ ਵਿਚਾਰਾਂ ਨੂੰ ਜਿਹੜਾ ਹੈਗਾ ਉਹ ਸੁਰਤ ਜਿਹੜੀ ਹੈਗੀ ਵਿਚਾਰਾਂ ਤੋਂ ਹਟਾਉਣੀ ਹੈ, ਇਹ ਲਹਿਰਾਂ ਤੋਂ ਹਟਾਉਣੀ ਹੈ। ਇਹ ਕਾਮ ਦੀਆਂ ਲਹਿਰਾਂ ਆਉਂਦੀਆਂ ਤਾਂ ਜਿਹੜਾ ਹੈਗਾ ਆਪਣੀਆਂ ਗਿਆਨ ਇੰਦਰੀਆਂ ਦੇ ਵਿੱਚ ਕਰਮ ਇੰਦਰੀਆਂ ਫਿਰ ਉਹਦੇ ਨਾਲ ਜਿਹੜੀ ਹੈਗੀਆਂ ਸਹਾਇਕ ਹੋ ਜਾਂਦੀਆਂ, ਤਾਂ ਸਰੀਰ ਪੂਰਾ ਜਿਹੜਾ ਹੈਗਾ ਇਹਦੇ ਨਾਲ ਆਪਾਂ ਕਾਮ ਵਾਸਨਾ ਦੇ ਵਿੱਚ ਲਿਪਤ ਹੋ ਜਾਂਦੇ।
मूल द्वारे बंध्या बंध रवि ऊपर गह राख्या चंद पश्चिम द्वारे सूरज तपै ਪੱਛਮ ਦੁਆਰ ਹੈ ਸੂਰਜ ਤਪੇ ਪੱਛਮ ਕਹਿੰਦੇ ਹਨੇਰਾ ਆ ਨਹੀਂ ਦਿਸ ਰਿਹਾ ਆਪਾਂ ਨੂੰ ਅੰਦਰ ਜਿਹੜਾ ਹੈਗਾ ਉਹ ਖਿੜਕੀ ਨਜ਼ਰ ਨਹੀਂ ਆਉਂਦੀ 10ਵਾਂ ਦੁਆਰ ਨਜ਼ਰ ਨਹੀਂ ਆਉਂਦਾ ਕਿਉਂਕਿ ਹਨੇਰਾ ਹੈਗਾ ਉੱਥੇ ਲਾਈਟ ਚਾਹੀਦੀ ਹੈ ਸੂਰਜ ਚਾਹੀਦਾ ਹੈ ਜਦ ਆਪਾਂ ਜਿਹੜੇ ਹੈਗੇ ਆਪਣੇ ਜਿਹੜੀ ਪ੍ਰਾਣ ਸ਼ਕਤੀ ਜਿਹੜੀ ਹੈਗੀ ਇਹ ਮੂਲ ਦੁਆਰੇ ਦੇ ਉੱਤੇ ਇੱਥੋਂ ਰੋਕਾਂਗੇ ਤੇ ਇਹੀ ਪ੍ਰਾਣ ਸ਼ਕਤੀ ਨੇ ਜਾ ਕੇ ਉੱਥੇ ਉਜਾਲਾ ਕਰਨਾ ਹੈ पश्चिम द्वारे सूरज तपे सूरज वांगू उजाला हो जाना है बिल्कुल क्रिस्टल क्लियर पता लगना है भाई आह रस्ता तो इत्थे हैगा मेरदंड सिर उपर बसे फिर अपनी सुरत जिहड़ी हैगी अपनी काम इंद्री जनन इंद्री नहीं प्राण शक्ति उपर सुरत जिहड़ी अपनी 10वें द्वार वाल नूं जाएगी पश्चिम द्वारे की सिल ओढ़ कहंदे उत्थे जिहड़ा काम क्रोध लोभ मोह हंकार ये विचारां ने उत्थे जिहड़े हैगे ਜਾਲਾ ਪਾਇਆ ਵਿਚਾਰਾਂ ਦੇ ਪੱਥਰ ਪਏ ਹੋਏ ਆ ਉਸ ਜਗ੍ਹਾ ਤੇ ਸਿਲ ਪਈ ਹੋਈ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਸਿਲਾਂ ਇਸ ਸਿਲਾਂ ਦੇ ਆਖਰੀ ਤੇ ਪਹੁੰਚ ਜਾ ਪੱਛਮ ਦੁਆਰੇ ਕੀ ਸਿਲ ਓੜ ਕਹਿੰਦੇ ਸਿਰਾ ਉਹਦਾ ਸਿਰਾ ਫੜ ਲਾ ਆਖਰੀ ਤੇ ਚਲੇ ਜਾ ਲਾਈਟ ਆ ਗਈ ਹੁਣ ਤੈਨੂੰ ਪ੍ਰਕਾਸ਼ ਆ ਗਿਆ ਪ੍ਰਾਣ ਸ਼ਕਤੀ ਆ ਗਈ ਉੱਤੇ ਬ੍ਰਹਮ ਅਗਨੀ ਪੈਦਾ ਹੋ ਗਈ ਪੱਛਮ ਦੁਆਰੇ ਕੀ ਸਿਲ ਓੜ ਤਹਿਸੀਲ ਉੱਪਰ ਖਿੜਕੀ ਔਰ ਉੱਥੇ ਫਿਰ ਖਿੜਕੀ ਆ ਉਹ ਹਟਾ ਦੇ ਆਖਰੀ ਸਿਲ ਤੇ ਆਪਣਾ ਖਿੜਕੀ ਨਜ਼ਰ ਆ ਜਾਏਗੀ ਖਿੜਕੀ ਉੱਪਰ 10ਵਾਂ ਦੁਆਰ ਉੱਥੇ 10ਵਾਂ ਦੁਆਰ ਆ ਪਾਏ ਉੱਥੇ ਮੁਕਤੀ ਦਾ ਰਸਤਾ ਹੈਗਾ ਜਿਹਨੂੰ ਗੋਰਖੀ ਸਾਹਿਬ 2 ਵਜੇ ਦਾ ਟਾਈਮ ਕਹਿ ਰਹੇ ਨਾ ਉਹ ਸਿਰ ਦੇ ਉੱਤੇ ਜਿੱਤੇ ਜੂੜਾ ਕਰਦੇ ਆ ਆਪਾਂ ਬੀਬੀਆਂ ਉਹ ਜਗ੍ਹਾ ਕਹਿੰਦੇ ਆ ਖਿੜਕੀ ਉੱਪਰ 10ਵਾਂ ਦੁਆਰ ਕਹਿ ਕਬੀਰ ਤਾਂ ਕਾ ਅੰਤ ਨਾ ਪਾਰ ਕਹਿੰਦੇ ਉਹਦਾ ਪਾਰਾਵਾਰ ਨਹੀਂ ਹੈ ਪਾਈ ਬਸ ਇਹ ਪ੍ਰਕਿਰਤੀ ਦੀ ਕੈਦ ਚੋਂ ਆਜ਼ਾਦ ਹੋ ਗਿਆ ਇਨਸਾਨ ਔਰ ਜਨਮਾਂ ਦੀ ਜਿਹੜੀ ਹੈਗੀ ਖੇਡ ਜਿਹੜੀ ਹੈਗੀ ਉਹ ਜਿੱਤੀ ਗਈ ਜਿਹੜੀ ਕਿ ਆਪਾਂ ਦੇਖ ਲਓ ਸਤਯੁਗ ਤ੍ਰੇਤਾ ਦੁਆਪਰ ਯੁਗ ਚਾਰੇ ਭਰਮਾਈ ਬਾਣੀ ਦੇ ਵਿੱਚ ਆਉਂਦਾ ਹੈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਉਹ ਜੁਗਾਂ ਦੀ ਜਿਹੜੀ ਯਾਤਰਾ ਹੈਗੀ ਉਹ ਪੂਰੀ ਹੋ ਜਾਂਦੀ ਹੈ ਆ ਸੀਗਾ ਕੱਲ ਦਾ ਸ਼ਬਦ ਇਸ ਤੋਂ ਅੱਗੇ ਹੁਣ ਆਪਾਂ ਲੈ ਰਹੇ ਹਾਂ ਅੱਜ ਦਾ ਸ਼ਬਦ ਸੋ ਮੁੱਲਾ ਜੋ ਮਨ ਸਿਉ ਲਰੈ ਮੁੱਲਾ ਕੌਣ ਹੁੰਦਾ ਸੀਗਾ ਮੌਲਾਨਾ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਰਿਸਪੈਕਟਡ ਜਿਹੜੇ ਗਿਆਨ ਦਿੰਦੇ ਆ ਮੌਲਵੀ ਜਿਹੜੇ ਆ ਗਿਆਨ ਦਿੰਦੇ ਆ ਦੋ ਹੁੰਦੇ ਇੱਕ ਮੌਲਵੀ ਹੁੰਦੇ ਆ ਔਰ ਇੱਕ ਜਿਹੜੇ ਇਹਨਾਂ ਦੇ ਕਾਜ਼ੀ ਹੁੰਦੇ ਆ ਕਈ ਵਾਰੀ ਮੌਲਵੀ ਕਾਜ਼ੀ ਇੱਕੋ ਹੀ ਹੁੰਦੇ ਆ ਕਾਜ਼ੀ ਜਿਹੜੇ ਹੁੰਦੇ ਆ ਉਹ ਫੈਸਲਾ ਕਰਦੇ ਆ ਔਰ ਮੌਲਵੀ ਜਿਹੜੇ ਹੈਗੇ ਉਹ ਗਿਆਨ ਦਿੰਦੇ ਆ ਕਹਿੰਦੇ ਗਿਆਨੀ ਉਹ ਹੈਗਾ ਆਪਾਂ ਤਾਂ ਗਿਆਨੀ ਗੱਲ ਕਰੀਏ ਮੁੱਲਾ ਦਾ ਮਤਲਬ ਗਿਆਨੀ ਸਿੰਪਲ ਜੀ ਭਾਸ਼ਾ ਦੇ ਵਿੱਚ ਕਾਹਦੇ ਵਾਸਤੇ ਉਲਝੀਏ ਇੱਧਰ ਉੱਧਰ ਸੋ ਮੁੱਲਾ ਜੋ ਮਨ ਸਿਉ ਲਰੈ ਕਹਿੰਦੇ ਉਹ ਗਿਆਨੀ ਹੈਗਾ ਭਾਈ ਬਾਣੀ ਕਬੀਰ ਜੀ ਉਹਨੂੰ ਗਿਆਨੀ ਮੰਨਦੇ ਆ ਔਰ ਸਾਰੀ ਬਾਣੀ ਵੀ ਉਹਨੂੰ ਹੀ ਗਿਆਨੀ ਮੰਨਦੀ ਆ ਜੋ ਮਾਤਾ ਬਾਲ ਲਪਟਾਵੈ ਤੇ ਉਹ ਗਿਆਨੀ ਨਾਮ ਕਮਾਵੈ ਪੰਜਵੀਂ ਪਾਤਸ਼ਾਹੀ ਕਹਿੰਦੀ ਜਿਸ ਤਰ੍ਹਾਂ ਮਾਂ ਬੱਚੇ ਨੂੰ ਪਿਆਰ ਕਰਦੀ ਆ ਉਵੇਂ ਗਿਆਨੀ ਨੂੰ ਨਾਮ ਦੇ ਨਾਲ ਪਿਆਰ ਹੁੰਦਾ ਹੈ ਉਹ ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਨਾਲ ਲੜਦਾ ਹੈ ਆਪਣੇ ਵਿਚਾਰ ਬੰਦ ਕਰਦਾ ਹੈ ਕਬੀਰ ਜੀ ਵੀ ਸੇਮ ਗੱਲ ਕਹਿ ਰਹੇ ਸੋ ਮੁੱਲਾ ਕੌਣ ਜੋ ਮਨ ਸਿਉ ਲੜੈ ਮਨ ਦੇ ਨਾਲ ਲੜੇ ਦੂਜਿਆਂ ਦੇ ਅਵਗੁਣ ਨਾ ਫੋਲੇ ਮਨ ਦੇ ਨਾਲ ਲੜਨਾ ਕੀ ਆ ਆਪਣੇ ਅਵਗੁਣ ਕਿਉਂਕਿ ਮਨ ਪਤੰਦਰ ਹੈ ਹੀ ਬੱਚਾ ਇਹਨੇ ਤਾਂ ਕਹਿਣਾ ਆ ਵੀ ਦੇ 24 ਘੰਟੇ ਇਹਨੇ ਕਹਿਣਾ ਕੰਮ ਦੇ ਵਿੱਚ ਹੀ ਚੱਲ 24 ਘੰਟੇ ਖਾਣ ਦੇ ਵਿੱਚ ਹੀ ਚੱਲ ਇਹਨੇ ਤਾਂ ਆਹ ਚੀਜ਼ਾਂ ਮੰਗਣੀਆਂ ਇਹਦੇ ਨਾਲ ਲੜਨਾ ਹੈ ਮਨ ਦੇ ਨਾਲ ਸੋ ਮੁੱਲਾ ਜੋ ਮਨ ਸਿਉ ਲੜੈ ਗੁਰੂ ਉਪਦੇਸੇ ਕਾਲ ਸਿਉ ਜੁੜੈ ਗੁਰੂ ਦੇ ਉਪਦੇਸ਼ ਦੇ ਨਾਲ ਆ ਗੁਰੂ ਦਾ ਉਪਦੇਸ਼ ਆ ਆਪਾਂ ਕੀ ਕਰ ਰਹੇ ਹਾਂ ਆਪਾਂ ਗੁਰੂ ਦਾ ਉਪਦੇਸ਼ ਲੈ ਰਹੇ ਹਾਂ ਆ ਬ੍ਰਹਮ ਗਿਆਨ ਲੈ ਰਹੇ ਇਹ ਗੁਰੂ ਦੇ ਉਪਦੇਸ਼ ਆ ਆਪਾਂ ਨੂੰ ਇਹਨਾਂ ਨੂੰ ਆਪਾਂ ਹੁਣ ਇਹਨਾਂ ਨੂੰ ਜੇ ਪਾਠ ਕਰਕੇ ਲੰਘੇ ਤੇ ਮਿਲਣਾ ਕੀ ਆ ਆਪਾਂ ਨੂੰ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਵਿਚਾਰਾਂਗੇ ਤੇ ਪਤਾ ਲੱਗੇਗਾ ਵੀ ਮੇਰਾ ਗੁਰੂ ਕੀ ਐਕਸ਼ਨ ਕਰਨ ਨੂੰ ਕੀ ਕਹਿ ਰਿਹਾ ਹੈ ਮੇਰਾ ਗੁਰੂ ਤਾਂ ਕਹਿ ਰਿਹਾ ਵੀ ਮਨ ਦੇ ਨਾਲ ਲੜਨਾ ਹੈ ਤੂੰ ਜੇ ਆਪਾਂ ਨੇ ਆ ਮਨ ਦੇ ਨਾਲ ਲੜਾਈ ਕਰਨੀ ਨਹੀਂ ਸ਼ੁਰੂ ਕੀਤੀ ਤੇ ਫਿਰ ਆਪਾਂ ਨੂੰ ਇਹ ਗਿਆਨ ਲੈਣ ਦਾ ਫਾਇਦਾ ਕੀ ਅੱਗੇ ਤਾਂ ਮਹਾਰਾਜ ਕਹਿੰਦੇ ਫਿਰ ਤਾਂ ਤੇਰਾ ਕੋਈ ਫਾਇਦਾ ਹੀ ਨਹੀਂ ਹੈ ਪਿਆਰਿਆ ਜੇ ਤੂੰ ਇਹਨੂੰ ਕਮਾਉਣਾ ਹੀ ਨਹੀਂ ਹੈ ਤੇ ਖਾਲੀ ਗਿਆਨ ਲੈ ਕੇ ਕੀ ਕਰੇਗਾ ਤੂੰ ਦੱਸ ਫਿਰ ਤਾਂ ਕੱਢ ਜਾਏਗਾ ਸੜ ਜਾਏਗਾ ਸੋ ਮੁੱਲਾ ਜੋ ਮਨ ਸਿਉ ਲੜੈ ਗੁਰੂ ਉਪਦੇਸੇ ਕਾਲ ਸਿਉ ਜੁੜੈ ਕਾਲ ਦੇ ਨਾਲ ਜੁੜਨਾ ਪਊਗਾ ਭਾਈ
ਇਹ ਕਾਲ ਕਿਹੜਾ ਪੈਦਾ ਹੋ ਗਿਆ ਭਾਈ? ਇੱਕ ਤਾਂ ਅਕਾਲ ਹੈਗਾ, ਇੱਕ ਕਾਲ ਆ ਗਿਆ। ਹੁਣ ਕਾਲ ਹੈਗਾ ਉਸ ਅਕਾਲ ਦਾ ਬਣਾਇਆ ਹੋਇਆ, ਉਸ ਅਕਾਲ ਦੀ ਇਹ ਪ੍ਰਕਿਰਤੀ ਜਿਹੜੀ ਹੈਗੀ ਇਹ ਕਾਲ ਹੈਗੀ ਆ। ਇਹ ਜੋ ਕੁਛ ਖਲਾਰਾ ਆਪਾਂ ਨੂੰ ਦਿਸ ਰਿਹਾ ਇਹ ਸਾਰਾ ਦਾ ਸਾਰਾ ਕਾਲ ਹੈਗਾ, ਜਿਹਦਾ ਇੰਚਾਰਜ ਧਰਮਰਾਜ ਕਹਿ ਲਓ, ਉਹਨੂੰ ਕਾਲ ਕਹਿੰਦੀ ਹੈ ਬਾਣੀ। ਕਹਿੰਦੇ ਕਾਲ ਦੇ ਨਾਲ ਤਾਂ ਜਿਹੜਾ ਹੈਗਾ ਜੂਝਣਾ ਤਾਂ ਪੈਣਾ ਆ ਭਾਈ। ਇਹ ਕਾਲ ਜੋ ਦਿਸ ਰਿਹਾ ਹੈ, ਜੋ ਖਲਾਰਾ ਦਿਸ ਰਿਹਾ, ਜਿੱਧਰ ਜਿੱਧਰ ਨੂੰ ਤੇਰਾ ਮਨ ਜਿਹੜਾ ਖਿੱਚਿਆ ਜਾ ਰਿਹਾ ਭਾਈ, ਇਹ ਖਿੱਚਾਂ ਨੂੰ ਤਾਂ ਦੇਖਣਾ ਪੈਣਾ ਪਿਆਰਿਆ। ਇੱਥੇ ਤਾਂ ਰੋਕ ਲਾਉਣੀ ਪੈਣੀ ਹੈ, ਇਹਦੇ ਨਾਲ ਤਾਂ ਪੰਗਾ ਲੈਣਾ ਪੈਣਾ ਕਾਲ ਦੇ ਨਾਲ। ਸੋ ਮੁੱਲਾ ਜੋ ਮਨ ਸਿਓ ਲਰੈ, ਗੁਰ ਉਪਦੇਸੇ ਕਾਲ ਸਿਓ ਜੁਰੈ। ਕਾਲ ਪੁਰਖ ਕਾ ਮਰਦੈ ਮਾਨ, ਇਹਨੂੰ ਤਾਂ ਹਰਾਉਣਾ ਪੈਣਾ ਹੈ ਭਾਈ। ਕਾਲ ਪੁਰਖ, ਇੱਕ ਅਕਾਲ ਪੁਰਖ ਹੈ ਮਾਲਕ ਪਰਮਾਤਮਾ, ਇੱਕ ਅਕਾਲ ਪੁਰਖ ਨਵਾਂ ਪੈਦਾ ਹੋ ਗਿਆ ਭਾਈ। ਇਹ ਪ੍ਰਕਿਰਤੀ ਦੇਖ ਲਓ ਭਾਈ, ਕਾਲ ਪੁਰਖ ਕਹਿ ਰਹੇ ਇਹਨੂੰ, ਕਾਲ ਪੁਰਖ। ਕਾਲ ਪੁਰਖ ਕਾ ਲੱਗ ਗਿਆ, ਨਹੀਂ ਤੇ ਇੱਥੇ ਖੱਕੇ ਨੂੰ ਔਂਕੜ ਲੱਗਣੀ ਸੀਗੀ। ਕਾਲ ਪੁਰਖ ਕਾ ਮਰਦੈ ਮਾਨ, ਇਹਦਾ ਮਾਨ ਜਿਹੜਾ ਹੈਗਾ ਇਹਦੇ ਦੰਦ ਖੱਟੇ ਕਰਨੇ ਆ, ਇਹਦੀ ਮਰਦਾਨਗੀ ਜਿਹੜੀ ਹੈਗੀ ਝਾੜਨੀ ਹੈ। ਸੋ ਮੁੱਲਾ ਜੋ ਮਨ ਸਿਓ ਲਰੈ, ਗੁਰ ਉਪਦੇਸੇ काल स्यों जुरै। काल पुरख का मर्दे मान, तिस मुल्ला को सदा सलाम। वाह बई वाह, कमाल है। ऐसे ज्ञानी नू, ऐसे मौलाने नू, ऐसे पंडित नू, ऐसे पादरी नू हमेशा वास्ते मेरी सलाम है। कबीर जी कहते हमेशा वास्ते मेरी सलाम है, जिहड़ा इंसान अपने मन दे नाल लड़दा है। मन दे नाल लड़ना की, अपने विचारां दे नाल लड़दा है, अपने विचारां नू ड्रॉप करदा है। और ये मन दे नाल लड़ाई होनी है, ध्यान दे नाल, सुरत दे नाल बैठना है, अपने अंदर अपने विचारां नूं रोकना है। ये आ भगती। फिर एक बारी पढ़ लेने हैं। सो मुल्ला जो मन स्यों लरै, गुरु उपदेसे काल स्यों जुरै। काल पुरख का मर्दे मान, तिस मुल्ला को सदा सलाम। है हजूर कथ दूर बतावो। ਉਹ ਮਾਲਕ ਪਰਮਾਤਮਾ ਤੇਰੇ ਅੰਦਰ ਆ, ਤੂੰ ਤਾਂ ਬੈਠਾ ਹੀ ਮਾਲਕ ਪਰਮਾਤਮਾ ਦੇ ਨਾਲ ਆ, ਉਹਦੇ ਵਿੱਚ ਤੂੰ ਤਾਂ ਉਹਦੀ ਹਜ਼ੂਰੀ ਦੇ ਵਿੱਚ ਆ। ਦੂਰ ਕਿੱਥੇ ਦੱਸ ਰਿਹਾ ਆ? ਓਏ 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 ਪਿਆਰਿਆ, ਕਿੱਥੇ ਦੂਰ ਦੱਸ ਰਿਹਾ ਤੂੰ? ਹੈ ਹਜ਼ੂਰ ਕਦ ਦੂਰ ਬਤਾਵੋ। ਦੁੰਦਰ ਬਾਂਧੋ ਸੁੰਦਰ ਪਾਵੋ। ਕਰ ਬੰਦ ਇਹਨੂੰ, ਦੁੰਦਰ ਨੂੰ, ਆਪਣੇ ਵਿਚਾਰਾਂ ਨੂੰ, ਇਹਨੂੰ ਬੰਦ ਕਰ, ਇਹਨੂੰ ਬੰਨ ਲਾ, ਤੇ ਮਾਲਕ ਪਰਮਾਤਮਾ ਦੇ ਵਿੱਚ ਹੀ ਤੂੰ ਹੈ। ਮਾਲਕ ਦੇ ਵਿੱਚ ਤਾਂ ਤੂੰ ਹੈਗਾ ਹੀ ਆ। ਆ ਵਿਚਾਰ ਹੀ ਤਾਂ ਹੈਗੇ ਆ। ਇਹ ਦੁੰਦਰ ਨੂੰ ਬੰਨ ਲਾ ਤੇ ਸੁੰਦਰ ਨੂੰ ਪਾ ਲਾ। ਰਹਾਓ ਕਾਜੀ ਸੋ ਜੋ ਕਾਇਆ ਵਿਚਾਰੈ। ਕਾਜੀ ਆ ਗਿਆ, ਇਨਸਾਫ ਕਰਨ ਵਾਲਾ ਭਾਈ। ਕਹਿੰਦੇ ਉਹ ਆ ਕਾਜੀ, ਤੂੰ ਕਿਉਂ ਆਪਣੇ ਨਾਲ ਇਨਸਾਫ ਨਹੀਂ ਕਰ ਰਿਹਾ? ਕਿਉਂ ਜਿਹੜਾ ਲੁੱਟਿਆ ਜਾ ਰਿਹਾ ਹੈ? ਕਿਉਂ ਜਿਹੜਾ ਜੂਆ ਖੇਡੀ ਜਾ ਰਿਹਾ? ਦੇਖ ਤੇਰਾ ਮਨ ਜੂਆ ਖੇਡ ਰਿਹਾ ਔਰ ਤੈਨੂੰ ਹਰਾ ਰਿਹਾ ਹੈ, ਤੈਨੂੰ ਡੁਬਾ ਰਿਹਾ ਹੈ ਤੇਰਾ ਮਨ, ਔਰ ਤੂੰ ਚੁੱਪ ਕਰਕੇ ਬੈਠਾ ਹੈ, ਇਨਸਾਫ ਕਰ ਹੀ ਨਹੀਂ ਰਿਹਾ। ਉਹ ਜੀਵ ਤੂੰ ਕਰ ਕੀ ਰਿਹਾ ਹੈ? ਕਿਉਂ ਮਨ ਦੇ ਹੱਥੋਂ ਜਿਹੜਾ ਹੈਗਾ ਵਿਕੀ ਜਾ ਰਿਹਾ ਹੈ ਤੂੰ? ਕਾਜੀ ਸੋ ਜੋ ਕਾਇਆ ਵਿਚਾਰੈ, ਕਾਇਆ ਕੀ ਅਗਨ ਬ੍ਰਹਮ ਪਰ ਜਾਰੇ। ਔਰ ਤੂੰ ਤਾਂ ਪ੍ਰਾਣ ਸ਼ਕਤੀ ਸਾਰੀ ਦੀ ਸਾਰੀ ਜਿਹੜੀ ਹੈਗੀ, ਤੂੰ ਜਿਹੜੀ ਹੈ ਮੂਲਾਧਾਰ ਚੱਕਰ ਤੋਂ, ਇਹ 9 ਦਰਵਾਜ਼ਿਆਂ ਤੋਂ ਜਿਹੜੇ ਹੈਗੇ ਬਾਹਰ ਨੂੰ ਉਡਾ ਰਿਹਾ ਸਾਰੀ ਦੀ ਸਾਰੀ। ਕਾਇਆ ਕੀ ਅਗਨ, ਇਹ ਸਾਰੀ ਦੀ ਸਾਰੀ ਤੂੰ ਇਹਦੇ ਨਾਲ ਬ੍ਰਹਮ ਅਗਨ ਤਾਂ ਪੈਦਾ ਹੀ ਨਹੀਂ ਕੀਤੀ। ਕਾਇਆ ਕੀ ਅਗਨ ਹੈ ਬ੍ਰਹਮ ਪਰ ਜਾ ਰਹੇ। ਬ੍ਰਹਮ ਅਗਨ ਪੈਦਾ ਕਰਨੀ ਸੀ ਇਹਦੇ ਨਾਲ, ਇਹ ਟੂਟੀਆਂ ਬੰਦ ਕਰਨੀਆਂ ਸੀਗੀਆਂ। ਜਿੰਨੀ ਕੁ ਨੀਡ ਆ ਉਨੀ ਕੁ ਲੈ ਕੇ ਬਾਕੀ ਸਾਰੀ ਪ੍ਰਾਣ ਸ਼ਕਤੀ ਤੂੰ ਉੱਪਰ ਲੈ ਕੇ ਜਾਣੀ ਸੀ, ਔਰ ਬ੍ਰਹਮ ਅਗਨੀ ਪੈਦਾ ਹੋਣੀ ਸੀ। ਉਹਨੇ ਤੇਰੇ ਜਿਹੜੇ ਹੈਗੇ ਮਨ ਦੇ ਸਾਰੇ ਸੰਸਕਾਰ ਜਿਹੜੇ ਖਤਮ ਕਰ ਦੇਣੇ ਸੀਗੇ। ਕਾਜੀ ਸੋ ਜੋ ਕਾਇਆ ਵਿਚਾਰੈ, ਕਾਇਆ ਕੀ ਅਗਨ ਬ੍ਰਹਮ ਪਰ ਜਾਰੈ। ਸੁਪਨੇ ਬਿੰਦ ਨਾ ਦੇਈ ਚਰਨਾ। ਆਹ ਦੇਖ ਲਓ ਭਾਈ, ਆ ਗਿਆ ਕਾਮ ਦੇ ਉੱਤੇ, ਗੱਡੀ ਉੱਥੇ ਹੀ ਆ ਕੇ ਖੜੀ ਹੋ ਗਈ ਹੈ। ਕਹਿੰਦੇ ਸੁਪਨੇ ਦੇ ਵਿੱਚ ਵੀ ਜਿਹੜਾ ਹੈਗਾ ਇਹਨੂੰ ਕਾਮ ਨੂੰ ਜਾਇਆ, ਕਾਮ ਇੰਦਰੀ ਦੇ ਦੁਆਰਾ ਕਾਮ ਦੇ ਵਿੱਚ ਜਿਹੜੇ ਹੈਗੇ ਇਹਨਾਂ ਵਿਚਾਰਾਂ ਦੇ ਵਿੱਚ ਨਹੀਂ ਜਾਣਾ ਸੀ ਤੂੰ ਤਾਂ 24 ਘੰਟੇ ਕਾਮ ਦੇ ਵਿਚਾਰਾਂ ਦੇ ਵਿੱਚ ਹੀ ਫਸਿਆ ਰਹਿਣਾ ਹੈ। ਸੁਪਨੇ ਬਿੰਦ ਨਾ ਦੇਈ ਚਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ। ਉਹ ਕਾਜੀ ਇਹ ਜਿਹੜਾ ਹੈਗਾ ਸਰੀਰ ਲੈ ਕੇ ਫਿਰ ਬੁਢੇਪਾ, ਫਿਰ ਜਿਹੜਾ ਹੈਗਾ ਕਮਜ਼ੋਰੀ, ਬੁਢੇਪਾ ਆ ਕੇ ਫਿਰ ਜਿਹੜਾ ਹੈਗਾ ਮੌਤ ਆ ਗਈ। ਕਹਿੰਦੇ ਉਹ ਕਾਲ ਦੇ ਹੱਥੋਂ ਨਹੀਂ ਮਾਰਿਆ ਜਾਏਗਾ ਭਾਈ, ਨਾ ਹੀ ਬੁਢੇਪਾ ਆਏਗਾ ਉਹਨੂੰ।
ਜਿਹੜਾ ਆਪਣੀ ਸੁਪਨੇ ਬਿੰਦ ਨਾ ਦੇਈ ਚਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ। ਜਿਹੜਾ ਇਸ ਕਾਮ ਦੇ ਉੱਤੇ ਜਿਹੜਾ ਹੈਗਾ ਧਿਆਨ ਕਰੇਗਾ ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ। ਕਾਜੀ ਸੋ ਜੋ ਕਾਇਆ ਵਿਚਾਰੇ, ਆਪਣੇ ਅੰਦਰ, ਆਪਣੇ ਸਰੀਰ, ਆਪਣੇ ਅੰਦਰ ਵੀ ਮੇਰੇ ਅੰਦਰ ਸਿਸਟਮ ਕੀ ਲੱਗੇ ਹੋਏ ਆ, ਮੇਰੇ ਅੰਦਰ ਕੀ ਪਾਇਆ ਹੈ ਮਾਲਕ ਪਰਮਾਤਮਾ ਨੇ, ਇਹ ਕਹੀ ਜੀ ਇਹ ਸਰੀਰ ਕੀ ਹੈ, ਇਹਦੇ ਅੰਦਰ ਕਿਹੜੀ ਕਿਹੜੀਆਂ ਚੀਜ਼ਾਂ ਹੈ, ਕਿਸ ਤਰ੍ਹਾਂ ਮੈਂ ਕਿਹੜੇ ਪਾਸੇ ਨੂੰ ਲਿਜਾ ਸਕਦਾ ਹਾਂ ਉਹਨਾਂ ਨੂੰ। ਕਾਜੀ ਸੋ ਜੋ ਕਾਇਆ ਵਿਚਾਰੈ, ਕਾਇਆ ਕੀ ਅਗਨ ਬ੍ਰਹਮ ਪਰ ਜਾਰੈ, ਸੁਪਨੇ ਬਿੰਦ ਨਾ ਦੇਈ ਚਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ। ਸੋ ਸੁਲਤਾਨ ਜੋ ਦੋਏ ਸਰ ਤਾਨੈ, ਕਹਿੰਦੇ ਉਹ ਆ ਸੁਲਤਾਨ, ਉਹ ਆ ਯੋਧਾ, ਉਹ ਆ ਸੂਰਬੀਰ ਜਿਹੜਾ 2 ਤੀਰ ਚਲਾਉਂਦਾ ਹੈ, 2 ਤੀਰ ਚਲਾਉਂਦਾ ਹੈ। ਇੱਕ ਜਿਹੜਾ ਹੈਗਾ ਗਿਆਨ ਦਾ, ਇੱਕ ਜਿਹੜਾ ਤੀਰ, ਦੂਜਾ ਤੀਰ ਹੈਗਾ ਵੈਰਾਗ ਦਾ। ਸਿੰਪਲ ਭਾਸ਼ਾ 'ਚ ਕਹਿ ਲਓ ਵੀ ਬੁੱਧੀ ਔਰ ਭਾਵਨਾ, ਭਾਵਨਾ, बुद्धि और भावना, ज्ञान और वैराग। भावना वैराग ਹੁੰਦੀ ਹੈ, ਦੋਨੋਂ ਤੀਰ ਚਲਾਉਣੇ ਪੈਣੇ ਆ। ਉਹ ਸੁਲਤਾਨ ਆ ਭਾਈ, ਉਹ ਬਾਦਸ਼ਾਹ ਹੈਗਾ, ਉਹ ਜਿੱਤ ਲੇਗਾ ਆਪਣੇ ਮਨ ਨੂੰ, ਜਿਹੜਾ ਗਿਆਨ ਔਰ ਵੈਰਾਗ ਦੋਨਾਂ ਨੂੰ ਇਕੱਠੇ ਰੱਖਦਾ ਹੈ। ਸੋ ਸੁਲਤਾਨ ਜੋ ਦੋਏ ਸਰ ਧਨ ਹੈ, ਇਹ ਕਾਲ ਦੇ ਨਾਲ ਦੋਨੋਂ ਤੀਰ ਲੱਗੂਗੇ ਤਾਂ ਕਾਲ ਵਸ ਜਾਏਗਾ। ਸੋ ਸੁਲਤਾਨ ਜੋ ਦੋਏ ਸਰ ਧਨ ਹੈ, ਬਾਹਰ ਜਾਤਾ ਭੀਤਰ ਆਨੇ। ਇਹ ਮਨ, ਇਹ ਪ੍ਰਾਣ ਸ਼ਕਤੀ ਜਿਹੜੀ ਬਾਹਰ ਜਾ ਰਹੀ ਹੈ, ਕਾਮ ਇੰਦਰੀ ਔਰ ਜਿਹੜੇ ਇਹਨਾਂ ਦੇ ਦੁਆਰਾ ਜਿਹੜੀ ਹੈਗੀ ਆ, ਇਹ ਜਿੰਨੇ ਵੀ ਗਿਆਨ ਇੰਦਰੀਆਂ ਲੱਗੀਆਂ, ਕਰਮ ਇੰਦਰੀਆਂ ਲੱਗੀਆਂ, ਸਵਾਦਾਂ ਦੇ ਵਿੱਚ ਮੈਕਸੀਮਮ ਸਵਾਦਾਂ ਦੇ ਨਾਲ ਆਪਾਂ ਰੋਗੀ ਹੁੰਦੇ ਹਾਂ। ਮਨ ਰੋਗੀ ਹੁੰਦਾ ਹੈ ਔਰ ਤਨ ਵੀ ਰੋਗੀ ਹੁੰਦਾ ਹੈ ਸਵਾਦਾਂ ਦੇ ਨਾਲ, ਸਵਾਦ ਦੇ ਨਾਲ, ਜੀਭ ਦੇ ਸਵਾਦਾਂ ਦੇ ਨਾਲ। ਕਿਉਂਕਿ ਖਾਂਦੇ ਆਪਾਂ ਸਵਾਦਾਂ ਦੇ ਕਾਰਨ ਹੈਗੇ, ਭੁੱਖ ਨਹੀਂ ਲੱਗੀ, ਸਰੀਰ ਨੂੰ ਡਿਮਾਂਡ ਨਹੀਂ ਆ। ਐਸੀਆਂ ਚੀਜ਼ਾਂ ਡੰਪ ਕਰੀ ਜਾ ਰਹੇ, ਜਿਵੇਂ ਕੂੜਾ ਕਰਕਟ ਦਾ ਢੇਰ ਹੁੰਦਾ ਹੈ। ਆਪਾਂ ਆਹ ਵੀ ਲੈ ਲਓ, ਆਹ ਵੀ ਲੈ ਲਓ, ਆਹ ਵੀ ਖਾ ਲਓ, ਬਸ ਸਿਰਫ ਸਵਾਦ ਜੀਭ ਦੇ ਉੱਤੋਂ ਦੀ ਲੰਘਿਆ ਨਹੀਂ। ਆਪਾਂ ਨੂੰ ਕੀ ਪਤਾ ਅੰਦਰ ਕੀ ਖਾਧਾ ਆਪਾਂ ਨੇ, ਕੁਛ ਵੀ ਸਿੱਟ ਲਓ, ਕੋਈ ਪਤਾ ਨਹੀਂ ਲੱਗੇਗਾ। ਸਿਰਫ ਜੀਭ, ਜੇ ਸਵਾਦ ਖਤਮ ਹੋ ਜਾਏ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗੇਗਾ ਆਪਾਂ ਕੀ ਖਾ ਰਹੇ। ਸੋ सुल्तान जो दोए सर ताने, बाहर जाता भीतर आने, गगन मंडल में लश्कर करे। ਕਹਿੰਦੇ ਸਾਰੀ ਫੌਜ ਜਿਹੜੀ ਗਿਆਨ ਇੰਦਰੀਆਂ ਲੈ ਕੇ ਕਰਮ ਇੰਦਰੀਆਂ ਸਾਰੀਆਂ ਗਗਨ ਮੰਡਲ ਦੇ ਵਿੱਚ ਜਾ ਕੇ ਟਿਕ ਜਾਏ। ਸੁੰਨ ਗੁਫਾ ਮੇ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਗਗਨ ਮੰਡਲ ਕਿਤੇ ਕੋਈ ਜਿਹੜਾ ਹੈਗਾ ਕੋਈ ਉੱਪਰ ਮੰਡਲ ਥੋੜੀ ਨਾ ਹੈਗਾ। ਆਪਾਂ ਗਗਨ ਮੰਡਲ ਹੈ ਵਿਚਾਰ ਮੁਕਤ ਹੋਣਾ, ਬਸ ਵਿਚਾਰ ਬੰਦ ਹੋ ਗਏ ਤੇ ਗਗਨ ਮੰਡਲ 'ਚ ਪਹੁੰਚ ਗਏ ਆਪਾਂ। ਗਗਨ ਮੰਡਲ ਮੇ ਲਸ਼ਕਰ, ਲਸ਼ਕਰ ਕਹਿੰਦੇ ਫੌਜ, ਇਕੱਠੀ ਫੌਜ, ਜੋ ਫੋਰਸ ਤੈਨੂੰ ਦਿੱਤੀ ਹੋਈ ਇਹਨੂੰ ਗਗਨ ਮੰਡਲ ਤੱਕ ਲੈ ਕੇ ਜਾ ਇਹਨਾਂ ਨੂੰ। ਗਗਨ ਮੰਡਲ ਮੇ ਲਸ਼ਕਰ ਕਰੈ, ਸੋ ਸੁਲਤਾਨ ਛਤਰ ਸਿਰ ਧਰੈ। ਲਓ ਸੁਲਤਾਨ ਕਹਿਤਾ ਮਹਾਰਾਜ ਨੇ, ਕਹਿੰਦੇ ਉਹ ਬਾਦਸ਼ਾਹ ਬਣ ਗਿਆ, ਛਤਰ ਆ ਗਿਆ। ਪਰਮਾਤਮਾ ਨੇ ਉਹਦੇ ਸਿਰ ਤੇ ਛਤਰ ਝੁਲਾ ਦੇਣਾ ਹੈ, ਮਾਲਕ ਨੇ। ਉਹ 3 ਲੋਕਾਂ ਦਾ ਪਿਓ ਪਰਮਾਤਮਾ ਉਹਦੇ ਸਿਰ ਤੇ ਛਤਰ ਝੁਲਾ ਦੇਗਾ, ਇਲਾਹੀ ਛਤਰ। ਸੋ ਸੁਲਤਾਨ ਛਤਰ ਸਿਰ ਧਰੈ। ਬਾਕੀ ਦੁਨੀਆ ਜਿਹੜੀ ਹੈਗੀ, ਹੁਣ ਕਬੀਰ ਜੀ ਦੱਸ ਰਹੇ ਪਾਏ, ਜੋਗੀ ਗੋਰਖ ਕਰੇ, ਜੋਗੀਆਂ ਦਾ ਫਿਰਕਾ ਹੈ, ਉਹਨਾਂ ਨੇ ਗੋਰਖ ਕਰੀ ਜਾਣਾ ਹੈ। ਔਰ ਜਿਹੜਾ ਹੈ ਹਿੰਦੂ ਰਾਮ ਨਾਮ ਉਚਰੈ, ਹਿੰਦੂ ਨੇ ਜਿਹੜਾ ਹੈਗਾ ਉਹ ਦਸ਼ਰਥ ਦਾ ਜਿਹੜਾ ਹੈਗਾ ਸੀਤਾਰਾਮ ਕਰੀ ਜਾਣਾ ਹੈ। ਮੁਸਲਮਾਨ ਕਾ ਇੱਕ ਖੁਦਾ ਹੈ, ਮੁਸਲਮਾਨ ਨੇ ਉਹ 7ਵੇਂ ਅਸਮਾਨ ਤੇ ਜਿਹੜਾ ਖੁਦਾ ਹੈ ਉਹਦੇ ਵੱਲ ਲੱਗੇ ਰਹਿਣਾ ਹੈ ਭਾਈ, ਉਹ ਮੁਸਲਮਾਨ ਦਾ ਹੀ ਹੈ, ਹੋਰ ਕਿਸੇ ਦਾ ਹੈ ਹੀ ਨਹੀਂ ਹੈ। ਕਬੀਰ ਕਾ ਸੁਆਮੀ ਰਹਾ ਸਮਾਏ। ਕਬੀਰ ਜੀ ਕਹਿੰਦੇ ਮੇਰਾ ਮਾਲਕ ਪਰਮਾਤਮਾ ਤਾਂ ਭਾਈ ਹਿੰਦੂ ਦੇ ਵਿੱਚ ਵੀ, ਮੁਸਲਮਾਨ ਦੇ ਵਿੱਚ ਵੀ, ਸਿੱਖ ਦੇ ਵਿੱਚ ਵੀ, ਈਸਾਈ ਦੇ ਵਿੱਚ ਵੀ, ਔਰ ਮੱਛੀਆਂ ਦੇ ਵਿੱਚ ਵੀ, ਪਤੰਗਿਆਂ ਦੇ ਵਿੱਚ ਵੀ, ਔਰ ਜਾਨਵਰਾਂ ਦੇ ਸਾਰੀ ਜਗ੍ਹਾ 'ਤੇ ਸਮਾਇਆ ਹੋਇਆ ਹੈ। ਮੇਰਾ ਸੁਆਮੀ ਤਾਂ ਉਹ ਹੈਗਾ ਭਾਈ। ਮਾਫ ਕਰਨਾ ਗੋਰਖੀ ਜੀ, ਥੋੜ੍ਹਾ ਜਿਹਾ ਲੰਬਾ ਹੋ ਗਿਆ, ਪਰ ਜਿਹੜਾ ਹੈਗਾ ਲਿੰਕ ਦੋਨੋਂ ਜਿਹੜੇ ਹੈਗੇ ਇਹ ਬਣਨੀ ਸੀਗੀ। ਹੁਣ ਜਿਹੜਾ ਹੈਗਾ ਆਪਾਂ ਇਹਨੂੰ ਵਿਚਾਰੀਏ। ਸੋ ਮੁੱਲਾ ਜੋ ਮਨ ਸਿਉ ਲੜੈ, ਗੁਰ ਉਪਦੇਸ਼ ਕਾਲ ਸਿਉ ਜੁੜੈ, ਕਾਲਪੁਰ ਕਾ ਮਰਦੈ ਮਾਨ, ਤਿਸ ਮੁੱਲਾ ਕੋ ਸਦਾ ਸਲਾਮ। ਹਾਂਜੀ ਵੀਰ ਜੀ।
ਤੁਹਾਡੀ ਆਵਾਜ਼ ਨਹੀਂ ਆ ਰਹੀ ਵੀਰ ਜੀ, ਤੁਹਾਡਾ ਸਿਸਟਮ ਐਕਟੀਵੇਟ ਨਹੀਂ ਹੋਇਆ। ਇਹ ਲੂਜ਼ ਹੀ ਆ ਤੁਹਾਡਾ ਕੰਟੈਕਟ। ਆ ਗਈ ਜੀ, ਹੁਣ ਆਈ। ਉਹ ਇਦਾਂ ਹੀ ਮੈਨੂੰ ਲੱਗਾ ਪੈਸੇ ਖਰਚਣੇ ਪੈਣੇ, ਡਾਲਰ ਭੇਜੋ ਫਿਰ ਹੀ ਮਾਈਕ ਆਵੇਗਾ। ਤੁਸੀਂ ਹੁਕਮ ਕਰੋ, ਮੈਂ ਤਾਂ ਉੱਥੇ ਦੇ ਉੱਥੇ ਹੀ ਭੇਜ ਦੇਣਾ ਡਾਲਰ, ਉੱਥੇ ਦੇ ਉੱਥੇ ਹੀ। ਉੱਥੇ ਨਿੱਜਰ ਸਾਹਿਬ ਉਹ ਮੈਂ ਬੜੇ ਮਾਈਕ ਮੰਗਾਏ, ਉਹ ਸਭ ਏਦਾਂ ਹੀ ਹਾਂਜੀ ਆਰਾਮ ਭਰੋਸੇ ਕਿੰਨੇ ਪੈਸੇ ਲਾ ਲਏ ਮੈਂ। ਅੱਛਾ ਕੋਈ ਗੱਲ ਨਹੀਂ, ਮਜ਼ਾਕ ਕਰਦਾ ਸੀ ਮੈਂ। ਨਹੀਂ ਮੈਂ ਵੀ ਮਜ਼ਾਕ ਹੀ ਕਰ ਰਿਹਾ, ਮੈਂ ਵੀ ਮਜ਼ਾਕ ਹੀ ਕਰ ਰਿਹਾ ਗੁਰਕੀ ਸਿੰਘ। ਹਾਂ ਨਹੀਂ ਕੋਈ ਗੱਲ ਨਹੀਂ, ਉਹ ਮਾਈਕ ਮੈਂ ਕਾਫੀ ਮੰਗਾਏ ਆ। ਚਲੋ ਕੋਈ ਗੱਲ ਨਹੀਂ, ਇਹਦੇ ਨਾਲ ਟਾਈਮ ਪਾਸ ਕਰ ਲਾਂਗੇ। ਹਾਂਜੀ ਹੁਣ ਦੇਖੋ ਸਾਧ ਸੰਗਤ ਜੀ, ਕੱਲ ਦੀ ਬਾਣੀ ਦੇ ਵਿੱਚ ਆਪਾਂ ਇਹ ਸਮਝੇ ਇਹ ਸਾਰੀ ਜਿਹੜੀ ਖੇਡ ਆ ਪ੍ਰਾਣ ਊਰਜਾ ਦੀ ਆ। ਹਾਂ ਹੈਨਾ, ਬਿਲਕੁਲ ਇਹ ਚੀਜ਼ ਨੂੰ ਆਪ ਸਮਝੋ ਤੇ ਇਹ ਕੋਈ ਜ਼ਿਆਦਾ ਬਾਹਰ ਦੀ ਗੇਮ ਤੇ ਹੈ ਨਹੀਂ ਜੇ, ਤੇ ਬਾਹਰ ਕੁਝ ਜ਼ਿਆਦਾ ਕੁਝ ਹੈ ਵੀ ਨਹੀਂ ਜੇ। ਇਹ ਇੱਕ ਤੁਹਾਨੂੰ ਮੈਂ ਦੱਸਣਾ ਚਾਹੁੰਦਾ। ਠੀਕ ਨਜਰ ਸਾਹਿਬ? ਬਿਲਕੁਲ ਬਹੁਤ ਵਧੀਆ ਗੁਰਕੀ ਸਾਹਿਬ, ਬਹੁਤ ਵਧੀਆ, ਬਿਲਕੁਲ ਸਹੀ ਜਗ੍ਹਾ ਤੇ ਤੁਸੀਂ ਸਹੀ ਪੁਆਇੰਟ ਤੋਂ ਸਟਾਰਟ ਕੀਤੀ ਹੈ ਗੱਲਬਾਤ, ਬਹੁਤ ਵਧੀਆ। ਹਾਂ, ਬਾਹਰ ਕੁਛ ਵੀ ਨਹੀਂ ਜੀ, ਬਾਹਰ ਕੁਛ ਵੀ ਨਹੀਂ ਜੀ, ਬਾਹਰ ਕੁਛ ਵੀ ਨਹੀਂ। ਬਾਹਰ ਪਰਛਾਵਾਂ ਵਾ, ਪਰਛਾਵੇਂ ਨੂੰ ਕੀ ਕਰੋਗੇ? ਉਹਨੂੰ ਕਰ ਸਕਦਾ ਕੋਈ ਕੁਛ? ਹੁਣ ਮੇਰੇ ਪਰਛਾਵੇਂ ਨੂੰ ਕੀ ਕਹੋਗੇ ਤੁਸੀਂ? ਕਰੀ ਜੋ ਮਰਜੀ, ਆ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕੀ ਆ? ਪਰਛਾਵੇਂ। ਮਨ ਮੈਲੇ ਤੇ ਸਭ ਕੁਛ ਮੈਲਾ। ਬਿਲਕੁਲ, ਕਿਉਂਕਿ ਮਨ ਮੈਲਾ ਹੈ, ਮਨ ਮੈਲਾ ਹੈ ਤੇ ਚਿੱਤ ਮੈਲਾ ਹੈ, ਚਿੱਤ ਮੈਲਾ ਤੇ ਪਿੱਛੇ ਕਾਰਨ ਸਰੀਰ ਮੈਲਾ। ਔਰ ਜਿਹੜੀ ਚੀਜ਼ ਹੈ ਨਾ, ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗੀ, ਪਰ ਮੁਸ਼ਕਲ ਉਹਦੇ ਲਈ ਨਹੀਂ ਹੈ ਜਿਹੜਾ ਚੱਲਣਾ ਚਾਹੁੰਦਾ, ਤੇ ਜਿਹੜਾ ਨਹੀਂ ਚੱਲਦਾ ਉਹਦੇ ਲਈ ਬਹੁਤ ਮੁਸ਼ਕਲ ਜੀ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਹੈ ਗੁਰਕੀ ਸਾਹਿਬ, ਬਿਲਕੁਲ ਸਹੀ ਆ। ਹਾਂ ਦੇਖੋ, ਇਹਦੇ ਵਿੱਚ ਦੋ ਰਿਆਂ ਨਹੀਂ ਹੈਗੀਆਂ। ਜਿਹੜਾ ਚੱਲੂਗਾ ਪਹੁੰਚੂਗਾ, ਉਹ ਜਿਹੜਾ ਨਹੀਂ ਚੱਲੂਗਾ ਉਹ ਨਹੀਂ ਕਦੀ ਪਹੁੰਚੇਗਾ। ਸਿੰਪਲ ਜੀ ਗੱਲ ਆ। ਬਾਹਰ ਦੀ ਯਾਤਰਾ ਜਿੰਨੀ ਮਰਜ਼ੀ ਕੋਈ ਕਰਕੇ ਦੇਖ ਲੇ, ਇਹਦੇ ਨਾਲ ਤੁਹਾਡੇ ਮਨ ਦਾ ਦੋਸ਼ ਦੂਰ ਨਹੀਂ ਹੋਣਾ। ਇਹਦਾ ਕਾਰਨ ਕੀ ਆ? ਇਹ ਵਿਧਾਨ ਹੀ ਇਹੋ। ਹੁਣ ਦੇਖੋ, ਬਾਣੀ 'ਚ ਇੱਕ ਤੁਕ ਆਉਂਦੀ ਆ, ਤਨ ਧੋਤਿਆ ਮਨ ਅੱਛਾ ਨਾ ਹੋ ਸੀ। ਲਿਖੀ ਆ ਤੁਕ। ਬਿਲਕੁਲ। ਉਹ ਕਹਿੰਦੇ ਤਨ ਤੂੰ ਧੋਈ ਜਾਂਦਾ, ਮੈਂ ਇਸ਼ਨਾਨ ਕਰਾਉਣਾ ਹੈ, ਪਰ ਇਹਦੇ ਨਾਲ ਤੇਰਾ ਮਨ ਚੰਗਾ ਤੇ ਨਹੀਂ ਹੋ ਸਕਦਾ, ਉਹ ਨਿਰਮਲ ਨਹੀਂ ਹੋਣਾ। ਹਾਂ, ਇਹ ਗੱਲ ਪੱਕੀ ਹੈ ਕਿ ਤੇਰੇ ਤਨ ਦੀ ਮੈਲ ਦੂਰ ਹੋ ਜੂਗੀ, ਪਰ ਤਨ ਤੇ ਮਨ ਦੋਨੋਂ ਲੱਗ ਗਿਆ। ਤੁਹਾਡੇ ਮਨ ਦੀ ਖੁਰਾਕ ਲੱਗ ਗਿਆ, ਤੁਹਾਡੇ ਤਨ ਦੀ ਖੁਰਾਕ ਲੱਗ ਗਿਆ। ਠੀਕ ਹੈ, ਤੇ ਤਨ ਦੀ ਖੁਰਾਕ ਜਿਹੜੀ ਉਹਨੂੰ ਤੁਹਾਨੂੰ ਦੇਣੀ ਪੈਣੀ, ਉਹਦਾ ਨਹੀਂ ਤੇ ਤੁਹਾਡਾ ਰੋਗ ਨਹੀਂ ਦੂਰ ਹੋਣਾ। ਹੁਣ ਮੈਂ ਅੱਜ ਬੈਠਾ ਮੇਰੇ ਮਨ 'ਚ ਇੱਕ ਵਿਚਾਰ ਚੱਲ ਜਾਂਦੀ ਸੀ, ਮੈਂ ਕਹਿੰਦਾ ਸਾਨੂੰ ਪਤਾ ਹੀ ਨਹੀਂ ਕਿੰਨਾ ਕੁਝ ਚਾਹੀਦਾ ਹੈ, ਵਿਟਾਮਿਨ ਚਾਹੀਦੇ ਆ, ਪ੍ਰੋਟੀਨ ਚਾਹੀਦੇ ਆ, ਨਿਊਟ੍ਰੀਸ਼ਨ ਵਗੈਰਾ ਸਾਰਾ ਕੁਝ ਚਾਹੀਦਾ, ਕੈਲਸ਼ੀਅਮ ਚਾਹੀਦਾ, ਪਤਾ ਨਹੀਂ ਕਿੰਨਾ ਕੁਝ ਚਾਹੀਦਾ। ਤੇ ਮੱਝਾਂ ਤੇ ਇੱਕ ਇਕੱਲਾ ਘਾਹ ਖਾਂਦੀਆਂ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ। ਉਹਨਾਂ ਨੂੰ ਘਾਹ 'ਚ ਸਾਰਾ ਕੁਝ ਮਿਲੀ ਜਾਂਦੇ ਆ। ਬੜਾ ਮੈਂ ਹੈਰਾਨ ਹੁੰਦੇ ਆ, ਇਹ ਕੀ ਪ੍ਰਮਾਤਮਾ ਨੇ ਇੱਕ ਇਹ ਵਿਧੀ ਬਣਾਈ ਹੈ। ਤੇ ਉਹ ਵੇਖੋ, ਉਹਦੇ ਰੰਗ ਨੇ, ਔਰ ਚਲੋ ਉਹਦੇ ਪਿੱਛੇ ਵੀ ਕੋਈ ਕਾਰਨ ਹੋਊਗਾ। ਹੋ ਸਕਦਾ ਕਿ ਮੇਰੀ ਪਹੁੰਚ ਉੱਥੇ ਤੱਕ ਨਹੀਂ ਹੈ, ਨਹੀਂ ਪਤਾ ਲੱਗਾ। ਅੱਛਾ ਠੀਕ ਹੈ, ਇੱਥੇ ਆਪਾਂ ਤੁਕ ਤੇ ਵਾਪਸ ਆਉਂਦੇ ਹਾਂ। ਕੱਲ ਦੀ ਜਿਹੜੀ ਗੱਲ ਚੱਲੀ ਸੀ, ਆਪਾਂ 10ਵੇਂ ਦਵਾਰ ਤੱਕ ਪਹੁੰਚੇ ਸੀ। 10ਵਾਂ ਦਵਾਰ ਦਾ ਮਤਲਬ ਕੋਈ ਦੀਵਾਰ ਦੂਰ ਕੁਛ ਨਹੀਂ ਹੁੰਦਾ, ਜਸਟ ਸਮਝਾਉਣ ਦਾ ਤਰੀਕਾ। ਇੱਕ ਆਪ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ, ਉੱਥੇ ਕੋਈ ਦਰਵਾਜ਼ਾ ਨਹੀਂ ਹੈਗਾ। ਆਤਮਾ 'ਚ ਕਿਤੇ ਕੋਈ ਦਰਵਾਜ਼ਾ ਥੋੜ੍ਹੀ ਹੁੰਦਾ, ਉਹਦੇ ਵਿੱਚ ਕਾਮ ਕ੍ਰੋਧ ਤੇ ਲੋਭ ਮੋਹ ਹੰਕਾਰ ਦੇ ਵਿਚਾਰ ਨੇ, ਬਸ ਉਹਦੇ ਤੋਂ ਅੱਗੇ ਜਾਣਾ ਆਪਾਂ। ਆਤਮਾ ਦਾ ਮਤਲਬ ਕੀ ਹੈ? ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਰਾਗ ਤੇ ਦਵੈਸ਼ ਤੋਂ ਅੱਗੇ ਲੰਘ ਜਾਣਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੋਈ ਮਾੜੀਆਂ ਮੋਟੀਆਂ ਪਾਵਰਾਂ ਨਹੀਂ ਆ, ਇਹ 5 ਤੱਤ ਨੇ। ਆਹ ਜਿਹੜੀ ਧਰਤੀ ਆ, ਪਾਣੀ ਆ, ਆਕਾਸ਼ ਆ, ਪਵਨ ਆ, ਅਗਨ ਆ, ਵਿਜੇ ਸਾਹਿਬ ਬਿਲਕੁਲ ਇਹਨਾਂ ਦੇ ਗੁਣ ਹੀ ਆ। ਇਹਨਾਂ ਦੇ ਗੁਣ ਆ, ਇੱਕ ਕੋਈ ਮਜ਼ਾਕ ਨਹੀਂ ਹੈਗਾ, ਕਿਉਂਕਿ ਤੁਸੀਂ ਬਣੇ ਔਰ ਤੋਂ ਜੋ। ਹਾਂ, ਇਸ ਕਰਕੇ ਇਹਨਾਂ ਨੂੰ ਹਟਾਉਣਾ ਵੀ ਬਾਬਾ ਔਖਾ, ਕਿਉਂਕਿ ਜਿਹੜੀ ਚੀਜ਼ ਸਾਡੇ ਅਸੀਂ ਜਿਹੜੀ ਚੀਜ਼ ਤੋਂ ਬਣੇ ਆ, ਆਪ ਸਮਝਣ ਦੀ ਕੋਸ਼ਿਸ਼ ਕਰੋ। ਪੂਰੀ ਪ੍ਰਕਿਰਤੀ ਨੂੰ ਧੱਕ ਕੇ ਸਾਈਡ ਕਰ ਦੇਣਾ ਔਰ ਥੱਲੇ ਪੁਰਸ਼ ਨੂੰ ਪ੍ਰਗਟ ਕਰ ਦੇਣਾ, ਕੋਈ ਮਜ਼ਾਕ ਹੈ? ਕਮਾਲ ਹੈ ਜੀ, ਬੜੀ ਤੜੀ ਗੱਲ ਹੈ। ਬੋਲੇ ਤਾਂ ਬਹੁਤ ਵੱਡੀ ਗੱਲ ਹੈ।
ਪਰ ਜੇ ਤੁਸੀਂ ਮਾੜਾ ਜਿਹਾ ਸਮਰਪਣ ਕਰ ਦੋਗੇ ਨਾ, ਇਹ ਬੜੀ ਆਸਾਨ ਗੱਲ ਆ। ਕਿਉਂਕਿ ਪ੍ਰਮਾਤਮਾ ਨੂੰ ਕਹੋ ਨਾ ਕਿ ਸਾਈਡ ਤੇ ਬਾਓ ਨੂੰ, ਭਰਾਵਾ ਆ ਪੱਥਰ ਤੂੰ ਕਰਦੇ ਪਰੇ, ਉਹ ਕਹਿੰਦਾ ਮੈਨੂੰ ਕਹਿ ਦੇ ਮੈਂ ਕਰ ਦਿੰਦਾ, ਪਰ ਜੇ ਤੂੰ ਖੁਦ ਪੰਗੇ ਲੈਣੇ ਆ ਤੇ ਫੇਰ ਤੂੰ ਇਕੱਲਾ ਹੀ ਹੋ। ਬਸ 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 ਆਹੀ ਗੱਲ ਹੈ। ਹੈ ਬੜਾ ਸੌਖਾ ਕੰਮ, ਪਰ ਹੁਣ ਡਿਪੈਂਡ ਹੈ ਨਾ ਕਿ ਤੁਸੀਂ ਕਰਨਾ ਚਾਹੁੰਦੇ ਕਿ ਨਹੀਂ ਚਾਹੁੰਦੇ। ਕਈ ਤੇ ਕਹਿੰਦੇ ਪੱਥਰ ਚੰਗੇ ਲੱਗਦੇ ਆ ਤੇ ਫਿਰ ਤਾਂ ਮੁਸ਼ਕਲ ਹੋ ਜੂ ਨਾ। ਬਿਲਕੁਲ, ਕਈ ਨਹੀਂ ਗੁਰਕੀ ਸਾਹਿਬ, ਕਈ ਨਹੀਂ, ਦੁਨੀਆ ਸਾਰੀ ਕਹਿੰਦੀ ਆ ਪੱਥਰ ਚੰਗੇ ਲੱਗਦੇ ਆ। ਸਾਰਿਆਂ ਨੂੰ ਇਹੀ ਤਾਂ ਪੱਥਰ ਚੰਗੇ ਲੱਗਦੇ ਆ, ਤਾਂ ਹੀ ਤਾਂ ਆਪਾਂ ਜਿਹੜੇ ਇਸ ਪਾਸੇ ਨਿਕਲ ਨਹੀਂ ਪਾਉਂਦੇ ਭਾਈ। ਹਾਂਜੀ ਵੀਰ ਜੀ। ਗੋਰਖੀ ਸਾਹਿਬ। ਹਾਂਜੀ ਨਿੱਜਰ ਸਾਹਿਬ, ਉਹ ਥੋੜਾ ਜਿਹਾ ਐਡਜਸਟਮੈਂਟ ਸੀ। ਠੀਕ ਹੈ ਜੀ। ਹੁਣ ਦੇਖੋ, ਮੁੱਲੇ ਦਾ ਮਤਲਬ ਹੁੰਦਾ ਹੈ ਜਿਹੜਾ ਮੌਲਵੀ ਹੋਏ, ਜਿਹੜਾ ਗਿਆਨੀ ਹੋ, ਗਿਆਨ ਦਿੰਦਾ। ਕੋਈ ਵੀ ਇਹ ਜਿਹੜਾ ਕੋਈ ਵੀ ਬੰਦਾ, ਆਪਾਂ ਮੁਸਲਮਾਨ ਦੀ ਗੱਲ ਇੱਥੇ ਹੋਈ ਆ, ਪਰ ਮੁਸਲਮਾਨ ਨੂੰ ਨਹੀਂ ਆਪਾਂ ਇਕੱਲਾ ਲੈਣਾ। ਮੁੱਲੇ ਦਾ ਮਤਲਬ ਉਹ ਕਿ ਜਿਹਨੂੰ ਧਰਮ ਦੇ ਇਲਮ ਹੈਗਾ ਹੈ, ਜਿਹਨੂੰ ਕਿਤਾਬਾਂ ਕਤੂਬਾਂ ਦਾ ਗਿਆਨ ਆ, ਜੋ ਆਪਣੇ ਆਪ ਨੂੰ ਕਹਿੰਦੇ ਆ ਕਿ ਮੈਂ ਰੱਬ ਦਾ ਗਿਆਨ ਕਰਾ ਸਕਦਾ, ਰੱਬ ਦਾ ਗਿਆਨ। ਇੱਥੇ ਨਾ ਪਲੀਜ਼ ਅੰਡਰਸਟੈਂਡ ਕਰੋ, ਇਹ ਬਾਣੀ ਕਿਤੇ ਵੀ ਸਧਾਰਨ ਬੰਦੇ ਲਈ ਉਚਾਰ ਨਹੀਂ ਕੀਤੀ ਗਈ, ਕਿਤੇ ਵੀ ਨਹੀਂ। ਲਿਮਟਿਡ ਲੋਕ, ਉਹ ਸੰਤ ਜਨ ਕਹਿੰਦੇ ਨੇ, ਸਾਧੂ ਕਹਿੰਦੇ ਨੇ, ਸਾਧੂ ਮਨ ਕਾ ਮਨ ਤਿਆਗੋ, ਸੰਤਾਂ ਨੂੰ। ਇਹ ਕੇਵਲ ਉਹਨਾਂ ਬੰਦਾ ਲਈ ਜਿਹੜੇ 1% ਜਾਂ 0.1% ਲੋਕ ਜਿਹੜੇ ਅਧਿਆਤਮਿਕ ਸਫ਼ਰ ਤੇ ਚੱਲਦੇ ਨੇ। ਦੂਜੇ ਵਿਚਾਰੇ ਨੂੰ ਕੀ ਪਤਾ ਰੱਬ ਕੀ ਹੈ। ਤੁਸੀਂ ਚੱਲ ਜਾਓ ਗੁਰਦੁਆਰੇ ਜਾ ਕੇ, ਉਹ ਕਹਿੰਦੇ ਕਿਹੜਾ ਰੱਬ ਰੂਪ। ਰੱਬ ਦਾ ਮਤਲਬ ਸਾਡੇ ਲਈ ਇੰਨਾ ਹੈ, ਮੱਥਾ ਟੇਕਿਆ, ਡਿਮਾਂਡ ਕੀਤੀ ਐਂਡ ਸਪਲਾਈ ਆਈ, ਬਸ। ਇਸ ਤੋਂ ਅੱਗੇ ਸਾਨੂੰ ਨਹੀਂ ਪਤਾ। ਇਹ ਪਲੀਜ਼ ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ, ਇਹ ਜਿਹੜੀ ਬ੍ਰਹਮ ਵਿਦਿਆ ਹੈ, ਇਹ ਸਧਾਰਨ ਬੰਦੇ ਵਾਸਤੇ ਨਹੀਂ ਹੈਗੀ। ਬਿਲਕੁਲ ਸਹੀ ਗੱਲ, ਕਿਤੇ ਨਹੀਂ ਹੈਗੀ। ਪਲੀਜ਼ ਇਸ ਨੂੰ ਕਿਤੇ ਵੀ ਮਿਸਅੰਡਰਸਟੂਡ ਨਾ ਕਰੋ। ਔਰ ਖਾਸ ਕਰਕੇ ਇੱਥੇ ਭੀੜ ਵੀ ਨਹੀਂ ਚਾਹੀਦੀ ਸਾਨੂੰ ਥੋੜੇ ਜਿਹੇ ਬੰਦੇ ਚਾਹੀਦੇ ਨੇ ਜਿਹੜੇ ਕਾਫੀ ਐਕਟਿਵ ਨੇ। ਐਕਟਿਵ ਬੰਦਾ ਚਾਹੀਦਾ ਇੱਥੇ। ਜਿਹੜਾ ਬੰਦਾ ਐਵੇਂ ਸਵਾਦ ਲੈਂਦਾ ਫਿਰਦਾ, ਉਹਦੇ ਵਾਸਤੇ ਤੇ ਸੰਗਤ ਕਿਤੇ ਵੀ ਨਹੀਂ ਹੈਗੀ। ਨਾ ਤੇ ਮੈਨੂੰ ਕੁਛ ਲੈਣਾ ਦੇਣਾ, ਨਾ ਨਿੱਜਰ ਸਾਹਿਬ ਨੂੰ ਕੁਛ ਲੈਣਾ ਦੇਣਾ। ਆਪਾਂ ਚਾਹੁੰਦੇ ਹਾਂ ਕਿ ਥੋੜੀ ਜਿਹੀ ਸੰਗਤ ਹੋਵੇ ਸਾਫ਼ ਸੁਥਰੀ, ਜਿਹੜੀ ਐਕਚੁਅਲ ਚ ਬ੍ਰਹਮ ਨੂੰ ਜਾਣਨਾ ਚਾਹੁੰਦੀ ਹੈ, ਅਸਲ ਬ੍ਰਹਮ ਨੂੰ। ਬਾਕੀ ਜੇ ਨਕਲੀ ਬ੍ਰਹਮ ਚਾਹੀਦਾ, ਉਹ ਜਿੱਥੇ ਮਰਜ਼ੀ ਚੱਲ ਜਾਓ, ਉੱਥੇ ਪਿਆ ਹੋਇਆ। ਇੱਥੇ ਕੇਵਲ ਉਹ ਲਿਮਟਿਡ ਬੰਦਿਆਂ ਦੀ ਗੱਲ ਕਰਦੇ ਨੇ। ਇਹ ਜਿਹੜਾ ਗਿਆਨ ਤੁਹਾਨੂੰ ਦਿੱਤਾ ਜਾ ਰਿਹਾ, ਇਹ ਸਰਵ ਉੱਤਮ ਗਿਆਨ ਹੈ, ਬ੍ਰਹਮ ਵਿਦਿਆ। ਇਹਦੀ ਕਥਾ ਬਹੁਤ ਟੌਪ ਦੀ ਹੈ, ਔਰ ਖਾਸ ਕਰਕੇ ਇਹ ਬ੍ਰਹਮ ਇਸ ਕਥਾ ਨੂੰ ਖੁਦ ਲਾਈਕ ਕਰਦਾ ਹੈ। ਬਾਕੀ ਤੇ ਦੁਨੀਆ ਚ ਤੁਸੀਂ ਦੇਖੋ, ਤੁਹਾਡੇ ਘਰ ਦੇ ਬਾਹਰ ਹੀ ਪਤਾ ਨਹੀਂ 100 ਗੁਰਦੁਆਰਾ ਹੋਣਾ, ਮੰਦਿਰ ਪਤਾ ਨਹੀਂ ਕਿੰਨੇ ਹੋਣੇ ਆ। ਉਹ ਗਿਆਨ ਜਿੰਨਾ ਮਰਜ਼ੀ ਲੈ ਸਕਦੇ ਆ ਉੱਥੋਂ ਜਾ ਕੇ। ਪਰ ਆਹ ਜਿਹੜਾ ਗਿਆਨ ਆ, ਇਹ ਕੇਵਲ ਨਿਰਾਕਾਰ ਬ੍ਰਹਮ ਦਾ ਹੈ, ਜਿਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਬਿਲਕੁਲ, ਉਹਨੂੰ ਲੱਭਣ ਦੇ ਬਾਰੇ ਗੱਲ ਚੱਲ ਰਹੀ ਹੈ। ਪਤਾ ਉਹਨੂੰ ਵੀ ਆ ਇਹ ਬੰਦੇ ਕੀ ਚਾਹੁੰਦੇ ਆ। ਇਸੇ ਕਰਕੇ ਇਹ ਕੋਟਨ ਮੇ ਏਕ, ਆਪ ਜਸਟ ਦੇਖੋ, ਕੋਟਨ ਚ ਸਾਰੀ ਸ੍ਰਿਸ਼ਟੀ ਦੇ ਵਿੱਚ ਅੱਜ 1 ਸਾਲ 1.5 ਸਾਲ ਕਥਾ ਹੋ ਗਿਆ, ਆਪਾਂ 100 ਤੋਂ ਵਧੇ ਨਹੀਂ ਆ। ਆਪ ਪਲੀਜ਼ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿਹਦੇ ਅੰਦਰ ਜਾਲੀ ਬਰਾਬਰ ਨਹੀਂ ਹੈ ਨਾ, ਉਹਨੇ ਟਿਕਣਾ ਨਹੀਂ ਆ, ਚਲਾ ਜਾਏਗਾ ਤੂੰ। ਉਹਨੂੰ ਸਮਝ ਨਹੀਂ ਆਉਣੀ, ਉਹਦੇ ਬਾਅਦ ਦੀ ਗੱਲ ਨਹੀਂ ਹੈ। ਇਹ ਵੀ ਨਹੀਂ ਕਿ ਕੁਦਰਤ ਕੋ ਮਨਾ ਕਰ ਰਹੀ ਹੈ, ਪਰ ਅਗਲਾ ਨਹੀਂ ਸੁਣਨਾ ਚਾਹੁੰਦਾ ਤੇ ਕੁਦਰਤ ਧੱਕੇ ਨਾਲ ਥੋੜੀ ਕਿਹਨੂੰ ਗਿਆਨ ਕਰਾਉਂਦੀ ਹੈ। ਫਿਰ ਤੇ ਬ੍ਰਹਮ ਹੈਗਾ ਹੀ ਹੈਗਾ, ਫਿਰ ਤੇ ਲੱਭਣ ਦੀ ਕੀ ਲੋੜ ਪਈ ਹੈ। ਇਹ ਚੀਜ਼ ਨਾਲ ਸਮਝੋ, ਠੀਕ ਹੈ। ਵੈਸੇ ਵੀ ਇਹ ਜਿਹੜੀ ਕਥਾ ਮੈਂ ਫਿਰ ਆਪ ਜੀ ਨੂੰ ਕਹਿ ਰਿਹਾ ਕਿ ਸਧਾਰਨ ਬੰਦੇ ਵਾਸਤੇ ਬਿਲਕੁਲ ਨਹੀਂ ਹੈਗੀ। ਸਧਾਰਨ ਬੰਦਾ ਕੀ ਹੈ, ਉਹਦੀ ਸੋਚ ਬੈਠੀ ਹੈ ਪੈਸਾ ਕਮਾਉਣਾ, ਧਨ ਕਮਾਉਣਾ, ਬੱਚੇ ਪਾਲਣੇ, ਐਰਾ ਵਗੈਰਾ ਆਪਣਾ ਜੀਵਨ ਆ। ਉਹਦੇ ਲਈ ਤਾਂ ਬੜੀ ਵੱਡੀ ਗੱਲ ਹੈ, ਘਰ ਬਣਾ ਲਿਆ। ਫਿਰ ਉਹ ਕਹਿੰਦਾ ਕੋਠੀ ਪਾਲੀ, ਫੈਕਟਰੀ ਪਾਲੀ। ਉਹਨੂੰ ਸੰਸਾਰ ਦੇ ਪਦਾਰਥਾਂ ਦੇ ਵਿੱਚ ਉਹਦਾ ਧਿਆਨ ਆ, ਪਰ ਉਹਨੂੰ ਰੱਬ ਰੂਪ ਦੀ ਗੱਲ ਕਰੀਏ, ਉਹ ਕਹਿੰਦਾ ਕਿਹੜਾ ਰੱਬ। ਇੰਨਾ ਪਤਾ ਵਾ ਕਿ ਪਾਠ ਪੜ੍ਹ ਲਓ, ਉਹਦੀ ਗੱਲ, ਵਰਤ ਰੱਖ ਲਓ, ਦਾਨ ਕਰ ਲਓ, ਸੇਵਾ ਕਰ ਲਓ, ਬਸ। ਇਹ ਜਿਹੜੇ ਕਰਮ ਕਾਂਡ ਚ ਹੀ ਉਹ ਜ਼ਿਆਦਾ ਖੁਸ਼ ਆ। ਇਹ ਜਿਹੜੀ ਵਿਦਿਆ ਹੈ, ਇਹ ਕੇਵਲ ਸਾਧਕਾਂ ਵਾਸਤੇ, ਜਿਹੜੇ ਚਾਹੁੰਦੇ ਨੇ
ਕਿ ਇਹ ਸੰਸਾਰ ਦੇ ਪਿੱਛੇ ਕੀ ਹੈ। ਉਹ ਤਾਂ ਜਿਹੜੇ ਹੈ ਨਾ, ਮੈਂ ਤੁਹਾਨੂੰ ਦੱਸਿਆ ਸੀ ਮੇਰੇ ਆਪਣੇ ਰਿਸ਼ਤੇਦਾਰ ਦੀ ਗੱਲ ਦੱਸੀ ਸੀਗੀ। ਉਹ ਕਹਿੰਦੇ ਸੀ, ਮੈਂ ਕਿਹਾ ਵੀ ਕੋਈ ਹੁਣ ਆਪਾਂ ਬੁੱਢੇ ਹੋ ਗਏ ਆ, ਹੁਣ ਥੋੜਾ ਜਿਹਾ ਰੱਬ ਵਾਲੇ ਪਾਸੇ ਤੇ ਕੁਝ ਹੈ ਇਸ ਤਰ੍ਹਾਂ ਦਾ ਸ਼ੌਕ। ਕਹਿੰਦੇ ਉਹ ਰੱਬ ਨੂੰ ਉੱਥੇ ਹੀ ਰੱਖੀਦਾ ਭਾਈ, ਉਹਨੂੰ ਨੇੜੇ ਨਹੀਂ ਜ਼ਿਆਦਾ ਆਉਣ ਦਿੰਦਾ। ਜਿੰਨਾ ਕੁ ਚਾਹੀਦਾ ਸਵੇਰੇ ਸ਼ਾਮ ਤੂੰ ਬੱਦੀ ਕਰ ਲਈ, ਰੱਬ ਉੱਥੇ ਤੱਕ ਹੀ ਰੱਖੀਦਾ ਹੁੰਦਾ। ਹਾਂ, ਰੱਬ ਨੂੰ ਫਿਰ ਲੱਭਣਾ ਵੀ ਇੱਕ ਅਲੱਗ ਵਿਸ਼ਾ ਹੈ। ਫਿਰ ਬੰਦਾ ਜਿਹੜਾ ਨਾ ਭੋਗਾਂ ਨੂੰ ਤਿਆਗ ਨਹੀਂ ਕਰਨਾ ਚਾਹੁੰਦਾ, ਉਹ ਅਸਲ ਦੇ ਵਿੱਚ ਉਹਨੂੰ ਰਸ ਮਿਲਦਾ, ਪਰ ਉਹ ਸੋਚਦਾ ਹੀ ਨਹੀਂ। ਤੂੰ ਇੱਕ ਖੰਡ ਦੇ ਰਸ ਵਿੱਚ ਬੈਠਾ ਹੈ, ਤੈਨੂੰ ਕੀ ਪਤਾ ਸ਼ਹਿਦ ਕੀ ਹੈ। ਹੁਣ ਤੂੰ ਸ਼ਹਿਦ ਦੀ ਜਦ ਤੱਕ ਉਹਦੇ ਜਾਇਕੇ ਨੂੰ ਨਹੀਂ ਚੱਖਦਾ, ਤੈਨੂੰ ਨਹੀਂ ਪਤਾ ਲੱਗਦਾ। ਉਹ ਵਿਚਾਰਾ ਉੱਥੇ ਉਹ ਖੰਡ ਦੇ ਮਿੱਠੇ ਚ ਖੁਸ਼ ਹੈ, ਕੋਈ ਗੁੜ ਚ ਖੁਸ਼ ਹੈ। ਉਹ ਹਰ ਇੱਕ ਬੰਦੇ ਦੀ ਰਾਏ ਵਾ, ਆਪਾਂ ਕਿਸੇ ਨੂੰ ਗਲਤ ਨਹੀਂ ਕਹਿ ਦਿੰਦੇ, ਪਰ ਇੱਥੇ ਤੇ ਚੰਦ ਲੋਕ ਹੀ ਜਾਂਦੇ ਨੇ, ਔਰ ਬ੍ਰਹਮ ਨੂੰ ਜਾਣਦੇ ਵੀ ਕੋਈ ਚੰਦ ਲੋਕ ਨੇ, ਕਿਉਂਕਿ ਇਹ ਸੰਸਾਰ ਤੋਂ ਉਲਟੀ ਦਿਸ਼ਾ ਵੱਲ ਗਤੀ ਹੈ। ਇੱਥੇ ਲੱਖਾਂ ਕਰੋੜਾਂ ਜਾਣਦੇ ਨੇ, ਉੱਥੇ ਨਹੀਂ ਹੈਗੀ ਗਤੀ। ਇਹ ਤੇ ਇੱਕ ਕੱਲਾ ਕੋਈ ਕਹਿ ਲਓ ਕਿ ਨਿਜਰ ਸਾਹਿਬ ਉਹ ਜੀ ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਉਹ ਯਾਰ ਹਾਂ, ਇਹ ਵੀ ਕਹਿ ਲਓ ਔਗਟ ਘਾਟੀ ਹੈ। ਪਲੱਸ ਇਹ ਰੋਡ ਨਹੀਂ ਬਣੀ, ਕੱਲੇ ਜਾਣਾ ਪੈਣਾ। ਉੱਥੇ ਕੋਈ ਬੜਾ ਔਖਾ ਸੰਘਰਸ਼ ਭਰਿਆ ਇੱਕ ਮਾਰਗ ਹੈ, ਕਿਉਂਕਿ ਉੱਥੇ ਆਤਮਾ ਹੈ। ਆਤਮਾ ਦਾ ਮਤਲਬ ਇਹ ਸਾਰਾ ਕੁਝ ਵਿੱਚੋਂ ਨਿਕਲ ਕੇ ਉੱਧਰ ਜਾਣਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੱਥਰ ਜਿਹੜੇ ਹੈਗੇ ਆਪਣੇ ਆਪ ਹੀ ਚੱਕਣੇ ਪੈਣੇ ਆ, ਰਸਤਾ ਬਣਾਉਣਾ ਪੈਣਾ ਆਪਾਂ ਨੂੰ। ਝਾੜੀਆਂ ਹੈਗੀਆਂ ਭਾਈ, ਇਹਨਾਂ ਨੂੰ ਵਿਚਾਰਾਂ ਦੀਆਂ ਝਾੜੀਆਂ ਪਾਸੇ ਕਰਨੀਆਂ ਪੈਣੀਆਂ। ਹਾਂ, ਇਸ ਕਰਕੇ ਜ਼ਿਆਦਾ ਲੋਕ ਇੰਟਰਸਟਿਡ ਨਹੀਂ ਇਸ ਬਿਜ਼ਨਸ 'ਚ, ਪਰ ਬਿਜ਼ਨਸ ਕਰਨ ਵਾਲਾ ਤੇ ਇਹੋ ਹੀ ਜੇ, ਹੋਰ ਤੇ ਬਾਕੀ ਬਿਜ਼ਨਸ ਹੀ ਨਹੀਂ ਹੈਗਾ ਕਿ ਕੰਮ ਦਾ। ਬਾਕੀ ਤੇ ਬਿਜ਼ਨਸ ਕੇ ਕੰਮ ਦਾ ਨਹੀਂ, ਫਿਰ ਤੁਰੇ ਜੋ ਉਹਦੀਆਂ ਠੰਡਾਂ ਦੇ ਘੁੰਮਣੀਆਂ ਨੇ। ਵੈਸੇ ਵੀ ਰੱਬ ਨੇ ਜਿਹੜੀ ਧਰਤੀ ਬਣਾਈ ਆ, ਸੂਰਜ ਬਣਾਏ, ਉਹਨਾਂ ਦੀ ਪਤਾ ਨਹੀਂ ਕਿੰਨੀਆਂ ਉਮਰਾਂ ਨੇ, ਉਹਨੂੰ ਨਹੀਂ ਕੋਈ ਫਰਕ ਪੈਂਦਾ ਕੋਈ ਆਵੇ ਨਾ ਆਵੇ। ਬਸ ਬਿਲਕੁਲ। ਇਹ ਤੇ ਤੁਸੀਂ ਇੱਕ ਸੋਚੋ ਕਿ ਜੇ ਤੁਸੀਂ ਗੇਮ ਚੋਂ ਬਾਹਰ ਆਉਣਾ ਚਾਹੁੰਦੇ ਜੋ, ਇਹ ਇੱਕ ਰਸਤਾ ਵਾ, ਹੋਰ ਕੋਈ ਰਸਤਾ ਨਹੀਂ ਹੈ। ਠੀਕ ਹੈ, ਬਿਲਕੁਲ ਸਹੀ ਹੈ ਜੀ। ਹਾਂ, ਪ੍ਰਕਿਰਤੀ ਨੇ ਤੇ ਖੇਲ ਪਾਇਆ, ਘੁੰਮੀ ਜਾਵਾਂਗੇ, ਉਹਨੂੰ ਕੀ ਪ੍ਰੋਬਲਮ ਥੋੜੀ ਕੋਈ ਹੈਗੀ ਆ। ਹਾਂ, ਉਹ ਤਾਂ ਕਹਿੰਦਾ ਜਦ ਤੱਕ ਮੈਂ ਸਮੇਟਦਾ ਨਹੀਂ ਤਦ ਤੱਕ ਤਾਂ ਮਿੱਤਰਾ ਮੈਂ ਗਰੰਟੀ ਦਿੰਦਾ, ਤਦ ਤੱਕ ਤੂੰ ਘੁੰਮੀ ਜਾ, ਬਸ ਤਦ ਤੱਕ ਤਾਂ ਤੈਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ। ਸ਼ਾਬਾਸ਼ੀ ਹੈ ਮੇਰੀ ਤਾਂ ਤੇਰੇ ਸਿਰ ਤੇ ਹੱਥ ਹੈਗਾ, ਬਸ ਮੌਜ ਮਾਰ। ਜੇ ਪ੍ਰਪੰਚ ਨੂੰ ਖਤਮ ਕਰਨਾ ਹੈ ਫਿਰ ਸਾਧਨਾ ਹੈ। ਬਿਲਕੁਲ। ਜੇ ਤੁਸੀਂ ਖੁਸ਼ ਹੈਗੇ ਜੋ ਆਪਣੇ ਜੀਵਨ ਤੋਂ, ਤੁਹਾਨੂੰ ਵਧੀਆ ਲੱਗ ਰਿਹਾ, ਫਿਰ ਚੱਲੀ ਜਾਓ। ਪਰ ਉਹਦੇ ਵਿੱਚ ਨਾ ਉਹਦਾ ਟੇਸਟ ਦਾ ਵਧੀਆ ਨਹੀਂ ਹੈ, ਬਕਬਕਾ ਜਿਹਾ ਟੇਸਟ ਹੈ। ਅੱਗੇ ਜਾ ਕੇ ਫਿਰ ਏਦਾਂ ਦਾ ਜੀਵਨ ਹੈ। ਠੀਕ ਹੈ ਜੀ, ਆਪ ਪਲੀਜ਼ ਸਮਝੋ। ਫਿਰ ਆਪਾਂ ਵਾਪਸ ਕਰੀਏ। ਕਹਿੰਦੇ ਸੋ ਮੁੱਲਾ ਜੋ ਮਨ ਸੇ ਲੜੇ। ਹਾਂ, ਜਿਹੜਾ ਮਨ ਦੇ ਨਾਲ ਲੜਦਾ ਹੈ, ਤੇ ਜਿਹੜਾ ਮਨ ਦੇ ਨਾਲ ਲੜਦਾ ਹੈ ਅਸਲ ਤੇ ਮੁੱਲਾ ਤੇ ਉਹੀ ਆ। ਤੇ ਮੁੱਲੇ ਦਾ ਮਤਲਬ ਗਿਆਨੀ। ਇਹ ਪਲੀਜ਼ ਆਪ ਸਮਝਣ ਦੀ ਕੋਸ਼ਿਸ਼ ਕਰੋ। ਜੇ ਤੇ ਮੁਸਲਮਾਨਾਂ ਦੀ ਗੱਲ ਕਰੋਗੇ ਤੇ ਉਹ ਤੇ ਕਹਾਣੀ ਚੇਂਜ ਹੋ ਜਾਣੀ। ਇੱਥੇ ਕਬੀਰ ਜੀ ਸਾਨੂੰ ਉਹ ਸਮਝਾ ਰਹੇ ਨੇ ਕਿ ਉਹ ਬੰਦਾ ਗਿਆਨੀ ਹੈ, ਉਹ ਬੰਦੇ ਨੂੰ ਥੋੜਾ ਬਹੁਤਾ ਗਿਆਨ ਦਾ ਪਤਾ ਹੈ, ਉਸ ਬੰਦੇ ਨੂੰ ਥੋੜੀ ਜਿਹੀ ਅਕਲ ਹੈਗੀ ਹੈ ਕਿ ਧਰਮ ਕੀ ਹੈ। ਉਹ ਕੌਣ, ਉਹਨੂੰ ਫਿਰ ਕੀ ਕਰਦਾ ਹੈ, ਉਹ ਮਨ ਨਾਲ ਲੜਦਾ ਹੈ। ਆਪਣੇ ਗਿਆਨੀ ਮੰਨਦਾ ਹੈ, ਆਪਣੇ ਆਪ ਨੂੰ ਸੁਧਾਰਦਾ ਹੈ, ਆਪਣੇ ਅੰਦਰ ਝਾੜੂ ਲਾਉਂਦਾ ਹੈ, ਆਪਣੇ ਗਿਰੀਵਾਨ ਦੇ ਵਿੱਚ ਦੇਖਦਾ ਹੈ, ਦੂਜਿਆਂ ਦੇ ਅਵਗੁਣ ਨਹੀਂ ਫੋਲਦਾ ਉਹ। ਹਾਂਜੀ ਵੀਰ ਜੀ। ਇਹ ਇੱਥੇ ਨਹੀਂ ਲਿਖਿਆ ਕਿ ਤੋ ਮੁੱਲਾ ਜੋ ਗੁਆਂਢੀ ਕੇ ਮਨ ਕੇ ਸਾਥ ਲੜੇ। ਕਿਤੇ ਆਪਣੇ ਕੋਲ ਮੀਨਿੰਗ ਨਾ ਕੱਢ ਲਈਏ। ਉਹ ਕਹਿੰਦੇ ਕਿ ਜਿਹੜਾ ਆਪਣੇ ਮਨ ਨਾਲ ਲੜਦਾ ਹੈ, ਉਹ ਜਿਹੜਾ ਆਪਣੇ ਆਪ ਨੂੰ ਬੰਦੇ ਦਾ ਪੁੱਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਠੀਕ ਹੈ, ਬਿਲਕੁਲ ਠੀਕ ਹੈ। ਲੜੇ ਦਾ ਮਤਲਬ आप फिर प्लीज समझने की कोशिश करे। उन्हें समझाने की गल नहीं की। सो मुल्ला जो अपने मन को समझाए, वो नहीं कह रहे लड़े रोके उस दिन टाकरा करे जिदा पहलवान लड़ते ना मैदान च, एक ओदे कंन ते छड्डदा, उधरों फिर दूजा ओदे कंन ते छड्डदा, कहंदा तां लड़े ओदे नाल। कोई समझाउण दे नाल कच्ची गल नहीं कर रहे, हो कहंदे लड़े नहीं, तुहानूं ए प्यार नाल नहीं मनना, ਉਹਨੇ ਤੁਹਾਨੂੰ ਲੜਨਾ ਪੈਣਾ ਉਹਦੇ ਨਾਲ। ਬਿਲਕੁਲ, ਇਹ ਕਲੀਅਰ ਕਰਤਾ ਜੋ ਉਹਨਾਂ ਨੇ ਕਿ ਕਨਫਿਊਜ਼ਨ ਨਾ ਕ੍ਰੀਏਟ ਕਰ ਲਿਓ। ਠੀਕ ਹੈ, ਇਹਦੇ ਗੁਰੂ ਉਪਦੇਸ਼ ਕਾਲ ਸਿਓ ਜੁਰੇ ਲੜਨਾ ਕਿਵੇਂ ਹੈ। ਕਹਿੰਦੇ ਉਹਦੇ ਵਾਸਤੇ ਚਾਨਣ ਚਾਹੀਦਾ ਹੈ, ਤੈਨੂੰ ਸੱਚ ਪਤਾ ਹੋਣਾ ਚਾਹੀਦਾ ਹੈ, ਤੇ ਉਹ ਗੁਰੂ ਦੇ ਉਪਦੇਸ਼ ਲੈ ਲਾ, ਬ੍ਰਹਮ ਗਿਆਨ ਲੈ ਲਾ, ਉਹਦੇ ਤੋਂ ਤੈਨੂੰ ਸੱਚ ਪਤਾ ਲੱਗੂਗਾ। ਬਈ ਚਾਹੀਦਾ ਕੀ ਹੈ ਮਨ ਨੂੰ, ਆਪਾਂ ਨੂੰ, ਤੇ ਮਨ ਮੰਗ ਕੀ ਰਿਹਾ ਹੈ। ਬਸ ਉੱਥੋਂ ਫਿਰ ਉਹਨੂੰ ਕਹੋ ਵੀ ਕਿਉਂ, ਆਹ ਕਾਹਦੇ ਲਈ ਚਾਹੀਦਾ ਤੈਨੂੰ, ਕਾਹਦੇ ਵਾਸਤੇ ਤੂੰ ਇਸ ਪਾਸੇ ਜਿਹੜਾ ਹੈਗਾ ਗਤੀ ਕਰਨਾ ਚਾਹੁੰਦਾ ਹੈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਫਿਰ ਕਹਿੰਦੇ ਉਦਾਂ ਦਾ ਗਿਆਨ ਪ੍ਰਾਪਤ ਕਰੋ।
ਜਾਂ ਉਹਨਾਂ ਦੇ ਲੋਕਾਂ ਦਾ ਸੰਗ ਕਰੋ ਜਿਹੜੇ ਉਹ ਗਿਆਨ ਦੇਣ ਕਿ ਲੜਨਾ ਕਿੱਦਾਂ ਹੈ, ਉਹਦੇ ਨਾਲ ਟਾਕਰਾ ਕਿੱਦਾਂ ਲੜਨਾ ਹੈ, ਤੇਰੇ ਕੋਲ ਹਥਿਆਰ ਕੀ ਹੈਗੇ ਆ, ਉਹ ਸੈਟਿੰਗ ਹੋਣੀ ਕਿੱਦਾਂ ਵਾ। ਅਸਕਰ ਗਿਆਨ ਵੀ ਤਾਂ ਚਾਹੀਦਾ ਹੈ ਨਾ। ਬਿਲਕੁਲ। ਤੁਸੀਂ ਬਿਲਡਿੰਗ ਬਣਾਉਣੀ ਆ, ਤੁਹਾਡੇ ਕੋਲ ਕਮ ਸੇ ਕਮ ਮੈਪ ਪਲਾਨ ਤੇ ਹੋਵੇ, ਬਲੂ ਪ੍ਰਿੰਟ ਹੋਵੇ, ਤਾਂ ਹੀ ਤੇ ਬਿਲਡਿੰਗ ਤਿਆਰ ਕਰੋਗੇ। ਇਹ ਥੋੜੀ ਕਿੱਥੇ ਕਮਰਾ ਪਾਤਾ, ਉੱਥੇ ਕਮਰਾ ਪਾਤਾ, ਇੱਥੇ ਕਮਰਾ ਪਾਤਾ, ਪਤਾ ਲੱਗਾ ਗੱਡੀ ਕਿੱਥੇ ਲਾਉਣੀ ਹੈ। ਉਹਦੀ ਕਹਿੰਦੇ ਪ੍ਰੋਪਰਲੀ ਪਹਿਲਾਂ ਡਿਜ਼ਾਈਨ ਕਰੋ ਉਹ ਬਿਲਡਿੰਗ ਨੂੰ, ਔਰ ਉਹਦੀ ਸੰਗਤ ਕਰੋ। ਉਹ ਤੁਹਾਨੂੰ ਦੱਸਣਗੇ, ਉਹ ਤੁਹਾਨੂੰ ਭੇਜ ਦੇਣਗੇ ਕਿ ਕਿੱਦਾਂ ਟਾਕਰਾ ਲੜਨਾ ਹੈ, ਪ੍ਰੋਬਲਮ ਕੀ ਹੈ, ਫਿਰ ਉਸ ਤੋਂ ਬਾਅਦ ਕੰਡੀਸ਼ਨਾਂ ਕੀ ਹੈਗੀਆਂ ਨੇ, ਫਿਰ ਆਉਣ ਵਾਲੇ ਸਮੇਂ ਤੁਹਾਨੂੰ ਕੀ ਮੁਸ਼ਕਲਾਂ ਆਉਣੀਆਂ ਨੇ, ਉਹ ਤੁਹਾਨੂੰ ਗਾਈਡੈਂਸ ਚਾਹੀਦੀ ਹੈ ਥੋੜੀ ਬਹੁਤ। ਠੀਕ ਹੈ ਜੀ। ਕਾਲ ਪੁਰਖ का मर्द है मान। ਕਾਲ ਪੁਰਖ ਕਹਿੰਦੇ ਮਾਇਆ ਜੋ ਪ੍ਰਕਿਰਤੀ ਪਾਈ ਹੋਈ ਹੈ, ਜੋ ਗੇਮ ਪਾਈ ਹੋਈ ਹੈ, ਇਹਨੂੰ ਹਰਾਉਣਾ ਹੈ ਭਾਈ। ਇਹਦਾ ਮਾਨ ਜਿਹੜਾ ਹੈਗਾ ਇਹ ਕਹਿੰਦੀ ਆ ਕਾਲ ਪੁਰਖ ਐਸਾ ਹੈਗਾ, ਇਹ ਵੀ ਜਿਹੜਾ ਹੈਗਾ ਭਾਈ ਸਾਰਿਆਂ ਨੂੰ ਹਰਾ ਦਿੰਦੀ ਹੈ ਮਾਇਆ। ਇਹ ਪ੍ਰਕਿਰਤੀ ਜਿਹੜੀ ਹੈ ਮਜਾ ਲਿਆ ਕੋਈ ਕੁਸਕ ਜਾਏ, ਪੂਰੀ ਤਰ੍ਹਾਂ ਦੇਖਦੀ ਹੈ ਜਾ ਕੇ ਵੀ ਹਾਲਾ ਸਾਹ ਆ ਰਿਹਾ ਕਿ ਨਹੀਂ ਆ ਰਿਹਾ, ਇਹਦੇ ਵਿੱਚ ਇਹਦੇ ਆਖਰੀ ਸਾਹ ਹੋਇਆ ਕਿ ਨਹੀਂ ਹੋਇਆ, ਪੂਰੀ ਤਰ੍ਹਾਂ ਜਿਹੜਾ ਹੈਗਾ ਹਰੇਕ ਨੂੰ ਖਾ ਜਾਂਦੀ ਹੈ। ਕਹਿੰਦੇ ਉਹਦਾ ਮਾਨ ਜਿਹੜਾ ਹੈਗਾ ਵੀ ਪ੍ਰਕਿਰਤੀ ਕਹਿੰਦੀ ਹੈ ਮੈਂ ਅਜਿੱਤ ਹੈਗੀ ਆ, ਮੈਨੂੰ ਕੋਈ ਜਿੱਤ ਨਹੀਂ ਸਕਦਾ। ਕਹਿੰਦੇ ਉਹਦਾ ਮਾਨ ਦੂਰ ਕਰਨਾ ਹੈ, ਉਹਦਾ ਜਾਂ ਮੁਗਾਲਤਾ ਜਿਹੜਾ ਹੈਗਾ ਨਾ, ਇਹਨੂੰ ਜਿਹੜਾ ਹੈਗਾ ਦੂਰ ਕਰਨਾ ਹੈ ਭਾਈ। ਉਹ ਆ ਮੁੱਲਾ ਜਿਹੜਾ ਕਾਲ ਪੁਰਖ ਦਾ ਮਾਨ ਜਿਹੜਾ ਹੈਗਾ ਮਰਦਨ ਕਰ ਦਿੰਦਾ ਹੈ। ਤਿਸ ਮੁੱਲਾ ਕੋ ਸਦਾ ਸਲਾਮ। ਬਸ ਕਹਿੰਦੇ ਉਹਨੂੰ ਮੇਰਾ ਹਮੇਸ਼ਾ ਵਾਸਤੇ ਪ੍ਰਣਾਮ ਹੈ ਭਾਈ। ਐਸੇ ਗਿਆਨੀ, ਐਸੇ ਧਿਆਨੀ, ਐਸੇ ਪੰਡਤ ਨੂੰ ਸਦਾ ਸਲਾਮ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਦੇਖੋ ਕਹਿੰਦੇ ਕਾਲ ਪੁਰਖ ਕਾ ਮਰਦੇ ਮਾਨ, ਇੱਥੇ ਪਲੀਜ਼ ਆਪ ਸਮਝੋ। ਇੱਕ ਪੌੜੀ ਆ, ਇੱਕ ਪੌੜੀ ਥੱਲੇ ਧਰਤੀ ਨਾਲ ਟੱਚ ਆ, ਉਸੇ ਪੌੜੀ ਦਾ ਹਿੱਸਾ ਜਿਹੜਾ ਉੱਤੇ ਛੱਤ ਨਾਲ ਟੱਚ ਆ, ਕੋਠੀ ਦੀ ਛੱਤ। ਠੀਕ ਹੈ। ਜਿਹੜੀ ਪੌੜੀ ਆ ਇਹ ਪ੍ਰਕਿਰਤੀ ਆ, ਇਹ ਭੋਗ ਨਾਲ ਵੀ ਜੁੜੀ ਹੈ ਤੇ ਪੁਰਸ਼ ਨਾਲ ਵੀ ਜੁੜੀ ਹੈ। ਜਦੋਂ ਤੁਸੀਂ ਥੱਲੇ ਨੂੰ ਜਾਂਦੇ ਫਿਰ ਭੋਗਾਂ ਨੂੰ ਤੁਰੇ ਜਾਂਦੇ ਜੋ, ਤੇ ਜਦੋਂ ਤੁਸੀਂ ਇਸੇ ਆ ਕਹਿ ਰਹੇ ਨਾ ਕਾਲ ਪੁਰਖ ਦਾ ਮਰਦੇ ਮਾਨ, ਜਦੋਂ ਤੁਸੀਂ ਉੱਪਰ ਨੂੰ ਜਾਂਦੇ ਔਗਣਾਂ ਦਾ ਤਿਆਗ ਕਰਦੇ, ਫਿਰ ਤੁਸੀਂ ਡੰਡੇ ਉੱਪਰ ਨੂੰ ਚੜ੍ਹਨੇ ਸ਼ੁਰੂ ਕਰ ਦਿੰਦੇ। ਇਹ ਬਾਅਦ ਚ ਨਿਜਰ ਸਾਹਿਬ ਵੈਸੇ ਇਹ ਜਿਹੜੀ ਪੌੜੀ ਆ ਤੁਹਾਨੂੰ ਸਪੋਰਟ ਵੀ ਕਰਦੀ ਹੈ। ਵੈਸੇ ਜਿਹੜੀ ਪੌੜੀ ਆ ਉਹ ਇਹ ਹੈਗੀ ਕਲਪਿਸ਼ ਦ੍ਰਿਖਤ ਨਹੀਂ ਹੁੰਦਾ, ਵ੍ਰਿਕਸ਼ ਹੁੰਦਾ। ਉਹ ਤੁਸੀਂ ਡਿਮਾਂਡ ਨੇ ਸਪਲਾਈ ਤੁਸੀਂ ਮੰਗੀ ਜੋ, ਉਹ ਦੇਈ ਜਾਂਦੀ ਆ। ਉਹ ਕਹਿੰਦੀ ਤੂੰ ਮੰਗ ਲਾ, ਕਿਉਂਕਿ ਪਦਾਰਥ ਉਹਨੇ ਦੇਣੇ ਆ। ਬਿਲਕੁਲ ਦੇਣੇ ਆ, ਪਦਾਰਥ ਵੀ ਦੇਣੇ, ਨਾਲੇ ਆਪਣੇ ਕੋਲ ਗਿਆਨ ਇੰਦਰੀਆਂ ਹੈਗੀਆਂ, ਤੇ ਗਿਆਨ ਕਿਵੇਂ ਲਵਾਂਗੇ ਬਗੈਰ ਗਿਆਨ ਇੰਦਰੀਆਂ ਦੇ? ਇਹ ਪ੍ਰਕਿਰਤੀ ਨਹੀਂ ਹੈ, ਪ੍ਰਕਿਰਤੀ ਤੋਂ ਤਾਂ ਗਿਆਨ ਲੈਣਾ ਹੈ ਆਪਾਂ ਨੇ। ਹਾਂਜੀ ਵੀਰ ਜੀ। ਹਾਂ ਬਿਲਕੁਲ। ਆਪਣੇ ਹੁਣ ਜਿਹੜੇ ਅੱਖਾਂ ਨੇ ਉਹਨਾਂ ਦਾ ਕੰਮ ਹੈ ਵੇਖਣਾ, ਉਹ ਸੁਣ ਨਹੀਂ ਸਕਦੀਆਂ। ਹੁਣ ਕੰਨ ਆ ਜਿਹੜੇ ਉਹ ਸੁਣ ਸਕਦੇ ਆ, ਉਹ ਵੇਖ ਨਹੀਂ ਸਕਦੇ। ਇਹ ਨਾਸਕਾ ਵਾ ਉਹ ਸੂੰਘ ਸਕਦੀ ਆ, ਪਰ ਉਹ ਦੇਖ ਨਹੀਂ ਸਕਦੇ ਨਾ ਸੁਣ ਸਕਦੇ। ਤੇ ਮੂੰਹ ਆ ਜਿਹੜਾ ਦੇਖੋ ਸਪਰਸ਼ ਕਰਦਾ ਹੈ, ਉਹ ਖਾਂਦਾ ਹੈ, ਸਵਾਦ ਵੀ ਵਿੰਦਾ ਹੈ। ਉਹ ਹਰ ਇੱਕ ਇੰਦਰੀ ਦੇ ਆਪਣੇ ਉਹਦੇ ਭੋਗ ਨੇ, ਔਰ ਉਹ ਉਸੇ ਲਈ ਉਹਨੂੰ ਡਿਜ਼ਾਈਨ ਕੀਤਾ ਗਿਆ। ਠੀਕ ਹੈ। ਆਪਣੀ ਇੰਦਰੀਆਂ ਏਦਾਂ ਦੀਆਂ ਹੈਗੀਆਂ। ਠੀਕ ਹੈ। ਤੇ ਫਿਰ ਅਗਲੇ ਬੰਨੇ ਕਹਿੰਦੇ ਕਾਲ ਪੁਰਖ ਕਾ ਮਰਦੇ ਮਾਨ, ਇਸ ਮੁੱਲਾ ਕੋ ਸਦਾ ਸਲਾਮ। ਬਹੁਤ ਵੱਡਾ ਕੰਮ ਹੋ ਗਿਆ। ਹੁਣ ਕਹਿੰਦੇ ਆ ਉੱਪਰੀਆਂ ਸਾਰੀਆਂ ਗੱਲਾਂ ਕਰਕੇ ਤੇ ਕਹਿੰਦੇ ਕਿ ਜਿਹੜਾ ਇਹ ਕੰਮ ਪੂਰਾ ਕਰ ਦਿੰਦਾ ਉਹ ਸਲਾਹਗਾ ਦੇ ਯੋਗ ਹੈ ਬੰਦਾ। ਅਸਲ ਤੇ ਮਾਂ ਦਾ ਪੁੱਤ ਤੇ ਉਹ ਆ। ਬਾਕੀ ਤੇ ਐਵੇਂ ਲੱਲੀ ਫੁੱਲੀ। ਬਿਲਕੁਲ। ਵੈਸੇ ਵੀ ਪ੍ਰਮਾਤਮਾ ਵੇਂਦਾ ਹੀ ਨਹੀਂ ਲੱਲੀ ਫੁੱਲੀ ਨੂੰ। ਆਏ ਆ ਗੋਰਖੀ ਸਾਹਿਬ, ਆਏ ਆ, ਜੂਆ ਖੇਡਿਆ ਔਰ ਹੋ ਗਏ, ਬਸ ਹੱਥ ਫੇਰਦੇ ਹੋਏ ਜਿਹੜੇ ਹੈਗੇ ਚਲੇ ਗਏ। ਉਹ ਨਹੀਂ ਵੇਂਦਾ, ਪਰ ਕੋਈ ਛਾਤੀ ਪਾੜ ਕੇ ਪ੍ਰਕਿਰਤੀ ਦੇ ਅਗਲੇ ਬੰਨੇ ਲੰਘ ਜੇ ਤੇ ਬ੍ਰਹਮ ਵੇਖੇ ਨਾ, ਬ੍ਰਹਮ ਦੀ ਹਲਚਲ ਪੈਦਾ ਹੋ ਜਾਂਦੀ ਉੱਥੇ। ਬਿਲਕੁਲ। ਇਹ ਕਿਹੜਾ ਇਹ ਵਿਚਾਰਮੰਡ ਤੋਂ ਅੱਗੇ ਕਿੱਦਾਂ ਆ ਗਿਆ? ਮੈਂ ਸਮਾਧੀ ਚ ਬੈਠਾ। ਕਹਿੰਦਾ ਫਿਰ ਬ੍ਰਹਮ ਉਹਨੂੰ ਜਾਣਦਾ, ਉਦਾਂ ਨਹੀਂ ਬ੍ਰਹਮ ਕਿਸੇ ਨੂੰ ਜਾਣਦਾ। ਬਸ ਬਿਲਕੁਲ ਸਹੀ ਗੱਲ ਹੈ। ਤੇ ਪਤਾ ਹੀ ਕੋਈ ਨਹੀਂ ਕਿੰਨੇ ਕੁ ਬੈਕਟੀਰੀਆ ਵਾਂਗੂ ਮਨੁੱਖ। ਮੈਂ ਕਹਿੰਦਾ ਧਰਤੀ ਤੁਹਾਡੀ ਜਿਹੜੀ ਹੈਗੀ, ਜੇ ਮੇਰੀ ਕਹਿ ਲਓ, ਕਹਿੰਦੇ ਰੇਤਾ ਦੇ ਕੰਨ ਤੋਂ ਛੋਟੀ ਹੈ ਇਸ ਬ੍ਰਹਮ ਦੇ ਅੰਦਰ। ਤੇ ਪਤਾ ਹੀ ਨਹੀਂ ਕਿੰਨੀਆਂ ਕੁ ਧਰਤੀਆਂ ਦੀ, ਕਿੰਨੇ ਕੁ ਸੂਰਜ ਤੇ ਕਿੰਨੇ ਕੁ ਆਕਾਸ਼ ਤੇ ਨਜ਼ਰ ਮਾਰੋ। ਬਿਲਕੁਲ। ਪਰ ਜਦੋਂ ਕੋਈ ਬੰਦਾ ਉੱਥੇ ਲੰਘ ਜਾਂਦਾ ਤੇ ਬੜਾ ਵੱਡਾ ਕੰਮ ਹੋ ਗਿਆ। ਐਵੇਂ ਨੀ ਕਬੀਰ ਜੀ ਨੂੰ ਸ਼ਾਬਾਸ਼ ਦੇਣ ਦੇ ਨਿਜਰ ਸਾਹਿਬ। ਬਿਲਕੁਲ ਸਲਾਮ ਕਹਿੰਦੇ। ਹਾਂ ਸਦਾ ਕਹਿ ਰਹੇ, ਹਮੇਸ਼ਾ ਸਲਾਮ ਹੈ ਉਹਨੂੰ, ਕਹਿੰਦੇ ਹਮੇਸ਼ਾ ਸਲਾਮ ਹੈ ਉਹਨੂੰ। ਬੜਾ ਵੱਡਾ ਕੰਮ ਹੋ ਗਿਆ। ਇੱਕ ਸਲਾਮ ਨਹੀਂ ਆ। ਹੁਣ ਤੁਸੀਂ ਦੇਖੋ, ਹੁਣ ਤੁਸੀਂ ਮੈਨੂੰ ਦੱਸੋ
ਇੱਕ ਚੀਜ਼ ਨੂੰ ਦੇਖੋ, ਆਪਾਂ ਪਲੀਜ਼ ਉੱਤੇ ਚੱਲਦੇ ਹਾਂ, ਟਾਈਮ ਲੱਗ ਜਾਣਾ, ਕੰਮ ਹੀ ਏਦਾਂ ਦਾ। ਜੋ ਬ੍ਰਹਮ ਦੀ ਕਥਾ ਚੱਲਦੀ ਹੈ, ਫਿਰ ਚਰਨਜੀਤ ਨਿੱਜਰ ਸਾਹਿਬ ਟਾਈਮ ਤੇ ਸਾਡੇ ਹੱਥ 'ਚ ਨਹੀਂ, ਉਹ ਤੇ ਵੇਂਦਾ ਬ੍ਰਹਮ, ਉਹ ਖੁਸ਼ ਹੋ ਕੇ ਵੇਂਦਾ, ਕਹਿੰਦੇ ਆ ਸੋ ਮੁੱਲਾ ਜੋ ਮਨ ਸੋ ਲਰੇ। ਦੇਖੋ ਇੱਥੇ ਕੋਈ ਦਾਨ ਪੁੰਨ ਦੀ ਗੱਲ ਕੀਤੀ, ਕੋਈ ਮਹਿਲ ਬਣਾਉਣ ਦੀ ਗੱਲ ਕੀਤੀ, ਕੋਈ ਕਹਿੰਦਾ ਕੋਈ ਇੱਥੇ ਸੇਵਾ ਸੁਵਾ ਕਰੀ ਜਾ। ਆਪ ਪਲੀਜ਼ ਸਮਝਣ ਦੀ ਕੋਸ਼ਿਸ਼ ਕਰੋ, ਕਬੀਰ ਸਾਹਿਬ ਦਾ ਇਸ਼ਾਰਾ, ਗੁਰਪ੍ਰਸਾਦੀ ਕਾਲ ਸਿਓ ਲਰੇ, ਉਹਦਾ ਗਿਆਨ ਪ੍ਰਾਪਤ ਕਰੋ, ਸਿੱਧੀ ਗੱਲ ਹੈ। ਕਾਲ ਪੁਰਖ ਕਾ ਮਰਦੇ ਮਾਨ, ਇਸ ਮੁੱਲਾ ਕੋ ਸਦਾ। ਇੱਥੇ 3-4 ਲਾਈਨਾਂ ਚ ਬ੍ਰਹਮ ਦਾ ਸਾਰ ਕੱਢ ਕੇ ਸਾਈਡ ਤੇ ਰੱਖਤਾ। ਇੱਥੇ ਗੋਰਖੀ ਸਾਹਿਬ ਕਰਮ ਕਾਂਡ ਕੋਈ, ਹਾਂਜੀ ਸੌਰੀ ਮੈਨੂੰ ਨਾ ਇੱਥੇ ਇਸ ਤਰ੍ਹਾਂ ਤਾਂ ਕਹਿ ਨਹੀਂ ਰਹੇ ਕਿ ਵੀ ਕਰ ਲਓ ਸੇਵਾ, ਲੈ ਲਓ ਮੇਵਾ, ਚੱਕ ਲਓ ਤਸਲੇ, ਬਸ ਕਰ ਲਓ ਸੇਵਾ, ਬਣਾ ਲਓ ਗੁਰਦੁਆਰੇ, ਬਸ ਆਹ ਦੇਖ ਲਓ। ਹੈ ਕੋਈ ਇਸ ਤਰ੍ਹਾਂ ਦਾ, ਹੈ ਕੁਛ ਇਸ ਤਰ੍ਹਾਂ ਦਾ ਕਹਿ ਰਹੇ ਕੁਛ? ਕਿੱਥੇ ਸੰਗਤ ਨੂੰ ਕਿੱਥੇ ਲਾਇਆ ਹੋਇਆ ਗੋਰਖੀ ਸਾਹਿਬ? ਉਹ ਗੁਰਦੁਆਰੇ ਇੰਨੇ ਬਣਾ ਦਿੱਤੇ, ਉਹਦੇ ਵਿੱਚ ਬੈਠਣ ਵਾਸਤੇ ਸੰਗਤ ਹੀ ਹੈ ਨਹੀਂ ਗੀ। ਤੇ ਜਾਂਦੇ ਆ, ਉਹ ਪੜ੍ਹਦੇ ਨਹੀਂ ਨਾ ਵਿਚਾਰੇ। ਉਹ ਬਾਣੀ ਕਹਿੰਦੀ ਅਵਰ ਉਪਦੇਸ਼ੀ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਤੂੰ ਖੁਦ ਨਹੀਂ ਪੜ੍ਹਿਆ, ਕੋਈ ਮੂਰਖਾ, ਤੂੰ ਕੇਵਲ ਫੀਲਿੰਗ ਦੇ ਲਈ ਕਿੰਨੇ ਲੋਕਾਂ ਦੀ ਡੰਡ ਲਾ ਦਿੱਤੀ ਆ, ਗਲਤ ਪਾ ਦਿੱਤਾ ਹੀ। ਤੈਨੂੰ ਸ਼ਰਮ ਨਹੀਂ ਆਉਂਦੀ? ਤੈਨੂੰ ਨਹੀਂ ਪਤਾ? ਤੈਨੂੰ ਜੇ ਗਿਆਨ ਹੋਏ, ਪਰ ਨਿੱਜਰ ਸਾਹਿਬ ਹਾਮੀ ਬੜੀ ਖਤਰਨਾਕ ਹੁੰਦੀ ਹੈ। ਬੰਦਾ ਕਿਤਾਬਾਂ ਪੜ੍ਹ ਕੇ ਉਹ ਗਿਆਨੀ ਹੋ ਜਾਂਦਾ। ਫਿਰ ਬਾਣੀ ਕਹਿੰਦੀ ਆ ਨਾ ਅੜਪੜ ਗੱਡੀ ਲੱਦੀ ਗਈ, ਅੜਪੜ ਕੇ ਗੱਡੀ ਲੱਦੀ ਜਾਂਦਾ, ਇਹ ਬੇਵਕੂਫ ਬਣਾਈ ਜਾਂਦਾ ਲੋਕਾਂ ਨੂੰ। ਪੜ ਗੱਡੀ ਲੱਦੀ ਹੈ, ਪੜ ਭਰੀਏ ਸਾਥ। ਤੂੰ ਜਿਹੜਾ ਨਾਲ ਵਾਲਿਆਂ ਨੂੰ ਵੀ ਭਰੀ ਜਾਣਾ ਹੈ, ਉਹਨਾਂ ਨੂੰ ਵੀ ਡੋਬੀ ਜਾ ਰਹੇ ਹੈ। ਸਭ ਲਈ ਜਾਂਦਾ। ਤੂੰ ਪਿਓ ਦੇ ਪੁੱਤਰ, ਥੋੜੇ ਜਿਹੇ ਪੈ ਚਾਹੀਦੇ ਤੈਨੂੰ। ਓਦਾਂ ਇਹਨਾਂ ਨੂੰ ਕਹੋ ਕਿ ਰੁਪਈਆ 10-20 ਚ ਚੜਾ ਦੋ ਭਰਾਵਾ, ਕਿਤੇ ਹੋਰ ਜਾ ਕੇ ਦਾਮ ਲਓ। ਪਰ ਬੰਦੇ ਚ ਇੰਨੀ ਹਿੰਮਤ ਹੀ ਨਹੀਂ ਹੈਗੀ ਕਹਿਣ ਦੀ। ਨਿੱਜਰ ਸਾਹਿਬ ਬੰਦਾ ਬੜਾ ਬੇਸ਼ਰਮ ਹੈ। ਨਕਲੀ ਚਾਹੁੰਦਾ ਵਾ ਉਹਨੂੰ। ਨਿੱਜਰ ਸਾਹਿਬ ਉਹਦੀ ਹੰਕਾਰ ਦੀ ਪੂਰਤੀ ਹੁੰਦੀ ਹੈ। ਤੇ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਵਿਚਾਰੇ, ਉਹ ਤੇ ਉਹਨਾਂ ਨੂੰ ਕੋਈ ਲੈਣਾ ਦੇਣਾ ਹੀ ਕੁਛ ਨਹੀਂ ਤੁਹਾਡੇ ਨਾਲ। ਤੁਹਾਡੇ ਮੰਦਿਰ ਦੇ ਨਾਲ ਹੀ ਕੁਛ ਲੈਣਾ, ਤੁਹਾਡੇ ਧਾਰਮਿਕ ਸਥਾਨ ਦੇ ਨਾਲ ਹੀ ਕੁਛ ਨਹੀਂ ਲੈਣਾ। ਤੁਸੀਂ ਕਿੰਨੀ ਕਮਾਈ ਕੀਤੀ ਉਹ ਨਹੀਂ ਕਹਿਣਾ, ਉਹਨਾਂ ਨੇ ਜਾਣਨਾ ਹੀ ਨਹੀਂ, ਨਾ ਲੈਣਾ ਦੇਣਾ ਤੁਹਾਡੇ ਨਾਲ। ਪਰ ਨਹੀਂ, ਇਹਨਾਂ ਨੂੰ ਤਾਂ ਬਹੁਤ ਇੰਟਰਸਟ ਹੈਗਾ ਤੁਹਾਡਾ। ਠੀਕ ਹੈ ਜੀ, ਇਹ ਨਾਮ ਵੇਚ ਦਿੰਦੇ ਨੇ ਰੱਬ ਦਾ। ਫਿਰ ਇਹ ਵੀ ਹੈਗਾ। ਫਿਰ ਅਗਲੇ ਬੰਨੇ ਨਿੱਜਰ ਸਾਹਿਬ ਅਗਲੀ ਤੁਕ ਦੇ ਆ ਜਾਓ। ਅਗਲੀ ਤੁਕ ਕਹਿੰਦੇ ਆ ਵੀ ਪਰਮਾਤਮਾ ਦੇ ਨੇੜੇ ਅੰਦਰ ਹੀ ਬੈਠਾ ਹੈ ਤੂੰ, ਹੈ ਹਜੂਰ ਕਤ ਦੂਰ ਬਤਾਓ। ਕਿੱਥੇ ਜਾਣਾ ਹੈ? ਕਹਿੰਦੇ ਕਿੱਥੇ ਜਾਣਾ ਹੈ ਦੱਸ, ਤੂੰ ਦੂਰ ਕਿੱਥੇ ਜਾਣਾ ਹੈ? ਮੈਨੂੰ ਦੱਸ ਤਾਂ ਸਹੀ, ਕਿੱਥੇ ਦੂਰ ਆ ਪਰਮਾਤਮਾ? ਦੁੰਦਰ ਬਾਂਧੋ ਸੁੰਦਰ ਪਾਵੋ। ਕਹਿੰਦੇ ਬੰਨ ਲਾ ਵਿਚਾਰਾਂ ਨੂੰ, ਬੰਦ ਕਰ ਦੇ ਤੇ ਮਾਲਕ ਦੇ ਵਿੱਚ ਹੀ ਮਾਲਕ ਪ੍ਰਗਟ ਹੋ ਜਾਏਗਾ ਤੇਰੇ। ਸੁੰਦਰ, ਐਸਾ ਸੁੰਦਰ ਮਾਲਕ ਪਰਮਾਤਮਾ ਰਹਾਓ। ਹਾਂਜੀ ਵੀਰ ਜੀ, ਹੁਣ ਇਸੇ ਚੀਜ਼ ਨੂੰ ਵਿਚਾਰੋ। ਹੁਣ ਕਈ, ਮੈਂ ਨਾਮ ਨਹੀਂ ਲਵਾਂਗਾ, ਕਾਫੀ ਵੱਡੀਆਂ ਸੰਸਥਾਵਾਂ ਹੈਗੀਆਂ ਨੇ ਆਪਣੇ ਇੱਥੇ, ਕਰੋੜਾਂ ਲੋਕ ਉਹਨਾਂ ਦੇ ਪਿੱਛੇ ਚੱਲਦੇ ਆ। ਉਹ ਕਹਿੰਦੇ ਆ ਉਹ ਰੱਬ ਪਤਾ ਨਹੀਂ ਕਿੱਥੇ ਬੈਠਾ। ਫਿਰ ਸਾਡਾ ਸਤਿਗੁਰੂ ਤੁਹਾਨੂੰ ਲੈ ਕੇ ਜਾਊ, ਪਤਾ ਨਹੀਂ ਕਿੱਥੇ ਲੈ ਕੇ ਜਾਊ। ਜ਼ਿਆਦਾਤਰ ਜਿਹੜੇ ਇਹਨਾਂ ਲੋਕਾਂ ਦੀ ਮੈਜੋਰਟੀ ਹੈਗੀ ਆ, ਉਹ ਕਹਿੰਦੇ ਆ ਕਿ ਤੁਸੀਂ ਕਿਸੇ ਹੋਰ ਜਗ੍ਹਾ ਤੇ ਬੈਠੇ ਆ, ਪਰਮਾਤਮਾ ਕਿਤੇ ਹੋਰ ਜਗ੍ਹਾ ਤੇ ਬੈਠਾ ਹੈ। ਇਹ ਨਿੱਜਰ ਸਾਹਿਬ ਇਹ ਬੜਾ ਵੱਡਾ ਇੱਕ ਅਡੰਬਰ, ਇੱਕ ਭਰਮ ਹੈਗਾ ਹੈ ਲੋਕਾਂ ਨੇ ਪਾਇਆ ਹੋਇਆ। ਬਹੁਤ ਜ਼ਬਰਦਸਤ ਜੀ। ਆ ਦੋ ਲਾਈਨਾਂ ਜਿਹੜੇ ਨਾ ਮੜ ਕੇ ਲਾਉਣ ਵਾਲੀਆਂ ਆ, ਹੈ ਹਜੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਵੋ ਰਹਾਓ। ਇੰਨਾ ਕੁ ਜਿਹੜਾ ਮੜ ਕੇ ਜਿਹੜਾ ਹੈਗਾ ਇਹਨਾਂ ਦੇ ਡੇਰਿਆਂ ਦੇ ਬਾਹਰ ਲਾ ਦੋ ਬਸ। ਹਾਂ, ਆਪ ਸਮਝੋ ਉਹ ਕਬੀਰ ਸਾਹਿਬ ਦੀ ਬਾਣੀ ਵਰਤਦੇ ਆ। ਕਰਨਾ ਨੋ ਮੇਂ ਦੀਦਾਰ ਮਹਿਲ ਮੇ ਪਿਆਰਾ ਹੈ। ਉਹ ਪਤਾ ਨਹੀਂ ਕਿੱਥੇ ਕਿੱਥੇ ਘੁਮਾ ਕੇ ਉਹਦੇ ਕੋਲੋਂ ਆਪਣੀ ਕਹਾਣੀ ਜੋੜਦੀ ਆ, ਤੇ ਉਹ ਪਤਾ ਨਹੀਂ ਕਿੱਥੇ ਬਣਾਈ ਫਿਰਦੇ। ਪਰ ਬਾਣੀ ਪੜ੍ਹਦੇ ਨਹੀਂ। ਕਬੀਰ ਸਾਹਿਬ ਜੀ ਦੀ ਬਾਣੀ ਹੀ ਕਬੀਰ ਸਾਹਿਬ ਜੀ ਦੀ ਬਾਣੀ ਦਾ ਖੰਡਨ ਕਰ ਦਿੰਦੀ ਆ ਕਿ ਉੱਥੇ ਗੜਬੜ ਕੀਤੀ ਹੈ, ਇਹਨਾਂ ਨੇ ਚਲਾਕੀ ਖੇਡੀ ਆ। ਕਹਿੰਦੇ ਹੈ ਹਜੂਰ ਕਤ ਦੂਰ ਬਤਾਓ। ਕੋਈ ਤੂੰ ਗਲਤ ਕਿਉਂ ਕਹਿ ਰਿਹਾ? ਕਿਉਂਕਿ ਪਰਮਾਤਮਾ ਤੋਂ ਬਿਨਾਂ ਤਾਂ ਕੁਛ ਹੋ ਹੀ ਨਹੀਂ ਸਕਦਾ। ਬਿਲਕੁਲ। ਔਰ ਉਹ ਕਿਹੜਾ ਪਰਮਾਤਮਾ ਹੈ ਜਿਹੜਾ ਉੱਥੇ ਬੈਠਾ ਹੈ, ਇੱਥੇ ਬੈਠਾ ਹੈ, ਜਿਹਨੂੰ ਮਿਲ ਜਾਣਾ ਹੈ? ਕੋਈ ਉਹ ਤਾਂ ਸਰਬ ਵਿਆਪਕ ਇੱਕ ਸ਼ਕਤੀ ਆ, ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਕੋਈ ਰੇਖ ਨਹੀਂ। ਉਹ ਕੋਈ ਆਤਮਾ ਦਾ ਕੋਈ ਗੁਣ ਥੋੜੀ ਹੈਗਾ ਜਿਹੜੀ ਕੋਈ ਸਾਈਡ ਤੇ ਬੈਠੀ ਹੈ। ਔਰ ਜੇ ਕੋਈ ਅੱਗੇ ਪਿੱਛੇ ਬੈਠੀ ਵੀ ਹੈ ਤੇ ਫਿਰ ਉਹ ਪਰਮਾਤਮਾ ਨਹੀਂ ਹੈਗਾ। ਬਿਲਕੁਲ। ਕੋਈ ਹੋਰ ਸਧਾਰਨ ਸ਼ਕਤੀ ਹੋ ਸਕਦੀ। ਠੀਕ ਹੈ।
ਕਹਿੰਦੇ ਦੁੰਦਰ ਬਾਂਧੋ ਸੁੰਦਰ ਪਾਓ। ਬੜਾ ਸਿੰਪਲ ਜਿਹਾ ਕੰਮ ਹੈ। ਕਹਿੰਦਾ ਵਿਚਾਰ ਰੋਕ ਤੇ ਰੱਬ ਨੂੰ ਪਾਲਾ। ਬਸ 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 ਬਸ। ਉਹ ਕਿੱਦਾਂ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰੋਂ ਲਾਉਣਾ, ਬਸ ਵਿਚਾਰਾਂ ਤੋਂ ਪੁੱਟ ਕੇ ਤੇ ਨਿਰਵਿਚਾਰ ਚ ਲਾਉਣਾ, ਬਸ ਇਹੋ ਰੱਬ ਦਾ ਪਾਉਣਾ। ਹਾਂ ਬਿਲਕੁਲ ਸਹੀ ਗੱਲ ਹੈ। ਤੇ ਹੁਣ ਲੋਕੀ ਪਤਾ ਨੀ ਕੀ ਕਹਾਣੀ ਪਾ ਕੇ ਬੈਠੇ ਆ, ਉਹਨਾਂ ਦਾ ਕੀ ਮਕਸਦ ਹੈਗਾ। ਪਰ ਮਾਇਆ ਬੜੀ ਪਾਵਰਫੁਲ ਆ, ਇਹਨਾਂ ਲੋਕਾਂ ਨੂੰ ਘੇਰ ਲੈਂਦੀ ਆ। ਇਹ ਜਿਹੜੇ ਥੋੜੇ ਜਿਹੇ ਸਿਰੀ ਚੁੱਕਦੇ ਆ ਔਰ ਵੇਖੋ ਉਹਨਾਂ ਨੂੰ ਨਾਸ ਵੀ ਕਰ ਦਿੰਦੀ ਹੈ। ਇਹ ਨਹੀਂ ਕਿ ਚਾਹੁੰਦੀ ਮਾਇਆ ਕਿ ਗੰਦ ਪੈ ਜਾਏ ਧਰਤੀ ਤੇ। ਨਿਜਰ ਸਾਹਿਬ ਇਹ ਵੀ ਦੂਜੇ ਬੰਨੇ ਅਸੂਲ ਹੈਗਾ ਜੇ। ਜਿੱਥੇ ਗੰਦ ਪੈ ਜਾਏ ਨਾ, ਉਹ ਮਾਇਆ ਕਹਿੰਦੀ ਹੈ ਕਿ ਇਹਨੇ ਪੁੰਨ ਆਪਣੇ ਨਸ਼ਟ ਕਰ ਲਏ, ਚਲੋ ਚੁੱਕੋ, ਉਹਨੂੰ ਚੁੱਕ ਕੇ ਜੇਲ੍ਹ ਸੁੱਟ ਦਿੰਦੀ। ਬੜੀ ਪਾਵਰਫੁਲ। ਤੇ ਜੇ ਕੋਈ ਬਾਹਰ ਤੁਰਿਆ ਫਿਰਦਾ ਵਾ, ਹਜੇ ਸਮਝ ਲਓ ਕੋਈ ਪੁੰਨ ਹੈਗੇ। ਠੀਕ ਹੈ ਜੀ। ਫਿਰ ਕਹਿੰਦੇ ਕਾਜੀ ਸੋਚ ਕਾਇਆ ਵਿਚਾਰੇ। ਹਾਂ, ਕਾਜੀ ਸੋਚੋ ਕਾਇਆ ਵਿਚਾਰੇ। ਕਹਿੰਦੇ ਕਾਜੀ ਤਾਂ ਉਹ ਹੈਗਾ, ਇਨਸਾਫ ਕਰਨ ਵਾਲਾ ਉਹ ਹੈਗਾ ਜਿਹੜਾ ਆਪਣੀ ਕਾਇਆ ਨੂੰ ਵਿਚਾਰਦਾ ਵੀ ਮੇਰੇ ਅੰਦਰ ਕੀ ਮਾਲਕ ਨੇ ਖੇਡ ਕੀ ਪਾਈ ਹੋਈ ਹੈ। ਮੇਰੇ ਅੰਦਰ ਇੱਕ ਆਤਮਾ ਹੈਗੀ ਆ, ਮੇਰੇ ਅੰਦਰ ਇੱਕ ਮਨ ਜਿਹੜਾ ਹੈਗਾ ਆਪਣੇ ਆਪ ਹੀ ਬਣ ਗਿਆ। ਮਾਇਆ ਦੇ ਨਾਲ ਗਤੀ ਕਰ ਕਰਕੇ ਮਨ ਜਿਹੜਾ ਹੈਗਾ ਇਹ ਇੰਨਾ ਛਾ ਗਿਆ, ਇਹਨੇ ਆਪਣਾ ਚਾਰਜ ਹੀ ਲੈ ਲਿਆ, ਜਿਹੜਾ ਹੈਗਾ ਪੂਰਾ ਦਾ ਪੂਰਾ ਕੰਟਰੋਲ ਲੈ ਲਿਆ। ਇੱਕ ਮੇਰੇ ਅੰਦਰ ਜਿਹੜਾ ਹੈਗਾ ਤਨ ਹੈਗਾ ਮੇਰਾ, ਇੱਕ ਮੇਰੀ ਆਤਮਾ ਹੈਗੀ, ਇੱਕ ਮੇਰੇ ਕੋਲ ਪ੍ਰਾਣ ਹੈਗੇ ਆ। ਪ੍ਰਾਣ ਮਾਲਕ ਨੇ ਪ੍ਰਾਣ ਦਿੱਤੇ। ਕਹਿੰਦੇ ਬਸ ਪ੍ਰਾਣ ਪਖੇਰੂ ਉੱਡ ਗਏ, ਪ੍ਰਾਣ ਖਤਮ, ਵੀ ਬੰਦਾ ਜਿਹੜਾ ਹੈਗਾ ਸਰੀਰ ਔਰ ਆਤਮਾ ਵੱਖ ਹੋ ਗਏ ਦੋਨੋਂ। ਜਦ ਤੱਕ ਪ੍ਰਾਣ ਆ ਤਦ ਤੱਕ ਦੋਨੋਂ ਇਕੱਠੇ ਰਹਿ ਸਕਦੇ ਆ। ਜਦ ਪ੍ਰਾਣ ਗਏ ਸਰੀਰ ਤੋਂ ਆਤਮਾ ਨੂੰ ਜਾਣਾ ਪਊਗਾ। ਕਹਿੰਦੇ ਆਹ ਚੀਜ਼ ਤਾਂ ਵਿਚਾਰ, ਕਾਜੀ ਸੋਚੋ ਕਾਇਆ ਵਿਚਾਰੇ। ਤੂੰ ਇਨਸਾਫ ਤਾਂ ਕਰ ਆਪਣੇ ਨਾਲ। ਕਾਇਆ ਕੀ ਅਗਨ ਬ੍ਰਹਮ ਪਰ ਜਾ ਰਹੇ। ਇਹ ਪ੍ਰਾਣ ਸ਼ਕਤੀ ਜਿਹੜੀ ਤੇਰੇ ਕੋਲ ਹੈ ਪਿਆਰਿਆ, ਜਾਇਆ ਕਰੀ ਜਾ ਰਹੇ ਤੂੰ ਜਿਹੜਾ ਹੈ। ਪ੍ਰਾਣ ਸ਼ਕਤੀ ਤਾਂ ਬਹੁਤ ਨਾਰਮਲ ਜੀ ਜ਼ਰੂਰਤ ਹੈ। ਆਪਾਂ ਨੂੰ ਬਹੁਤ ਥੋੜ੍ਹੀ ਜਿਹੀ ਪ੍ਰਾਣ ਸ਼ਕਤੀ ਚਾਹੀਦੀ ਆ ਦੁਨੀਆ ਦੇ ਕਾਰ ਵਿਹਾਰ ਕਰਨ ਦੇ ਵਾਸਤੇ। ਔਰ ਆਪਾਂ ਜਿਹੜੇ ਹੈਗੇ ਉਹ ਉਸ ਪ੍ਰਾਣ ਸ਼ਕਤੀ ਦੇ ਨਾਲ ਬ੍ਰਹਮ ਅਗਨੀ ਪੈਦਾ ਕਰ ਸਕਦੇ ਹਾਂ। ਜੇ ਕਿਤੇ ਉਹ ਪ੍ਰਾਣ ਸ਼ਕਤੀ ਜਿਹੜੀ ਹੈ ਥੱਲੇ ਦੀਆਂ ਟੂਟੀਆਂ ਬੰਦ ਕਰ ਦਈਏ ਤੇ ਉੱਪਰ ਦਸਮ ਦੁਆਰ ਵੱਲ ਨੂੰ ਜਿਹੜੀ ਹੈ ਪ੍ਰਾਣ ਸ਼ਕਤੀ ਚਲੇ ਜਾਏਗੀ ਔਰ ਬ੍ਰਹਮ ਅਗਨੀ ਪੈਦਾ ਹੋ ਜਾਏਗੀ ਔਰ ਉਹਨੇ ਤੁਹਾਡੇ ਸਾਰੇ ਮਨ ਨੂੰ ਜਿਹੜਾ ਹੈਗਾ ਡਿਲੀਟ ਕਰ ਦੇਣਾ ਹੈ। ਸਾਰਾ ਦਾ ਸਾਰਾ ਡਾਟਾ ਜੋ ਮਨ ਜੋ ਆਪਣੀ ਜਿਹੜੀ ਹੈਗੀ ਆ ਆਤਮਾ ਦੇ ਅੱਗੇ ਜਿਹੜਾ ਹੈਗਾ ਚਾਰ ਚੁਫੇਰੇ ਆਪਣੀ ਸੁਰਤ ਜਿਹੜੀ ਹੈ ਨਹੀਂ ਜਾ ਸਕਦੀ ਮਨ ਦੇ ਕਾਰਨ, ਉਹ ਜਿਹੜਾ ਹੈਗਾ ਉਹ ਨਸ਼ਟ ਕਰ ਦੇਗੀ। ਕਹਿੰਦੇ ਇਸ ਚੀਜ਼ ਨੂੰ ਕਰਨਾ ਹੈ ਪਿਆਰਿਆ, ਇਹਦੇ ਵਾਸਤੇ ਆਇਆ ਆ ਦੁਨੀਆ ਦੇ ਵਿੱਚ। ਸੁਪਨਾ ਬਿੰਦ ਨਾ ਦੇਈ ਚਰਨਾ। ਕਹਿੰਦੇ ਦੇਖ ਮੈਕਸੀਮਮ ਤੇਰੀ ਜਿਹੜੀ ਪ੍ਰਾਣ ਸ਼ਕਤੀ ਹੈ ਕਾਮ ਵਾਸਨਾ ਦੇ ਵਿੱਚ ਜਾ ਰਹੀ ਹੈ। ਤਿਸ ਕਾਲਜੀ ਕੋ ਜਰਾ ਨਾ ਮਰਨਾ। ਇੱਥੇ ਰੋਕ ਲਾ, ਫਿਰ ਨਾ ਬੁਢੇਪਾ ਔਰ ਤੇਰੀ ਪ੍ਰਾਣ ਸ਼ਕਤੀ ਪੂਰੀ ਦੀ ਪੂਰੀ ਉੱਪਰ ਜਿਹੜੀ ਹੈ ਤੇਰੀ ਜਿਹੜੀ ਹੈ ਜੀਵਨ ਯਾਤਰਾ ਜਿਹੜੀ ਹੈ ਜਿਹਦੇ ਵਾਸਤੇ ਤੂੰ ਆਇਆ ਜਨਮਾਂ ਜਨਮਾਂ ਤੋਂ ਭਟਕ ਰਿਹਾ ਹੈ, ਉਹ ਜਿਹੜਾ ਹੈਗਾ ਪੂਰੀ ਹੋ ਜਾਏਗੀ। ਹਾਂਜੀ ਵੀਰ ਜੀ। ਹਾਂਜੀ ਨਿਜਰ ਸਾਹਿਬ। काजी सोजो काया विचारे, काया की अगन ब्रह्म पर जा रहे। हाँ जी निजी साहब, मेरा टाइम आ गया। हाँ जी हाँ जी। हाँ मैं ठीक है जी। देखो कहते काजी सो काया विचारे विचारे। देखो ਹੁਣ ਤੁਸੀਂ ਕਹੋਗੇ ਕਾਇਆ ਨੂੰ ਕੀ ਵਿਚਾਰਨਾ, ਹੱਥ ਪੈਰ ਹੈਗੇ, ਮੂੰਹ ਹੈਗੇ, ਦੋ ਅੱਖਾਂ ਹੈਗੀਆਂ, ਉਹਦੀ ਗੱਲ ਤੇ ਉੱਥੇ ਜਾ ਕੇ ਤੁਸੀਂ ਇਹਦੀ ਐਨਾਟਮੀ ਪੜ੍ਹ ਲਓ, ਬੋਡੀ ਦੇ ਵਿੱਚ ਕਿਹੜੇ ਕਿਹੜੇ ਤੱਤ ਹੈਗੇ। ਤੁਸੀਂ ਉਹਨੂੰ ਵਿਚਾਰਨ ਦੀ ਗੱਲ ਨਹੀਂ ਹੋ ਰਹੀ ਹੈ ਇੱਥੇ। ਗੱਲ ਵਿਚਾਰਨ ਦੀ ਹੋ ਰਹੀ ਹੈ ਕਿ ਤੇਰੇ ਅੰਦਰ ਇੱਕ ਮਨ ਹੈ। ਦੇਖੋ ਸਾਰੀ ਦੁਨੀਆ ਮਨ ਦੇ ਕਰਕੇ ਪਰੇਸ਼ਾਨ ਹੈ। ਤੇ ਕਿਸੇ ਵੀ ਕਾਲਜ ਚ ਕੋਈ ਪ੍ਰੋਫੈਸਰ ਜੇ ਉਹ ਮਨ ਬਾਰੇ ਕਹਿਣਗੇ ਤੇ ਉਹ ਕਹਿੰਦੇ ਮਨ ਹੈ ਹੀ ਨਹੀਂ ਕੁਛ। ਠੀਕ ਹੈ, ਮਨ ਹੈ, ਚਿੱਤ ਦੇ ਬਾਰੇ ਕੁਛ ਨਹੀਂ ਪਤਾ, ਕਾਰਨ ਸਰੀਰ ਦੇ ਬਾਰੇ ਕੁਛ ਨਹੀਂ ਪਤਾ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇੱਥੇ ਗ੍ਰੰਥਾਂ 'ਚ ਲਿਖੀਆਂ ਬਸ। ਕਾਲਜ ਯੂਨੀਵਰਸਿਟੀ ਤੇ ਚੀਜ਼ਾਂ ਉਹ ਕਹਿੰਦੇ ਕੁਛ ਵੀ ਨਹੀਂ ਹੈਗਾ ਏਦਾਂ ਦਾ। ਤੇ ਉਹ ਦੇਖੋ ਉਹ ਕਹਿੰਦੇ ਕਿ ਕਾਜੀ ਜਿਹੜਾ ਉਹ ਆ ਕਿ ਜੋ ਕਾਇਆ ਵਿਚਾਰੇ ਕਾਇਆ ਦੇ ਵਿੱਚ ਵੇਖੇ, ਆਪਣੀ ਕਾਇਆ ਦਾ ਅਧਿਐਨ ਕਰੇ। ਇਹਦੇ ਅੰਦਰ ਮਨ ਹੈ, ਬੁੱਧੀ ਹੈ, ਚਿੱਤ ਹੈ, ਹਉਮੈ ਹੈ ਔਰ ਪ੍ਰਾਣ ਸ਼ਕਤੀ ਹੈ। ਔਰ ਪ੍ਰਾਣ ਸ਼ਕਤੀ ਹੈ ਜਿਹੜੀ ਇਹਨੂੰ ਚਲਾਉਂਦੀ ਹੈ। ਹੁਣ ਉਹ ਪ੍ਰਾਣ ਸ਼ਕਤੀ ਚਲਾਉਂਦੀ ਜਿਹਦੇ ਕਰਕੇ ਸਰੀਰ ਜਿੰਦਾ ਹੈ। ਉਹ ਪ੍ਰਾਣ ਸ਼ਕਤੀ ਤੁਹਾਡੀ ਹੈਗੀ ਹੈ ਜਿਹੜੀ ਤੁਹਾਡੇ ਸਰੀਰ ਦੇ ਅੰਦਰ ਅੰਨ ਪਹੁੰਚਾਉਂਦੀ ਪਈ ਹੈ ਨਾ, ਉਹ ਤੁਹਾਡੀ ਪ੍ਰਾਣ ਸ਼ਕਤੀ ਜੇ। ਇਹ ਸਰੀਰ ਦੀਆਂ ਅੱਖ
ਅੱਖਾਂ ਦੀ ਸ਼ਕਤੀ ਜਿਹੜੀ ਅੱਖਾਂ ਨੂੰ ਪਹੁੰਚ ਰਹੀ ਹੈ, ਕੰਨਾਂ ਦੀ ਸ਼ਕਤੀ ਕੰਨਾਂ ਨੂੰ ਪਹੁੰਚ ਰਹੀ ਹੈ, ਦੰਦਾਂ ਦੀ ਸ਼ਕਤੀ ਦੰਦਾਂ ਨੂੰ, ਇੱਕ ਰੋਮ ਤੁਹਾਡੇ ਬਾਡੀ ਦਾ ਜਿਹੜਾ ਹੈਗਾ ਭਾਜੀ ਉਹਦੀ ਸਪਲਾਈ ਪਹੁੰਚ ਰਹੀ ਹੈ ਉਹਦੇ ਕੋਲ। ਬਿਲਕੁਲ ਪਹੁੰਚ ਅੰਡਰਸਟੈਂਡ ਰਹੀ, ਕਰੋ। ਹਾਂ ਬਿਲਕੁਲ ਪਹੁੰਚ ਰਹੀ ਹੈ, ਬਿਲਕੁਲ ਪਹੁੰਚ ਰਹੀ ਹੈ। ਇਹੀ ਪ੍ਰਾਣ ਸ਼ਕਤੀ ਹੈ ਭਾਈ। ਜਦੋਂ ਉੱਥੇ ਪਹੁੰਚਦੀ ਨਹੀਂ ਉਹ ਆਰਗਨ ਖਰਾਬ ਹੋ ਜਾਂਦਾ, ਫਿਰ ਡਾਕਟਰ ਕੋਲ ਬੰਦਾ ਤੁਰਿਆ ਫਿਰਦਾ। ਉਹ ਐਕਸਰਸਾਈਜ਼ ਦਾ ਕੰਮ ਕੀ ਹੈ? ਬਸ ਇੰਨਾ ਹੀ ਕਿ ਉਹਦੇ ਆਰਗਨਾਂ ਨੂੰ ਸਪਲਾਈ ਪਹੁੰਚਦੀ ਰਹੇ, ਬਸ ਇੰਨਾ ਹੀ ਕੰਮ ਹੈ। ਕਈ ਵਾਰੀ ਖਾਧਾ ਅੰਨ ਢਿੱਡ 'ਚ ਰਹਿ ਜਾਂਦਾ, ਢਿੱਡ ਤੋਂ ਬਸ ਸਪਲਾਈ ਨਹੀਂ ਜਾਂਦੀ, ਫਿਰ ਢਿੱਡ ਦੇ ਨਾਲ ਕਹਿੰਦੇ ਕਪਾਲਭਾਤੀ ਕਰੋ, ਨਿਲੋਮ ਵਿਲੋਮ ਕਰੋ, ਤਾਂ ਜੋ ਜਿਹੜੀ ਸਪਲਾਈ ਚੱਲਦੀ ਰਹੇ ਤੇ ਆਰਗਨ ਫੰਕਸ਼ਨ ਕਰਦਾ ਰਹੇ। ਜਦੋਂ ਆਰਗਨ 'ਚ ਫੰਕਸ਼ਨ ਨਹੀਂ ਹੁੰਦਾ, ਪ੍ਰਾਣ ਬੰਦ ਹੋ ਜਾਂਦੇ ਆ, ਫਿਰ ਹੌਲੀ ਹੌਲੀ ਕਰਕੇ ਉਹ ਆਰਗਨ ਕੰਮ ਕਰਨਾ ਬੰਦ ਕਰ ਦਿੰਦਾ। ਠੀਕ ਹੈ ਜੀ। ਕਹਿੰਦੇ ਕਾਜੀ ਸੋ ਜੋ ਕਾਇਆ ਵਿਚਾਰੇ ਆਪਣੇ ਪ੍ਰਾਣ ਦੇ ਵਿੱਚ ਇਹ ਵੇਖੇ ਕਿ ਮੇਰੇ ਸਰੀਰ ਦੇ ਅੰਦਰ ਇੱਕ ਪ੍ਰਾਣ એનર્ਜੀ ਹੈ, ਔਰ ਉਹ ਜਿਹੜੀ ਆ ਉਹ ਇੱਕ ਤੇ ਸਰੀਰ ਨੂੰ ਚਲਾਉਂਦੀ ਆ, ਦੂਸਰੀ ਤਰਫ ਇਹੋ ਹੀ ਸ਼ਕਤੀ ਜਿਹੜੀ ਹੈਗੀ ਆ ਬ੍ਰਹਮ ਅਗਨ, ਸ਼ਕਤੀ ਜਿਹੜੀ ਹੈ ਇਹ ਬ੍ਰਹਮ ਦੇ ਨਾਲ ਮਿਲਾ ਵੀ ਸਕਦੀ। ਹਾਂ, ਬ੍ਰਹਮ ਅਗਨ ਪੈਦਾ ਕਰ ਸਕਦੀ ਹੈ। ਹਾਂ, ਕਿਉਂਕਿ ਇਹਨੂੰ ਵੇਖਾਂਗੇ ਹੁਣ ਜਿੱਦਾਂ ਦੁੱਧ ਆ, ਦੁੱਧ ਦੇ ਵਿੱਚ ਮੱਖਣ ਵੀ ਆ, ਉਹਦੇ ਵਿੱਚ ਘਿਓ ਵੀ ਆ, ਪਰ ਉਹ ਤੇ ਅੱਗੇ ਪ੍ਰੋਸੈਸ ਦੇ ਵਿੱਚੋਂ ਨਿਕਲੇਗਾ। ਜਦੋਂ ਵਿਚਾਰਾਂਗੇ ਦੁੱਧ ਦੇ ਅੰਦਰ ਹੈਗਾ, ਉਸ ਤੋਂ ਬਾਅਦ ਉਹ ਅਗਲਾ ਜਿਹੜਾ ਪ੍ਰੋਸੈਸ ਉਸ ਤੋਂ ਬਾਅਦ ਆ। ਹਾਂਜੀ, ਅਗਲੀ ਤੁਕ ਬੋਲੋ ਜੀ। ਕਾਇਆ ਕੀ ਅਗਨ ਬ੍ਰਹਮ ਪਰ ਜਾ ਰਹੇ, ਇਸ ਪ੍ਰਾਣ ਸ਼ਕਤੀ ਦੇ ਨਾਲ ਬ੍ਰਹਮ ਅਗਨ ਪੈਦਾ ਕਰੇ। ਪਰ ਜਾ ਰਿਹਾ ਦਾ ਮਤਲਬ ਪੈਦਾ ਕਰੇ। ਸੁਪਨੇ ਬਿੰਦ ਨਾ ਦੇਈ ਚਰਨਾ, ਤਿਸ ਕਾਲਜੀ ਕੋ ਜਰਾ ਨਾ ਮਰਨਾ। ਹਾਂਜੀ ਵੀਰ ਜੀ। ਹਾਂ ਠੀਕ ਹੈ ਜੀ। ਸੁਪਨੇ ਵਿੱਚ ਕਾਮ ਦੀ ਵਾਸਨਾ ਮਨ। ਹੁਣ ਦੇਖੋ ਇਹ ਚੀਜ਼ ਨੂੰ ਆਪ ਪਲੀਜ਼ ਅੰਡਰਸਟੈਂਡ ਕਰੋ, ਇਹ ਮੈਂ ਪ੍ਰੈਕਟੀਕਲ ਗੱਲ ਕੀਤੀ ਹੈ, ਮੈਂ ਤੁਹਾਨੂੰ ਦੱਸਦਾ। ਕਾਇਆ ਕੀ ਅਗਨੀ ਬ੍ਰਹਮ ਵਿਚਾਰੇ, ਠੀਕ ਹੈ ਜੀ। ਇਹ ਅਗਨ ਨੂੰ ਵਰਤੋ ਤੇ ਬ੍ਰਹਮ ਅਗਨ ਪੈਦਾ ਕਰ ਲਓ। ਬ੍ਰਹਮ ਜੋਤ ਜਿਹੜੀ ਹੈ ਨਾ, ਜਿਹੜਾ ਤੁਹਾਡੇ ਅੰਦਰ ਅਖੰਡ ਜੋਤ ਕਹਿੰਦੇ ਆ, ਬ੍ਰਹਮ ਜੋਤ ਕਹਿ ਲਓ, ਇਹ ਬੜੀ ਸ਼ੁੱਧ ਜੋਤ ਹੈ। ਇਹ ਜਦੋਂ ਤੁਹਾਡੇ ਅੰਦਰ ਪ੍ਰਗਟ ਹੋ ਗਈ ਨਾ ਤੇ ਅਗਿਆਨ ਭਰਮ ਆਪਣੇ ਆਪ ਹੀ ਤੁਹਾਡੇ ਤੋਂ ਦੂਰ ਹੋ ਜਾਏਗਾ। ਕੁਛ ਕਰਨ ਦੀ ਲੋੜ ਨਹੀਂ ਹੈ। ਬਾਈ ਪ੍ਰੋਡਕਟ ਆ, ਦੀਵਾ ਜਗਾਇਆ ਹਨੇਰਾ ਗੁੱਲ, ਬਿਲਕੁਲ ਆਟੋਮੈਟਿਕ। ਜਦੋਂ ਵੀ ਚੇਤਨਾ ਪ੍ਰਗਟ ਹੋ ਗਈ, ਗਿਆਨ ਨੇ ਪੈਦਾ ਹੋ ਜਾਣਾ ਤੇ ਅਗਿਆਨ ਨੇ ਆਪਣੇ ਆਪ ਹੀ ਗੁੰਮ ਹੋ ਜਾਣਾ। ਤੁਸੀਂ ਗਿਆਨ ਨੂੰ ਕੁਛ ਨਹੀਂ ਕਰ ਸਕਦੇ, ਤੁਸੀਂ ਕੁਛ ਕਰ ਸਕਦੇ ਜੋ ਤੇ ਗਿਆਨ ਨੂੰ ਪੈਦਾ ਕਰ ਸਕਦੇ ਜੋ। ਬਸ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਲਾਈਟ ਜਗਾਈ ਨਹੀਂ ਤੇ ਹਨੇਰਾ ਆਪਣੇ ਆਪ ਚਲੇ ਜਾਣਾ। ਹਨੇਰੇ ਨਾਲ ਲੜਨਾ ਬੇਵਕੂਫੀ ਆ, ਕਿਉਂਕਿ ਹਨੇਰਾ ਐਬਸੈਂਸ ਆਫ ਦਾ ਪ੍ਰਕਾਸ਼, ਉੱਥੇ ਲਾਈਟ ਨਹੀਂ ਹੈਗੀ, ਤਾਂ ਹਨੇਰਾ ਹੈਗਾ। ਹਨੇਰੇ ਨੂੰ ਤੁਸੀਂ ਕੁਛ ਵੀ ਨਹੀਂ ਕਰ ਸਕਦੇ, ਪਰ ਸਾਰੀ ਦੁਨੀਆ ਤੁਹਾਨੂੰ ਕਹੀ ਜਾਂਦੀ ਕਾਮ ਨੂੰ ਮਾਰੋ, ਕ੍ਰੋਧ ਨੂੰ ਮਾਰੋ, ਲੋਭ ਨੂੰ ਮਾਰੋ, ਮੋਹ ਨੂੰ ਮਾਰੋ, ਹੰਕਾਰ ਨੂੰ ਮਾਰੋ। ਉਹ ਮਰਦੇ ਆ, ਉੱਥੇ ਹਨੇਰੇ ਆ। ਜਦੋਂ ਤੁਹਾਡੇ ਅੰਦਰ ਭੀਤਰ ਦੇ ਵਿੱਚ ਬ੍ਰਹਮ ਅਗਨ ਪ੍ਰਗਟ ਹੋ ਗਈ, ਇਹ ਸਾਰੇ ਗੁੰਮ ਹੋ ਜਾਣੇ। ਠੀਕ ਹੈ ਜੀ। ਔਰ ਬ੍ਰਹਮ ਅਗਨ ਪ੍ਰਗਟ ਹੋਣੀ ਹੈ ਗੋਰਖੀ ਸਾਹਿਬ ਧਿਆਨ ਸਿਮਰਨ ਦੇ ਦੁਆਰਾ। ਇਹ ਵੀ ਹਾਂ, ਉਹ ਬੰਦਗੀ, ਹਾਂ, ਉਹ ਤੁਹਾਡਾ ਇੱਕ ਪ੍ਰਮਾਤਮਾ ਨੇ ਤਾਂ ਵਿਧੀ ਬਣਾਈ ਹੈ, ਤੁਸੀਂ ਭਗਤੀ ਕਰੋ ਬਸ। ਭਗਤੀ ਦਾ ਮਤਲਬ ਹੀ ਧਿਆਨ ਸਿਮਰਨ ਹੈ। ਧਿਆਨ ਤੇ ਸਿਮਰਨ, ਸਿਮਰਨ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਬਾਰ-ਬਾਰ ਸਿਮਰਨ ਕਰਨਾ। ਹਾਂ, ਸਮਰਨ ਯਾਦ ਕਰਨਾ, ਉਹਨੂੰ ਰਿਪੀਟ ਕਰਨਾ। ਕੋਈ ਵੀ ਸ਼ਬਦ ਕਹਿ ਲਓ, ਕੁਛ ਉਹ ਇੱਕ ਵਿਧੀ। ਤੇ ਧਿਆਨ ਦਾ ਮਤਲਬ ਹੈ ਕਿ ਜਿੱਥੇ ਤੁਹਾਡਾ ਧਿਆਨ ਹੀ ਨਹੀਂ ਹੈਗਾ, ਉਹ ਕੰਮ ਕਿੱਥੋਂ ਸਹੀ ਹੋਊਗਾ? ਦੱਸੋ ਮੈਨੂੰ। ਜਿੱਥੇ ਧਿਆਨ ਹੀ ਨਹੀਂ ਹੈਗਾ, ਰੋਟੀ ਬਣਾ ਲਓਗੇ ਤੁਸੀਂ, ਇਹ ਵਿੰਗੀਆਂ ਟੇਡੀਆਂ ਰੋਟੀਆਂ ਪਕਾਉਣੀਆਂ, ਤੁਸੀਂ ਕਹਿਣਾ ਬਈ ਉਹ ਰੋਟੀਆਂ ਆ ਕੀ ਵਿੰਗੀਆਂ ਟੇਡੀਆਂ ਬਣਾਈਆਂ, ਤੇਰਾ ਧਿਆਨ ਕਿੱਥੇ ਸੀ? ਹੈਨਾ? ਉਹ ਤੁਹਾਨੂੰ ਮੈਂ ਕਿਹਾ ਸੀ ਫਲਾਨਾ ਕੰਮ ਕਰ ਦਿਓ, ਉਹ ਮੈਨੂੰ ਪਤਾ ਨਹੀਂ ਲੱਗਾ, ਫਿਰ ਤੁਹਾਡਾ ਧਿਆਨ ਕਿੱਥੇ ਸੀ? ਆਪਾਂ ਕਹਿ ਨਹੀਂ ਦਿੰਦੇ। ਬਿਲਕੁਲ ਉਹੀ ਹੈ ਧਿਆਨ। ਧਿਆਨ ਦਾ ਮਤਲਬ ਜੋ ਤੁਸੀਂ ਕੰਮ ਕਰਨਾ, ਉੱਥੇ ਜੇਕਰ ਧਿਆਨ ਤੁਹਾਡਾ ਨਹੀਂ ਹੈਗਾ, ਤੁਸੀਂ ਉਹ ਕੰਮ ਬਰਾਬਰ ਨਹੀਂ ਕਰੋਗੇ, ਉਹ ਕੰਮ ਗਲਤ ਹੋਊਗਾ, ਉਲਟਾ ਪੁਲਟਾ ਹੋਊਗਾ। ਇੱਥੋਂ ਤੱਕ ਤੁਸੀਂ ਡਰਾਈਵ ਜਿਹੜੀ ਕਰਦੇ ਜੋ, ਗੱਡੀ ਚਲਾਉਂਦੇ ਜੋ, ਇਹਦਾ ਮਤਲਬ ਇਹ ਆ ਕਿ ਤੁਹਾਡਾ ਧਿਆਨ ਸੜਕ ਤੇ ਚਾਹੀਦਾ। ਤੇ ਜੇ ਤੁਹਾਡਾ ਧਿਆਨ ਇੱਧਰ ਉੱਧਰ ਗਿਆ, ਉਹ ਸਹੀ ਨਹੀਂ ਆ, ਤੁਹਾਡੀ ਡਰਾਈਵ ਵਧੀਆ ਨਹੀਂ ਹੋਵੇਗੀ, ਕੋਈ ਵੀ ਕੰਮ ਵਧੀਆ ਨਹੀਂ ਹੋਵੇਗਾ। ਠੀਕ ਹੈ ਜੀ। ਧਿਆਨ ਦਾ ਮਤਲਬ ਤੁਸੀਂ ਭਗਤੀ ਕਰਨੀ ਹੈ, ਧਿਆਨ ਤੇ ਸਿਮਰਨ, ਸਿਮਰਨ ਦੇ ਵਿੱਚ ਤੁਹਾਡਾ ਧਿਆਨ ਹੋਣਾ ਚਾਹੀਦਾ। ਔਰ ਜੇਕਰ ਧਿਆਨ ਤੁਹਾਡਾ ਪੱਕਾ ਨਹੀਂ ਹੈ, ਸਾਧਨਾ ਕਰੋ, ਧਿਆਨ ਪੱਕ ਜਾਏਗਾ। ਠੀਕ ਹੈ ਜੀ। ਜਿੱਦਾਂ ਮੇਰੇ ਕੋਲ ਹੁਣ ਤੁਸੀਂ ਮੈਨੂੰ ਚਾਹੋ ਵਜਨ ਚੁੱਕ, ਕਿੰਨਾ ਚੁੱਕੂਗਾ? 10 ਕਿਲੋ, 20 ਕਿਲੋ, 50 ਕਿਲੋ, 60 ਕਿਲੋ, ਪਰ ਕੁਇੰਟਲ ਚੁਕਾ ਦੋਗੇ, ਮੇਰੇ ਕੋਲ ਥੋੜੀ ਚੁੱਕਿਆ ਜਾਣਾ। ਪਰ ਮੈਂ ਜਿਮ ਚ ਹਰ ਦਿਨ ਜਾਣਾ, ਇੱਕ ਸਮਾਂ ਆਊਗਾ ਬੜੀ ਆਸਾਨੀ ਦੇ ਨਾਲ ਮੈਂ ਕੁਇੰਟਲ ਵਜਨ ਚੁੱਕ ਲੈਣਾ, ਕਿ ਮੇਰੇ ਮਸਲ ਜਿਹੜੇ ਨੇ ਨਿੱਜਾ ਸਾਹਿਬ ਹੈ ਤੇ ਉਹੀ ਆ, ਪਰ ਹੁਣ ਕੈਪੈਸਿਟੀ ਵੱਧ ਗਈ। ਬਿਲਕੁਲ ਵੀਰ ਜੀ, ਜਿਹੜੇ ਤੁਸੀਂ ਦੱਸਦੇ ਹੋ ਨਾ ਜੀ ਧਿਆਨ, ਤੁਸੀਂ ਅੱਗੇ ਵੀ ਕਈ ਵਾਰ ਜ਼ਿਕਰ ਕਰਦੇ ਹੁੰਦੇ ਹੋ
ਕਿ ਵੀ ਧਿਆਨ ਮਤਲਬ ਉਹਨੂੰ ਹੋਸ਼ਪੂਰਵਕ ਕਰਨਾ ਹੈ। ਜਿਹੜਾ ਵੀ ਕੰਮ ਕਰਦੇ ਹੋ ਧਿਆਨ ਤੁਹਾਡਾ ਹਰ ਪਲ ਹੋਣਾ ਚਾਹੀਦਾ ਹੈ। ਰੋਟੀ ਖਾਂਦੇ ਹੋ ਤਾਂ ਤੁਸੀਂ ਰੋਟੀ ਖਾ ਰਹੇ ਹੋ, ਪਤਾ ਹੋਵੇ ਤੁਹਾਨੂੰ, ਇਹ ਨਾ ਹੋਵੇ ਆਪ ਤੁਰੇ ਕਿਤੇ ਹੋਰ ਤੁਰੇ ਫਿਰਦੇ ਆ। ਜਿੱਦਾਂ ਤੁਸੀਂ ਦੱਸਦੇ ਹੋ ਨਾ, ਜੇ ਨਹਾ ਰਹੇ ਹੋ ਤਾਂ ਉਦੋਂ ਵੀ ਧਿਆਨ ਨਾਲ ਵੀ ਨਹਾ ਰਹੇ ਆ, ਹੁਣ ਮੈਂ ਮੇਰੇ ਅੰਦਰ ਪਾਣੀ ਦਾ ਕੱਪ ਪੈ ਰਿਹਾ ਮੇਰੇ ਉੱਤੇ, ਤੇ ਜੇ ਤੁਸੀਂ ਤੁਰ ਰਹੇ ਹੋ ਤਾਂ ਇੱਕ ਕਦਮ ਤੁਰ ਰਹੇ ਹੋ ਵੀ ਤੁਰ ਰਹੇ ਆ, ਮੈਂ ਦਿਸ ਰਿਹਾ ਮੈਨੂੰ, ਮੈਂ ਤੁਰ ਰਿਹਾ ਹਾਂ ਨਾ ਜੀ। ਛੋਟੀ ਛੋਟੀਆਂ ਚੀਜ਼ਾਂ ਤੋਂ ਇਹ ਧਿਆਨ ਪੱਕ ਜਾਂਦਾ। ਬਿਲਕੁਲ ਤੁਹਾਡੀ ਜੋ ਗੱਲ ਹੈ ਸਹੀ ਹੈ। ਹਾਂਜੀ, ਉਹ ਨਾਰਮਲੀ ਆਪਾਂ ਜਿੱਦਾਂ ਰੂਟੀਨ ਵਰਕ ਕਰਦੇ ਆ ਨਾ, ਉਹਦੇ ਵਿੱਚ ਵੀ ਮੈਂ ਤੇ ਇਹੋ ਕਹਿੰਦਾ ਵਾਂ ਕਿ ਦੇਖੋ ਇੱਕਦਮ ਤੁਹਾਡਾ ਧਿਆਨ ਤੇ ਪਕੜਨਾ ਨਹੀਂ, ਕਿਉਂਕਿ ਇੱਕ ਸਾਧਨਾ ਇਹ ਧਿਆਨ ਨੂੰ ਪਕਾਉਣ ਦਾ ਇੱਕ ਹੋਰ ਵੀ ਤਰੀਕਾ ਹੈਗਾ। ਤੁਸੀਂ ਜੋ ਕੰਮ ਕਰਦੇ ਜਿਹਨੂੰ ਉਹਦੇ 'ਚ ਧਿਆਨ ਰੱਖੋ। ਮਨ ਭੱਜ ਜਾਂਦਾ ਫਿਰ ਤੁਹਾਡਾ, ਫਿਰ ਫੜ ਕੇ ਲੈ ਆਓ। ਰੋਟੀ ਖਾਣ ਲੱਗਾ 15-20 ਮਿੰਟ ਲੱਗਦੇ ਆ, ਅਸਕਰ ਇਹਨੂੰ ਬਾਰ-ਬਾਰ ਮੋੜੋਗੇ, ਕਮ ਸੇ ਕਮ ਸਬਜ਼ੀ ਦਾ ਸਵਾਦ, ਰੋਟੀ ਦਾ ਸਵਾਦ, ਤੱਤੀ ਠੰਡੀ, ਤੋਂ ਇਹ ਆਨੰਦਮਈ ਚੀਜ਼ਾਂ ਬਣਦੀਆਂ ਨੇ ਤੇ ਉੱਥੇ ਤੁਹਾਡਾ ਧਿਆਨ ਹੌਲੀ-ਹੌਲੀ ਆਉਣਾ ਸ਼ੁਰੂ ਹੋ ਜਾਏਗਾ। ਠੀਕ ਹੈ, ਨਹਾਉਣ ਦੇ ਨਾਲ ਵੀ ਆਉਂਦਾ ਹੈ, ਹੋਰ ਸਾਰੇ ਕੰਮ ਜੋ ਵੀ ਤੁਸੀਂ ਕਰਨੇ ਆ। ਠੀਕ ਹੈ, ਆਹ ਬੜੀ ਫੇਰ ਕੰਮ ਦੀ ਗੱਲ ਕਰ ਗਏ। ਕਹਿੰਦੇ ਆ ਸੁਪਨੇ ਬਿੰਦ ਨਾ ਦੇਈ ਝਰਨਾ। ਹੁਣ ਇਹ ਚੀਜ਼ ਦੀ ਗਰੰਟੀ ਮੈਂ ਲੈ ਲੈਣਾ। ਕਹਿੰਦੇ ਦੇਖੋ ਇੱਕ ਤੇ ਕਾਮ ਦੀ ਗੱਲ ਕਰਦੇ ਨਾ, ਜਾਗਰਤ ਅਵਸਥਾ ਚ ਆਮ ਬੰਦਾ ਕਰਦਾ। ਇਹ ਕਈ ਲੋਕ ਜਿਹੜੇ ਜੋਗੀ ਜਾਗੀ ਹੁੰਦੇ ਰਾਤ ਨੂੰ ਸੌਂਦੇ ਨਹੀਂ, ਡਰਦੇ, ਕਿਉਂਕਿ ਇਹਨਾਂ ਨੇ ਕੀਤਾ ਹੁੰਦਾ ਕਿ એનર્ਜੀ ਨੂੰ ਸਪਰੈਸ ਕੀਤਾ ਹੁੰਦਾ, ਦੱਬਿਆ ਹੁੰਦਾ ਸਪਰਿੰਗ ਵਾਂਗੂ। ਤੁਸੀਂ ਸਪਰਿੰਗ ਨੂੰ ਨੱਪੋਗੇ ਨਾ, ਉੱਥੇ ਤੜ ਵੱਧ ਹੀ ਜਾਂਦੀ ਹੈ। ਇੱਕ ਸਮਾਂ ਆਊਗਾ ਜਦੋਂ ਵੀ ਹੱਥ ਪਰੇ ਕਰੋਗੇ, ਸਪਰਿੰਗ ਉਸ ਤੋਂ ਵੱਧ ਫੋਰਸ ਨਾਲ ਬਾਹਰ ਆਉਂਦਾ। ਹੁਣ ਇਹ ਸੁਪਨੇ ਦੇ ਵਿੱਚ ਕੀ ਕਰਦੇ ਕਿ ਇਹ ਲੋਕ ਡਰਦੇ, ਸੌਂਦੇ ਨਹੀਂ ਰਾਤ ਨੂੰ, ਕਿਉਂਕਿ ਸੁਪਨੇ ਵੀ ਇਹਨਾਂ ਨੂੰ ਉਸੇ ਚੀਜ਼ ਦੇ ਆਉਂਦੇ ਨੇ। ਬਿਲਕੁਲ, ਕਿਉਂਕਿ ਦਿਨੇ ਦੱਬਿਆ ਨਾ ਉਹਨੂੰ। ਵੀਰ ਜੀ ਬਹੁਤ ਸੂਖਮ ਗੱਲ ਕਰ ਜਾਂਦੇ ਨੇ। ਆ ਵੇਖੋ ਬੜੀ ਬਰੀਕ ਗੱਲ ਹੈ, ਦੇਖੋ ਨਾ, ਨਿੱਕੀ ਜਿਹੀ ਲੈਣ ਹੈਗੀ ਆ। ਸੁਪਨੇ ਪੈਂਦੇ ਨਾ ਦੇ ਹੀ ਚਰਨਾ। ਕਹਿੰਦੇ ਕਿ ਸੁਪਨੇ ਦੇ ਵਿੱਚ ਵੀ ਉਹਨੂੰ ਏਦਾਂ ਦਾ ਕੋਈ ਕੰਮ ਨਹੀਂ ਹੁੰਦਾ, ਏਦਾਂ ਦਾ ਕੋਈ ਚੇਤਨ ਦੇ ਵਿੱਚ ਸੁਪਨਾ ਨਹੀਂ ਪ੍ਰਗਟ ਹੁੰਦਾ ਜਿਹਦੇ ਚ ਕੋਈ ਕਾਮ ਦੇ ਨਾਲ ਰਿਲੇਟਡ ਕੋਈ ਚੀਜ਼ ਜੁੜੀ ਹੋਵੇ। ਹੁਣ ਦਿਨੇ ਤੇ ਤੁਸੀਂ ਕੰਟਰੋਲ ਕਰ ਲਿਆ, ਤੁਸੀਂ ਲੰਗੋਟ ਲੰਗਾਟ ਬੰਨ ਲਿਆ, ਅੱਖਾਂ ਤੇ ਪੱਟੀ ਪੁੱਟੀ ਬੰਨ ਕੇ ਜੰਗਲ ਭੱਜ ਗਏ, ਪਰ ਰਾਤ ਨੂੰ ਸੁੱਤਿਆਂ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ। ਨਿਜਾ ਸਾਹਿਬ ਬਿਲਕੁਲ, ਤੇ ਮਨ ਨੇ ਸੁਪਨੇ ਦਾ ਸੰਸਾਰ ਬਣਾ ਲੈਣਾ। ਪਰ ਕਹਿੰਦੇ ਨਹੀਂ, ਜੇ ਕੋਈ ਜੋਗੀ ਹੈਗਾ ਉਹਦੇ ਸੁਪਨੇ ਚ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ, ਬਿਲਕੁਲ। ਸੋ ਸੁਲਤਾਨ ਜੋ ਨਹੀਂ ਸੁਪਨੇ ਬਿੰਦਾ ਦੇ ਚਰਾ ਤਿਸ ਕਾਜੀ ਕੋ ਜਰਾ ਨਾ ਮਰਨਾ। ਉਹਨੂੰ ਫਿਰ ਜਿਹੜਾ ਹੈਗਾ ਦੇਖ ਲਓ, ਜਰਾ ਵੀ ਨਹੀਂ ਤੇ ਆਤਮਿਕ ਮੌਤ ਵੀ ਨਹੀਂ ਮਰੇਗਾ, ਉਹ ਯਾਤਰਾ ਪੂਰੀ ਕਰ ਲਏਗਾ। ਹਾਂ ਤੇਰੀ ਤੇ ਉਹ ਕਹਿ ਗਏ ਨੇ, ਵੱਡੀ ਗੱਲ ਕਹਿ ਗਏ ਨੇ ਕਿ ਜਿਹੜਾ ਬੰਦਾ ਦਿਨੇ ਦੀ ਨਹੀਂ ਗੱਲ ਕਰ ਰਿਹਾ, ਉਹ ਰਾਤ ਦੀ ਸੁੱਤਿਆਂ ਦੀ ਗੱਲ ਕਰਦੇ ਅਗਲੇ। ਨਿਸ਼ਾ ਸਾਹਿਬ ਇੱਕ ਔਰ ਇਹ ਗਰੰਟੀ ਹੈ, ਤੁਸੀਂ ਥੋੜੀ ਜਿਹੀ ਸਾਧਨਾ ਕੀਤੀ ਨਾ, ਇਹ ਗੱਲ ਦੀ ਮੈਂ ਗਰੰਟੀ ਲੈਂਦਾ, ਤੁਹਾਡੇ ਸੁਪਨੇ ਦੇ ਵਿੱਚ ਕੋਈ ਏਦਾਂ ਦੀ ਬਦ ਸਲੂਕੀ ਨਹੀਂ ਹੋਊਗੀ, ਤੁਸੀਂ ਐਸਾ ਕੋਈ ਮਾੜਾ ਕੰਮ ਨਹੀਂ ਕਰੋਗੇ। ਦਿਨੇ ਤੇ ਬੜੀ ਦੂਰ ਦੀ ਗੱਲ ਹੈ ਨਾ, ਤੁਸੀਂ ਸੁਪਨੇ 'ਚ ਨਹੀਂ ਕਰ ਸਕਦੇ। ਬਿਲਕੁਲ, ਉਹ ਚੇਤਨਾ ਪ੍ਰਗਟ ਹੋ ਗਈ ਹੈ, ਅੰਦਰ ਅਸ਼ੁੱਧੀ ਖਤਮ ਹੋ ਗਈ ਆ, ਸ਼ੁੱਧੀ ਪ੍ਰਗਟ ਹੋ ਗਈ ਆ, ਮਲੀਨਤਾ ਖਤਮ ਹੋ ਗਈ ਆ, ਫਿਰ ਸੁਪਨੇ ਵੀ ਬੜੇ ਪਾਕ ਤੇ ਪਵਿੱਤਰ ਹੋ ਜਾਂਦੇ ਨੇ। ਏਦਾਂ ਦਾ ਘਟੀਆ ਸੁਪਨਾ ਨਹੀਂ ਤੁਹਾਨੂੰ ਆਊਗਾ। ਠੀਕ ਹੈ ਜੀ, ਪਲੀਜ਼ ਇਹ ਚੀਜ਼ ਨੂੰ ਨੋਟਿਸ ਕਰਨਾ, ਯਾਦ ਰੱਖਣਾ ਮੇਰੀ ਗੱਲ। ਤੁਸੀਂ ਸਹੀ ਤਰੀਕੇ ਨਾਲ ਸਾਧਨਾ ਕਰਦੇ ਪਏ, ਜੋ ਸੰਗਤ ਤੁਹਾਡੀ ਬਰਾਬਰ ਆ, ਤੁਹਾਡੇ ਸੁਪਨੇ ਦੇ ਵਿੱਚ ਵੀ ਕੋਈ ਕਾਮ ਦੀ ਤਰੰਗ ਪੈਦਾ ਨਹੀਂ ਹੋਊ। ਓਦਾਂ ਸੁਪਨੇ ਆ ਸਕਦੇ ਆ ਤੁਹਾਨੂੰ, ਮਨਾ ਨਹੀਂ ਮੈਂ ਕਰਦਾ, ਪਰ ਕਾਮ ਦਾ ਸੁਪਨਾ ਨਹੀਂ ਆ। ਗਰੰਟੀ ਪੱਥਰ ਤੇ ਲਕੀਰ ਲੈ ਕੇ ਰੱਖ ਲੈਣਾ। ਹੌਲੀ ਹੌਲੀ ਅਵਸਥਾ ਬਣਦੀ ਜਾਣੀ ਹੈ, ਇਹ ਚੀਜ਼ ਆਟੋਮੈਟਿਕਲੀ ਤੁਹਾਡੇ ਤੋਂ ਦੂਰ ਹੋ ਜਾਣੀ। ਪਹਿਲਾਂ ਦਿਨੇ ਦੂਰ ਹੋਣੀ ਆ, ਰਾਤ ਨੂੰ ਵੀ ਦੂਰ ਹੋ ਜਾਏਗੀ। ਹਾਂਜੀ ਨਜਾ ਸਾਹਿਬ ਅਗਲੀ ਤੁਕ ਬੋਲੋ। ਸੋ ਸੁਲਤਾਨ ਜੋ ਦੋਏ ਸਰ ਤਨ ਹੈ, ਕਹਿੰਦੇ ਦੋ ਤੀਰ ਜਿਹੜੇ ਹੈਗੇ ਚਲਾਉਂਦਾ ਹੈ ਜਿਹੜਾ, ਉਹ ਇਹ ਗੇਮ ਜਿੱਤ ਸਕਦਾ ਹੈ। ਦੋ ਤੀਰ ਹੈਗੇ, ਇੱਕ ਤਾਂ ਜਿਹੜਾ ਹੈਗਾ ਗਿਆਨ ਹੈਗਾ ਔਰ ਦੂਸਰਾ ਵੈਰਾਗ ਹੈਗਾ। ਬਸ ਗਿਆਨ ਲੈ ਗੁਰੂ ਕੋਲੋਂ ਔਰ ਵੈਰਾਗ ਹੋਣਾ ਚਾਹੀਦਾ, ਪਿਆਰ ਹੋਣਾ ਚਾਹੀਦਾ, ਖਿੱਚ ਹੋਣੀ ਚਾਹੀਦੀ ਹੈ। ਬਸ ਆਹ ਦੋ ਤੀਰ ਚੱਲਣੇ ਆ ਭਾਈ, ਤੇ ਤਾਂ ਜਿਹੜਾ ਗੇਮ ਜਿੱਤੀ ਜਾਣੀ ਹੈ। ਬਾਹਰ ਜਾਤਾ ਭੀਤਰ ਆਨੇ, ਫਿਰ ਉਹ ਜਿਹੜਾ ਹੈਗਾ ਆਪਣਾ ਮਨ ਜਿਹੜਾ ਬਾਹਰ ਜਾ ਰਿਹਾ 9 ਦਰਵਾਜ਼ਿਆਂ ਤੋਂ, ਤੇ ਉਹਨੂੰ ਆਪਣੇ ਉਲਟ ਮੋੜ ਲੈ ਭਾਈ, ਯੂ ਟਰਨ ਲੈ ਲੈ, ਔਰ ਉਹਨੂੰ ਜਿਹੜਾ ਹੈਗਾ ਆਪਣੀ ਸੁਰਤ ਨੂੰ ਜਿਹੜਾ ਹੈਗਾ ਉੱਪਰ ਲੈ ਕੇ ਜਾਏ। ਗगन मंडल में लश्कर करे। ਹਾਂਜੀ ਵੀਰ ਜੀ ਪੂਰਾ ਲੈ ਲਓ ਇਹਨੂੰ, ਤੀਸਰਾ ਬੰਦ, ਗगन मंडल में लश्कर करे। ਕਹਿੰਦੇ ਗगन ਮੰਡਲ ਦੇ ਵਿੱਚ ਜਾ ਕੇ ਜਿਹੜਾ ਹੈਗਾ, ਗगन ਮੰਡਲ ਕਿਤੇ ਦੂਰ ਮੰਡਲ ਨਹੀਂ ਹੈ ਬਾਈ, ਕਿਸੇ 7ਵੇਂ ਅਸਮਾਨ ਤੇ ਜਾਣਾ ਆਪਾਂ ਨੇ। ਇੱਥੇ ਬੈਠੇ ਬੈਠੇ ਜਦ ਵਿਚਾਰ ਮੁਕਤ ਹੋ ਗਏ, ਵਿਚਾਰ ਘਟ ਗਏ, ਤੇ ਤੁਸੀਂ ਗगन ਮੰਡਲ ਵੱਲ ਨੂੰ ਤੁਰ ਪਏ ਹੋ। ਬਸ ਜਿੱਥੇ ਵਿਚਾਰ ਬੰਦ ਹੋ ਗਏ ਤੇ ਗगन ਮੰਡਲ ਦੇ ਵਿੱਚ ਪਹੁੰਚ ਗਏ ਆਪਾਂ। ਉੱਥੇ ਲਸ਼ਕਰ ਕਰਨਾ ਹੈ, ਉੱਥੇ ਟਿਕਣਾ ਹੈ ਭਾਈ।
ਸੁੰਨ ਗੁਫਾ ਕਹਿੰਦੇ ਉਹਨੂੰ। ਸੁੰਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਉੱਥੇ ਵਿਚਾਰ ਵਿਵਰਜਿਤ ਹੈਗੇ ਭਾਈ। ਫਿਰ ਤੁਸੀਂ ਗਗਨ ਮੰਡਲ 'ਚ ਨਹੀਂ ਆ, ਫਿਰ ਤੁਸੀਂ ਵਿਚਾਰ ਮੰਡਲ 'ਚ ਹੋ, ਫਿਰ ਤੁਸੀਂ ਪ੍ਰਕਿਰਤੀ ਦੇ ਵਿੱਚ ਹੋ, ਫਿਰ ਤੁਸੀਂ ਸੰਸਾਰ ਦੇ ਵਿੱਚ ਹੋ। ਗਗਨ ਮੰਡਲ ਮੇ ਲਸ਼ਕਰ ਕਰੈ ਸੋ ਸੁਲਤਾਨ ਛਤਰ ਸਿਰ ਧਰੈ। ਕਬੀਰ ਜੀ ਕਹਿੰਦੇ ਉਹਨੂੰ ਮਾਲਕ ਵੱਲੋਂ ਜਿਹੜੀ ਹੈ ਬਾਦਸ਼ਾਹੀ ਮਿਲ ਜਾਣੀ ਹੈ ਭਾਈ। ਪਰਮਾਤਮਾ ਵੱਲੋਂ ਛਤਰ ਆ ਜਾਣਾ ਉਹਦੇ ਸਿਰ ਦੇ ਉੱਤੇ। ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ। ਹਾਂਜੀ ਵੀਰ ਜੀ। ਹਾਂਜੀ ਗੁਰੂ ਸਾਹਿਬ। ਹਾਂਜੀ ਠੀਕ ਹੈ ਜੀ। ਫਿਰ ਕਹਿੰਦੇ ਆ ਕਿ ਸੋ ਸੁਲਤਾਨ ਦੁਈ ਸਰਤਾਨੇ। ਸਰ ਕਹਿੰਦੇ ਤੀਰ। ਇੱਕ ਗਿਆਨ ਹੈ, ਇੱਕ ਵਿਰਾਗ ਹੈ। ਹਾਂ, ਦੋ ਤੀਰ ਬਸ। ਜਦੋਂ ਬ੍ਰਹਮ ਅਗਨ ਪ੍ਰਗਟ ਹੋ ਗਈ, ਵਿਰਾਗ ਆਪਣੇ ਆਪ ਤੁਹਾਡੇ ਜੀਵਨ ਚ ਆ ਜਾਏਗਾ। ਵਿਰਾਗ ਕੋਈ ਇਹ ਨਹੀਂ ਕਿ ਤੁਸੀਂ ਆਪਣੀ ਮਰਜ਼ੀ ਨਾਲ ਸਾਹਮਣੇ ਖਾਣੇ ਬਣੇ ਆ ਤਾਂ ਤੁਸੀਂ ਕਹੋ ਕਿ ਮੈਂ ਨਹੀਂ ਖਾਣੇ। ਇੱਕ ਅਲੱਗ ਚੀਜ਼ ਹੈ, ਠੀਕ ਹੈ। ਵਿਰਾਗ ਪੈਦਾ ਹੋਣਾ ਮਤਲਬ ਕਿ ਤੁਹਾਡਾ ਨਾਮ ਚੱਲ ਪਿਆ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ। ਆਟੋਮੈਟਿਕਲੀ ਅੰਦਰੋਂ ਜਿਹੜੀ ਹੈ ਤੁਹਾਡੇ ਅੰਦਰ ਸੰਤੋਖ ਆ ਜਾਣਾ ਹੈ ਆਟੋਮੈਟਿਕਲੀ। ਇੱਥੇ ਤੁਸੀਂ ਕੁਝ ਵੀ ਨਹੀਂ ਕਰਨਾ। ਇਹ ਚੀਜ਼ ਬੜੀ ਬੜੀ ਵਧੀਆ। ਕੋਈ ਇੱਥੇ ਕਹਿੰਦੇ ਹੋ ਕਿ ਆਹ ਕੰਮ ਨਾ ਕਰ, ਉਹ ਨਾ ਕਰੀ। ਕਬੀਰ ਜੀ ਨਹੀਂ ਕਹਿੰਦੇ ਏਦਾਂ। ਉਹ ਕਹਿੰਦੇ ਕਿ ਦੋ ਚੀਜ਼ਾਂ ਸਾਹਮਣੇ ਪ੍ਰਗਟ ਹੋਣਗੀਆਂ। ਗਿਆਨ ਤੇ ਤੁਹਾਨੂੰ ਮਿਲ ਹੀ ਜਾਣਾ। ਕੁਝ ਗਿਆਨ ਸਾਡੇ ਇੱਥੇ ਸੰਗਤ 'ਚ ਬਹਿ ਕੇ ਤੁਹਾਨੂੰ ਮਿਲਣਾ, ਕੁਝ ਤੁਹਾਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਣਾ। ਤੁਹਾਡੀ ਵੇਖਣ ਦੀ ਦ੍ਰਿਸ਼ਟੀ ਚੇਂਜ ਹੋ ਜਾਣੀ। ਜੇ ਤੁਹਾਡੇ ਕੰਨ ਸ਼ੁੱਧ ਹੋ ਗਏ ਨਾ ਤਾਂ ਤੁਸੀਂ ਸੱਚ ਨੂੰ ਦੇਖਣਾ, ਸੱਚ ਨੂੰ ਸੁਣਨਾ, ਸੱਚ ਨੂੰ ਖਾਣਾ, ਆਟੋਮੈਟਿਕਲੀ ਸੱਚ ਨੂੰ ਸੁੰਘਣਾ ਸ਼ੁਰੂ ਕਰ ਦੇਣਾ। ਸਪਰਸ਼ ਵੀ ਸੱਚ ਦਾ ਹੀ ਕਰੋਗੇ, ਕਿਉਂਕਿ ਅੰਦਰ ਦੀਆਂ ਜਿਹੜੀਆਂ ਰਿਫਾਈਨਿੰਗ ਹੋ ਗਈਆਂ ਨੇ, ਜਿਹੜੀਆਂ ਬੁਰਾਈਆਂ ਖਤਮ ਹੋ ਗਈਆਂ, ਤੁਹਾਡੀਆਂ ਅੰਦਰੀਆਂ ਸ਼ੁੱਧ ਹੋ ਗਈਆਂ, ਕਿ ਇਹਨਾਂ ਦਾ ਭੋਗ ਵੀ ਸ਼ੁੱਧ ਹੋ ਜਾਣਾ। ਠੀਕ ਹੈ ਜੀ, ਕਿਉਂਕਿ ਮਨ ਸ਼ੁੱਧ ਹੋ ਗਿਆ। ਹੁਣ ਕਹਿੰਦੇ ਕਿ ਸੁਲਤਾਨ ਜਦੋਂ ਤੁਸੀਂ ਸੁਲਤਾਨ ਤੇ ਉਹ ਹੈ ਕਿ ਜਿੰਨੇ ਵਿਰਾਗ ਨੂੰ ਤੇ ਗਿਆਨ ਨੂੰ ਇਕੱਠੇ ਦੋ ਤੀਰ ਚਲਾਏ। ਨਹੀਂ ਗੁਰੂ ਸਾਹਿਬ ਤੋਂ ਬਿਨਾਂ ਇੱਕ ਸੈਕਿੰਡ ਗੁਰੂ ਸਾਹਿਬ, ਇਹ ਜਿਹੜਾ ਹੈ ਨਾ ਮੈਨੂੰ ਇੱਥੋਂ ਇਹ ਵਰਡ ਮੈਂ ਧਿਆਨ ਨਾਲ ਦੇਖਿਆ। ਇਹ ਸੁਲਤਾਨ ਨਹੀਂ ਹੈਗਾ, ਇਹ ਸੁਰਤਾਨ ਹੈ। ਸੁਰਤਾਨ ਕਹਿੰਦੇ ਆ ਤੀਰੰਦਾਜ਼ ਯੋਧਾ। ਹਾਂਜੀ ਵੀਰ ਜੀ। ਠੀਕ ਹੈ ਜੀ। ਸੁਰਤਾਨ ਦਾ ਮਤਲਬ ਇਹੋ ਹੈ ਕਿ ਜਿਹੜਾ ਬੰਦਾ ਤੀਰ ਨੂੰ ਚਲਾਉਂਦਾ ਹੈ, ਹਾਂ, ਔਰ ਦੋ ਤੀਰ ਇਕੱਠੇ ਚਲਾਉਣੇ ਨੇ। ਹਾਂ, ਨਿਸ਼ਾਨਚੀ ਚਾਹੀਦਾ, ਚੰਗਾ ਨਿਸ਼ਾਨਚੀ ਉਹ ਵਾ ਅਧਿਆਤਮਿਕ ਜੀਵਨ ਚ ਜਿਹਦੇ ਕੋਲ ਦੋ ਤੀਰ ਨੇ, ਇੱਕ ਗਿਆਨ ਦਾ ਤੇ ਇੱਕ ਵਿਰਾਗ ਦਾ। ਬਸ ਬਿਲਕੁਲ ਸਹੀ ਗੱਲ ਹੈ। ਇਕੱਠੇ ਚਲਾਉਣੇ ਆ। ਠੀਕ ਹੈ, ਇਕੱਠੇ ਚੱਲਣਗੇ ਤੇ ਆਟੋਮੈਟਿਕਲੀ ਕੰਮ ਹੋ ਜਾਏਗਾ। ਇਹ ਬਾਈ ਪ੍ਰੋਡਕਟ ਹੈ ਜੀ। ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਜ਼ਿਆਦਾ ਚਿਰ, ਪਰ ਥੋੜਾ ਬਹੁਤਾ ਗਿਆਨ ਪ੍ਰਾਪਤ ਕਰੋ। ਇਹ ਅਸਲੀ ਗਿਆਨ ਜਿਹੜਾ ਮਿਲਦਾ ਹੈ ਉਹ ਥੋੜਾ ਸੁਣਿਆ ਕਰੋ, ਵਿਚਾਰ ਕਰਿਆ ਕਰੋ, ਟਾਪੇ ਕੰਮ ਰੋਕ ਆ ਜਾਏਗਾ। ਗਿਆਨ ਨਹੀਂ ਵਿਰਾਗ ਪੈਦਾ ਕਰ ਦੇਣਾ ਹੈ ਗੋਰਖੀ ਸਾਹਿਬ, ਇਹ ਮੈਂ ਗਾਰੰਟੀ ਲੈਣਾ। ਇਹ ਗਿਆਨ ਨਹੀਂ ਵਿਰਾਗ ਪੈਦਾ ਕਰਨਾ। ਗਿਆਨ ਔਰ ਧਿਆਨ ਕਰਾਂਗੇ, ਵਿਰਾਗ ਆਟੋਮੈਟਿਕਲੀ ਪੈਦਾ ਹੋਣਾ ਲਾਜ਼ਮੀ ਹੈਗਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਸਹੀ ਹੈ ਨਜਰ ਸਾਹਿਬ। ਅਗਲੀ ਤੋਂ ਬੋਲੋ। ਹਾਂਜੀ। ਬਾਹਰ ਜਾਤਾ ਭੀਤਰ ਆਣਾ, ਤੇ ਬਾਹਰ ਜਿਹੜਾ ਹੈ ਬਿਰਤੀ ਬਾਹਰ ਜਾ ਰਹੀ ਹੈ, ਮਨ ਜਿਹੜਾ ਹੈਗਾ, ਜਿਹੜੀ ਸੁਰਤ ਬਾਹਰ ਜਾ ਰਹੀ ਹੈ, ਉਹ ਅੰਤਰਮੁਖੀ ਹੋ ਜਾਏਗਾ ਭਾਈ। ਆਪਣੇ ਅੰਦਰ ਜਿਹੜਾ ਹੈਗਾ, ਆਪਣੇ ਅੰਦਰ ਝਾੜੂ ਮਾਰੇਗਾ। ਗਗਨ ਮੰਡਲ ਮੈਂ ਲਸ਼ਕਰ ਕਰੇ, ਔਰ ਉਹ ਜਿਹੜਾ ਹੈਗਾ ਵਿਚਾਰ ਮੰਡਲ ਕ੍ਰਾਸ ਕਰ ਜਾਏਗਾ। ਔਰ ਜਿਹੜਾ ਹੈਗਾ ਉਹ ਜਿਹੜਾ ਸੁੰਨ ਦੇ ਗਗਨ ਮੰਡਲ ਜਿਹੜਾ ਸੁੰਨ ਜੋ ਪਰਮਾਤਮਾ ਹੈਗਾ, ਉਹਦੇ ਵਿੱਚ ਲਸ਼ਕਰ ਹੋ ਜਾਏਗਾ। ਉਹਦੇ ਵਿੱਚ ਜਿਹੜਾ ਹੈਗਾ ਉਹ ਉਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਹਮੇਸ਼ਾ ਉਹਦੀ ਬੈਠਕ ਉੱਥੇ ਹੋ ਜਾਏਗੀ ਭਾਈ, ਸੁੰਨ ਗੁਫਾ ਦੇ ਵਿੱਚ। ਸੋ ਸੁਲਤਾਨ ਛਤਰ ਸਿਰ ਧਰੈ। ਫਿਰ ਹੁਣ ਉਹ ਸੁਲਤਾਨ ਬਣ ਜਾਏਗਾ। ਉਹ ਸੁਲਤਾਨ ਤੋਂ ਸੁਲਤਾਨ ਹੋ ਜਾਏਗਾ, ਉਹਦੇ ਸਿਰ ਤੇ ਛਤਰ ਆ ਜਾਏਗਾ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਬਾਹਰ ਜਾਤਾ ਭੀਤਰ ਆਣ। ਹੁਣ ਤੁਸੀਂ ਧਿਆਨ ਸਿਮਰਨ ਚ ਕੀ ਕਰ ਰਹੇ ਜੋ? ਉਹੀ ਮਨ ਨੂੰ ਮੂੰਹ ਚ ਲਈਏ ਸਭ ਦਰਵਾਜ਼ੇ ਬਾਜ ਲਿਆ ਨਾ ਬਾਜੇ। ਉਹਨਾਂ ਕਹਿੰਦੇ ਕਿ ਕਬੀਰ ਜੀ ਦੀ ਬਾਣੀ ਦੂਜੀ ਬਾਣੀ ਚ ਕਹਿੰਦੇ ਮੈਂ ਅੱਖਾਂ ਬੰਦ ਕਰ ਲਈਆਂ, ਕੰਨ ਬੰਦ ਕਰ ਲਿਆ, ਮੂੰਹ ਬੰਦ ਕਰ ਲਿਆ, ਕਿ ਮੈਂ ਅੰਦਰ ਆਪਣਾ ਧਿਆਨ ਨੂੰ ਇਕਾਗਰ ਕਰ ਲਿਆ। ਇਹੋ ਹੀ ਹੈ ਅੰਤਰਮੁਖੀ ਕਰਨ ਦਾ ਮਤਲਬ ਇੰਨਾ ਹੀ ਆ। ਔਰ ਇਹ ਰਿਕੁਆਇਰਮੈਂਟ ਹੈ, ਇਹ ਤੁਹਾਨੂੰ ਕਰਨਾ ਪਊ। ਕੋਈ ਜ਼ਬਰਦਸਤੀ ਦਾ ਸੌਦਾ ਨਹੀਂ ਆ। ਤੁਸੀਂ ਕਿਉਂਕਿ ਤੁਸੀਂ ਬੈਠੇ ਅੰਦਰ ਜੋ, ਔਰ ਕਮ ਸੇ ਕਮ ਆਪਣੇ ਅੰਤਰ ਧਿਆਨ ਹੋ ਕੇ ਤੁਸੀਂ ਆਪਣੇ ਅੰਦਰ ਉਸ ਵਿਚਾਰ ਮੰਡਲ ਨੂੰ ਦੇਖਣਾ ਹੈ। ਤੇ ਉਹੀ ਫਿਰ ਅੰਦਰ ਜਦੋਂ ਤੁਸੀਂ ਵੇਖਣਾ ਸ਼ੁਰੂ ਕਰਤਾ ਤੇ ਤੁਹਾਨੂੰ ਆਪਣੇ ਆਪ ਹੀ ਗਿਆਨ ਹੁੰਦਾ ਜਾਣਾ ਹੈ ਕਿ ਕੀ ਮੇਰੇ ਅੰਦਰ ਸਹੀ ਚੱਲ ਰਿਹਾ ਤੇ ਕੀ ਮੇਰੇ ਅੰਦਰ ਗਲਤ ਚੱਲ ਰਿਹਾ। ਵੈਸੇ ਸਹੀ ਗਲਤ ਜਿਹੜਾ ਹੁੰਦਾ ਦੋਨੋਂ ਹੀ ਬਿਮਾਰ ਮਨ ਦੀਆਂ ਨਿਸ਼ਾਨੀਆਂ ਨੇ। ਅਸਲ ਦੇ ਵਿੱਚ ਅੰਦਰ ਕੁਝ ਚੱਲਣਾ ਨਹੀਂ ਚਾਹੀਦਾ। ਇਹੀ ਸਹੀ ਹੈ।
ਕਿਉਂਕਿ ਚੱਲਦਾ ਪਿਆ ਹੈ ਤਾਂ ਸਹੀ ਨਹੀਂ ਆ। ਕੋਈ ਵੀ ਚੀਜ਼ ਚੱਲਦਾ ਪਿਆ ਮਤਲਬ ਤੁਸੀਂ ਚਲਾਉਂਦੇ ਥੋੜੀ ਪਏ, ਆਪੇ ਚੱਲਣ ਦੇ ਆ ਵਾ। ਤੁਹਾਡੇ ਘਰ ਦਾ ਪੱਖਾ ਆਪੇ ਘੁੰਮੀ ਜਾਂਦਾ, ਤੁਸੀਂ ਸੋਚ ਨਹੀਂ ਛੱਡਿਆ ਕਹਿਣ ਤੋਂ ਭਾਵ। ਬਿਲਕੁਲ ਹੈ ਤੇ ਹੁਣ ਤੁਸੀਂ ਕਹੋਗੇ ਪੱਖਾ ਬੜਾ ਵਧੀਆ ਹਵਾ ਦੇਣ ਦਿਆ, ਪਰ ਠੀਕ ਹੈ ਜਦੋਂ ਲੋੜ ਹੀ ਨਹੀਂ ਹੈ ਤੇ ਐਵੇਂ ਕਿਉਂ ਚੱਲੀ ਜਾਂਦਾ। ਹਾਂਜੀ ਗੋਰਖੀ ਸਾਹਿਬ, ਜਿਹੜੇ ਜੇ ਆਪਾਂ ਚਲੋ ਜੇ ਮੰਦੇ ਵਿਚਾਰ ਲੈ ਰਹੇ ਤਾਂ ਮੰਦੇ ਤਾਂ ਹੈਗੇ, ਜੇ ਚੰਗੇ ਵਿਚਾਰ ਲੈ ਰਹੇ ਹੈ ਤਾਂ ਉਹ ਵੀ ਵਿਚਾਰ ਹੀ ਹੈਗੇ ਆ, ਉਹ ਵਿਚਾਰ ਨਹੀਂ ਹੈਗੇ। ਆਹੋ ਬਿਨਾਂ ਲੋੜ ਤੋਂ ਕੋਈ ਵੀ ਚੀਜ਼ ਜਿਹੜੀ ਹੋ ਰਹੀ ਆ ਉਹ ਸਹੀ ਨਹੀਂ ਹੈ। ਠੀਕ ਹੈ ਜੀ। ਹੁਣ ਅਗਲੇ ਬੰਨੇ ਕਹਿੰਦੇ ਆ ਗਗਨ ਮੰਡਲ ਮੈਂ ਲਸ਼ਕਰ ਕਰੇ। ਔਰ ਜਿਹੜਾ ਬੰਦਾ ਗਗਨ ਮੰਡਲ ਜਾ ਜਾਂਦਾ ਹੈ ਤੇ ਉਹਦੇ ਅੰਦਰ ਆਪਣੇ ਆਪ ਹੀ ਉਹਦੇ ਅੰਦਰ ਉਹਦਾ ਜੀਵਨ ਬਦਲ ਜਾਣਾ, ਉਹਦੇ ਚੰਗੇ ਗੁਣ ਆਏ ਨੇ। ਗਗਨ ਮੰਡਲ ਦਾ ਮਤਲਬ ਕੀ ਆ? ਨਿਰਵਿਚਾਰ। ਬਿਲਕੁਲ ਠੀਕ ਹੈ ਜੀ। ਬਿਲਕੁਲ ਕਨਫਿਊਜ਼ਨ ਕ੍ਰੀਏਟ ਨਹੀਂ ਕਰਨਾ। ਕਹਿੰਦੇ ਸੋ ਸੁਲਤਾਨ 70 ਸਿਰ ਤੇ, ਉਹ ਸੁਲਤਾਨ ਆ, ਉਹ ਹੀ ਸਹੀ ਆ। ਜਿਹਦੇ ਸਿਰ ਤੇ 70 ਆ ਗਿਆ, 70 ਤਾਂ ਪ੍ਰਮਾਤਮਾ ਦਾ ਆਸ਼ੀਰਵਾਦ ਹੀ ਹੈ। ਜਿਹੜਾ ਗਗਨ ਮੰਡਲ ਦੇ ਅੰਦਰ ਚਲਾ ਗਿਆ ਉਹੀ ਪਹੁੰਚ ਗਿਆ, ਬਸ ਸਿੱਧੀ ਗੱਲ। ਇੰਨੀ ਦੂਰ ਆ ਗਿਆ ਉਹਨੂੰ ਫਿਰ ਕਿਸੇ ਦੀ ਸਲਾਹ ਦੀ ਲੋੜ ਨਹੀਂ, ਉਹਨੂੰ ਪਤਾ ਲੱਗ ਜਾਣਾ ਵਾ ਇਹ ਸੰਸਾਰ ਕੀ ਹੈ ਤੇ ਮੈਂ ਕੀ ਕਰਦਾ ਫਿਰਦਾ। ਅੱਖਾਂ ਥੋੜੀ ਬੰਦ ਰਹਿ ਜਾਣੀਆਂ, ਚੇਤਨਾ ਪ੍ਰਗਟ ਹੋ ਗਈ ਹੈ। ਚੇਤਨਾ ਤੇ ਆਤਮਾ ਨੂੰ ਤੇ ਵੈਸੇ ਵੀ ਕਿਸੇ ਦੇ ਗਿਆਨ ਦੀ ਲੋੜ ਹੀ ਨਹੀਂ ਨਿੱਜਰ ਸਾਹਿਬ। ਬਿਲਕੁਲ ਉਸ ਤੋਂ ਪਹਿਲਾਂ ਲੋੜ ਹੈਗੀ ਆ। ਮੁੜ ਕੇ ਗਿਆਨ ਪ੍ਰਗਟ ਹੋ ਗਿਆ ਤੇ ਫਿਰ ਤੇ ਬਸ ਇੱਧਰੋਂ ਰੱਬ ਬੋਲੀ ਜਾਂਦਾ, ਇੱਧਰੋਂ ਵੀ ਰੱਬ ਬੋਲੀ ਜਾਂਦਾ, ਇੱਧਰ ਬੋਲੀ ਜਾਂਦਾ, ਇੱਧਰ ਸੁਣੀ ਜਾਂਦਾ। ਸੋ ਇਹ ਸਭ ਆਪਣੀਆਂ ਗੱਲਾਂ ਨੇ। ਅੱਜ ਕਥਾ ਬਹੁਤ ਲੰਮੀ ਹੋ ਗਈ ਸਾਧ ਸੰਗਤ ਜੀ। ਇੱਕ ਰਹਿ ਗਿਆ ਗੁਰਕੀ ਸਾਹਿਬ, ਇੱਕ ਰਹਿ ਗਈ, ਇੱਕ ਬੰਦ ਆਖਰੀ ਰਹਿ ਗਿਆ। ਕਹਿੰਦੇ ਇੰਨਾ ਸਾਰਾ ਗਿਆਨ ਹੋਣ ਦੇ ਬਾਵਜੂਦ ਵੀ ਜੋਗੀਆਂ ਨੇ ਗੋਰਖ ਕਰੀ ਜਾਣਾ ਹੈ, ਹਿੰਦੂਆਂ ਨੇ ਸੀਤਾਰਾਮ ਕਰੀ ਜਾਣਾ ਹੈ, ਮੁਸਲਮਾਨਾਂ ਨੇ ਖੁਦਾ ਹੈ ਇੱਕ ਖੁਦਾ 7ਵੇਂ ਅਸਮਾਨ ਵਾਲਾ ਕਰੀ ਜਾਣਾ ਹੈ। ਪਰ ਕਬੀਰ ਜੀ ਕਹਿੰਦੇ ਭਾਈ ਮੇਰਾ ਤਾਂ ਸਵਾਮੀ ਜਿਹੜਾ ਹੈਗਾ ਉਹ ਸਾਰਿਆਂ ਦੇ ਵਿੱਚ ਹੈ, ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਿਆਂ ਦੇ ਵਿੱਚ ਹੈਗਾ ਭਾਈ। ਇਹਨੂੰ ਜੋਰਾ ਹੋਰ ਇਹਦੀ ਵੀ ਵਿਚਾਰ ਕਰ ਦਿਓ, 2 ਮਿੰਟ ਲੱਗੂਗੇ। ਜੋਗੀ ਗੋਰਖ ਕਰੇ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਾ ਇੱਕ ਖੁਦਾ ਹੈ, ਕਬੀਰ ਕਾ ਸਵਾਮੀ ਰਹਾ ਸਮਾਏ। ਹਾਂਜੀ ਵੀਰ ਜੀ। ਉਹ ਠੀਕ ਹੈ। ਕਹਿੰਦੇ ਇਹਨਾਂ ਨੇ ਪ੍ਰਮਾਤਮਾ ਨੂੰ ਹਿੱਸਿਆਂ ਚ ਵੰਡਤਾ ਹੈ। ਜੋਗੀਆਂ ਦਾ ਜਿਹੜਾ ਗੋਰਖ ਆ ਉਹ ਗੋਰਖ ਦਾ ਜਾਪ ਕਰੀ ਜਾਂਦੇ ਆ। ਹਿੰਦੂਆਂ ਦਾ ਜਿਹੜਾ ਨਾਂ ਰਾਮ ਆ, ਨਾਮ ਉਚਰੇ, ਉਹ ਰਾਮ ਦਾ ਨਾਮ ਉਚਰੀ ਜਾਂਦੇ ਆ। ਤੇ ਮੁਸਲਮਾਨ ਕਾ ਇੱਕ ਖੁਦਾਈ, ਉਹ ਇੱਕ ਖੁਦਾਈ ਕਹੀ ਜਾਂਦੇ ਆ। ਉਹਨਾਂ ਦਾ ਹੀ ਆ, ਕਬੀਰ ਕਾ ਸਵਾਮੀ ਰਿਹਾ। ਉਹ ਕਹਿੰਦੇ ਸਾਡਾ ਹੀ ਆ, ਹਿੰਦੂਆਂ ਦਾ ਨਹੀਂ। ਇਹ ਤਾਂ ਕਾਫਰ ਲੋਕੀ ਆ, ਇਹਨਾਂ ਦਾ ਥੋੜੀ ਨਾ, ਸਾਡਾ ਆ ਖੁਦਾ ਤਾਂ। ਹਾਂ ਇਹ ਲੋਕ ਬਸ ਓਦਾਂ ਹੀ ਆ ਕਿ ਉਹ ਲਿਮਟਿਡ ਕਰ ਦਿੰਦੇ ਆ ਪ੍ਰਮਾਤਮਾ ਨੂੰ। ਉਹਦੀ ਉਹ ਸਰਵ ਵਿਆਪਕ ਨਹੀਂ ਰਹਿਣ ਦਿੰਦੇ, ਉਹਨੂੰ ਡਿਵਾਈਡ ਕਰ ਦਿੰਦੇ ਹੋ। ਬਿਲਕੁਲ। ਇੱਕ ਚੀਜ਼ ਸਰਵ ਵਿਆਪਕ ਹੈ, ਉਹ ਮਤਲਬ ਉਹਨੂੰ ਫਿਰ ਕਹਿੰਦੇ ਕਿ ਸਾਡੀ ਜਗ੍ਹਾ 'ਚ ਬੈਠਾ ਹੈ। ਸਾਡੇ ਬੰਦਿਆਂ ਕੋਲ ਗਿਆਨ ਆ, ਦੂਜੇ ਬੰਦਿਆਂ ਨੂੰ ਕੁਛ ਪਤਾ ਨਹੀਂ। ਬਸ ਬਿਲਕੁਲ। ਫਿਰ ਮੁਸ਼ਕਿਲ ਹੋ ਜਾਏਗੀ ਨਾ, ਫਿਰ ਕਾਫੀ ਮੁਸ਼ਕਿਲ ਹੋ ਜਾਏ। ਠੀਕ ਹੈ ਜੀ। ਕਹਿੰਦੇ ਕਿ ਕਬੀਰ ਕਾ ਸਵਾਮੀ ਰਿਹਾ ਸਮਾ। ਕਹਿੰਦਾ ਮੇਰਾ ਸਵਾਮੀ ਜਿਹੜਾ ਹੈ ਕੋਈ ਖਾਸ ਜਗ੍ਹਾ ਤੇ ਨਹੀਂ ਬੈਠਾ, ਉਹ ਤੇ ਸਮਾਇਆ ਹੋਇਆ ਸਾਰਿਆਂ ਚ ਹੈਗਾ। ਸਾਰਿਆਂ ਚ ਹੈਗਾ। ਸਰਵ ਵਿਆਪਕ ਇੱਕ ਬ੍ਰਹਮ ਆ ਜਿਹਦੇ ਅੰਦਰ ਹੀ ਹੈ ਸਾਰਾ ਕੁਛ ਸਮਾਇਆ, ਰਮਿਆ ਹੋਇਆ। ਤੇ ਮਹਿੰਦੀ ਦੇ ਪੱਤੇ ਵਿੱਚ ਰੰਗ ਹੁੰਦਾ ਨਾ, ਉਸ ਤਰ੍ਹਾਂ ਸਮਾਇਆ ਹੋਇਆ। ਕੋਈ ਮੈਂ ਦੀ ਕੋਈ ਖਾਸ ਆਇਡੈਂਟੀਟੀ, ਉਹਦੀ ਕੋਈ ਪੋਜੀਸ਼ਨ ਨਹੀਂ ਬਣਾਉਣਾ ਚਾਹੁੰਦਾ। ਜਿਹੜਾ ਮੇਰਾ ਸਵਾਮੀ ਜਿਹਨੂੰ ਮੈਂ ਮੰਨਦਾ, ਤੇ ਬਾਕੀ ਜਿਹੜੇ ਦੂਜੇ ਹੋ ਤੇ ਕਹੀ ਜਾਂਦੇ ਸਾਡਾ ਇੱਥੇ, ਸਾਡਾ ਉੱਤੇ, ਇੱਥੇ, ਤੇ ਉਹ ਫਿਰ ਉਹ ਕਿੱਦਾਂ ਦਾ ਰੱਬ ਹੋਊਗਾ ਆਪ ਸਾਰੇ ਜਾਣਦੇ। ਠੀਕ ਹੈ, ਅੱਜ ਦੇ ਵਿਚਾਰ ਇੱਥੇ ਸਮਾਪਤ ਕਰੀਏ। ਹਾਂਜੀ, ਅੱਜ ਤਾਂ ਬਹੁਤ ਕਮਾਲ ਦੀ ਵਿਚਾਰ ਹੈ ਜੀ ਸਾਧ ਸੰਗਤ ਜੀ, ਬਹੁਤ ਕਮਾਲ। ਰੋਜ਼ ਹੀ ਜਿਹੜੀ ਇਸ ਤਰ੍ਹਾਂ ਹੀ ਹੁੰਦੀ, ਰੋਜ਼ ਹੀ ਮੈਂ ਇਹ ਗੱਲ ਕਹਿ ਦਿੰਦਾ ਹੁੰਦਾ। ਹਾਂਜੀ ਜੀ। ਹਾਂ ਵੈਸੇ ਵੀ ਨਿੱਜਰ ਸਾਹਿਬ ਬ੍ਰਹਮ ਦੀ ਕਥਾ ਜਦੋਂ ਚੱਲਦੀ ਹੈ ਕਈ ਵਾਰੀ ਬੜਾ ਵਧੀਆ ਉਹ ਰੰਗ ਬਣ ਜਾਂਦਾ ਹੈ। ਤੇ ਉਹ ਕੁਦਰਤੀ ਤੌਰ ਤੇ ਜੀ ਜਦੋਂ ਕਰਨ ਵਾਲਾ ਉਹ ਆਪ ਆ, ਸੁਣਨ ਵਾਲਾ ਉਹ ਆਪ ਆ, ਤੇ ਆਟੋਮੈਟਿਕਲੀ ਚੀਜ਼ ਵਧੀਆ। ਹਾਂਜੀ ਬਿਲਕੁਲ ਸਹੀ ਗੱਲ ਹੈ। ਹਾਂ ਠੀਕ ਹੈ ਜੀ। ਅੱਜ ਦੀ ਵਿਚਾਰੇ। ਹਾਂਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਿਵਾਜ, ਮਿਹਰ ਕਰੋ ਮੇਰੇ ਮਾਲਿਕ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਕਿ ਤੂੰ ਚੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਅੱਗੇ ਬਖਸ਼ਣੀ ਮੇਰੇ ਮਾਲਿਕ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।